जब से चरणजीत सिंह चन्नी मुख्यमंत्री बने तो एक शब्द सबसे ज्यादा उभर कर आया कि पंजाब का पहला दलित सीएम चेहरा हमें मिला है। वी द पीपुल, इसका मतलब होता है लोग। लोग, फिर आता है एक शब्द, वो आता है सिटीजन। यानी कि लोग से सिटीजन बनना। इसका मतलब क्या हुआ कि जो लोग हैं वो आपस में समझौता कर रहे हैं कि हम एक जैसे नागरिक बनेंगे। जिस तरह उदाहरण के तौर पर बाबू काशी राम की गल करते हैं तो बाबू काशी राम की जो दलित चेतना सी उस दे अंदर तो समाज की गल सी। बाबा साहब अंबेडकर की पूरी उस फिलोसफी के अंदर समाज की गल सी, पर असी उन्होंने भी इन्ना सेंट्रलाइज कर दिता, निचोड़ दिता कि असी कहते कि एक खास तबके के लीडर हैं। मैनूं लगता कि असी लीडर की मौत उस दिन ही तय कर दी। जब बाबा साहब अंबेडकर उस दलित की व्याख्या ਨੂੰ ਦੇਖਦੇ ਆ ਜਾਂ ਹਰੀਜਨ ਦੀ ਜਾਂ ਦਲਿਤ ਦੀ, ਤਾਂ ਉਹ ਮਹਾਤਮਾ ਗਾਂਧੀ ਤੋਂ ਅਸਹਿਮਤ ਸੀਗੇ। ਉਹਨਾਂ ਨੂੰ ਲੱਗਦਾ ਸੀ ਕਿ ਅਸੀਂ ਵਿਚਾਰੇ ਨਹੀਂ ਆ ਤੇ ਨਾ ਹੀ ਸਾਨੂੰ ਤੁਹਾਡੀ ਦਇਆ ਦੀ ਲੋੜ ਹੈ, ਸਾਨੂੰ ਤਾਂ ਬਰਾਬਰੀ ਦੀ ਲੋੜ ਹੈ। ਪੰਜਾਬ ਦੇ ਅੰਦਰ ਇੰਨਾ ਸ਼ੋਰ ਸ਼ਰਾਬਾ ਆ, ਇਸ ਤਰ੍ਹਾਂ ਦਾ ਉਥਲ ਪੁਥਲ ਹੈ, ਉਸ ਦੇ ਵਿੱਚ ਬੰਦੇ ਸੋਚਦੇ ਆ ਕਿ ਕੀ ਪੁੱਛਦੇ ਹੋ ਹਾਲ ਪੰਜਾਬ। ਅਸੀਂ ਐਜੂਕੇਸ਼ਨ ਪੱਖੋਂ ਤੇ ਹੈਲਥ ਪੱਖੋਂ ਬਿਲਕੁਲ ਫੇਲ ਹੋ ਗਏ ਆ। ਐਨਆਰਆਈਜ਼ ਵਾਪਸ ਕਿਉਂ ਨਹੀਂ ਆਉਂਦੇ? ਸਭ ਤੋਂ ਇਹੀ ਦੋ ਵੱਡੇ ਕਾਰਨ ਨੇ। अभी क्या कर रही हैं कि राजनीतिक पार्टियां आपके भीतर एक कंपटीशन पैदा कर रही हैं कि आप कितने जाति के भीतर घुस सकते हैं, आप कितने धार्मिक रूप से भक्त हो सकते हैं, वो आपको बरत रही है। तो समाज का तो विकास कहाँ हुआ है आप बताइए। स्कूलें बंद हो रही हैं, कुछ लोगों के लिए स्कूल बनता जा रहा है, कुछ लोगों के लिए खाने पीने की अच्छी व्यवस्था हो रही है, दूसरे को अच्छी कोई खाने वाली चीज़ ही नहीं मिल पा रही है। तो पूरी जो संसदीय राजनीति हमारे समाज में है, वो लोगों को अपने तरह से इस्तेमाल कर रही है। ਸਭੇ ਸਾਂਝੀ ਵਾਲ ਸਦਾਇਨ ਤੂੰ ਕਿਸੇ ਨਾ ਦਿਸੈ ਬਾਹਰਾ ਜੀਓ। ਗੁਰੂ ਅਰਜਨ ਪਾਤਸ਼ਾਹ ਨੇ ਜਦੋਂ ਇਸ ਨੂੰ ਫਰਮਾਇਆ ਸੀ ਤਾਂ ਉਸ ਦੇ ਕੋਈ ਮਾਇਨੇ ਸਨ। ਉਹ ਜੋ ਫਰਮਾਇਆ ਗਿਆ ਉਸ ਤੋਂ ਬਾਅਦ ਪੰਜਾਬ ਨੇ ਲਗਾਤਾਰ ਨਿਰੰਤਰ ਆਪਣੇ ਸੌਣ ਪਤਝੜ ਗੁਜ਼ਾਰਦਿਆਂ ਹੋਇਆਂ ਬਹੁਤ ਕੁਝ ਫੇਰ ਬਦਲ ਵੇਖ ਲਿਆ। ਪਰ ਅੱਜ ਵੀ ਸਾਡੇ ਲਈ ਬਹੁਤ ਸਾਰੇ ਰਾਹ ਦਸੇਰੇ ਨੇ ਜਿਨ੍ਹਾਂ ਦੇ ਵਿੱਚ ਅਸੀਂ ਆਪਣੀਆਂ ਚੀਜ਼ਾਂ ਨੂੰ ਮਹਿਸੂਸ ਕਰ ਸਕਦੇ ਹਾਂ, ਬਿਹਤਰ ਕਰ ਸਕਦੇ ਹਾਂ। ਅੱਜ ਦੇ ਇਸ ਅਨਮਿਊਟ ਅੱਡਾ ਦੇ ਅੰਦਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਤੁਹਾਡਾ ਆਪਣਾ ਹਰਪ੍ਰੀਤ ਸਿੰਘ ਕਾਲੋਂ, ਅਤੇ ਮੇਰੇ ਨਾਲ ਜੋ ਅੱਜ ਜੁੜੇ ਹੋਏ ਨੇ ਉਹਨਾਂ ਦੇ ਵਿੱਚੋਂ ਨੇ ਅਨਿਲ ਚਾਮੜੀਆ ਜੀ, ਉਹਨਾਂ ਦੇ ਵਿੱਚੋਂ ਨੇ ਬਰਜਿੰਦਰ ਸਿੰਘ ਹੁਸੈਨਪੁਰੀ, ਉਹਨਾਂ ਦੇ ਵਿੱਚੋਂ ਨੇ ਗੰਗਵੀਰ ਰਾਠੌਰ। ਤਿੰਨ ਸ਼ਖਸੀਅਤਾਂ ਨੂੰ ਮੈਂ ਤੁਹਾਡੇ ਨਾਲ ਇਸ ਕਰਕੇ ਮਿਲਾ ਰਿਹਾ ਕਿਉਂਕਿ ਤਿੰਨਾਂ ਸ਼ਖਸੀਅਤਾਂ ਦੇ ਰਾਹ ਵੱਖਰੇ ਨੇ, ਪਰ ਉਹਨਾਂ ਰਾਹਾਂ ਨੇ ਜਿਹੜੀ ਰੌਸ਼ਨੀ ਨੂੰ ਮੁਖਾਤਬ ਹੋਣਾ ਹੈ ਉਹ ਸਾਂਝੀ ਹੈ। ਕਿਤੇ ਨਾ ਕਿਤੇ ਇਸ ਦੁਨੀਆ ਦੀ ਬਿਹਤਰੀ ਕਿਸ ਵਿੱਚ ਹੋ ਸਕਦੀ ਹੈ? ਉਹ ਬਿਹਤਰੀ ਹੋ ਸਕਦੀ ਹੈ ਕਿ ਜਦੋਂ ਅਸੀਂ ਬਿਹਤਰ ਸੁਪਨਾ ਵੇਖਾਂਗੇ। ਉਸ ਸੁਪਨੇ ਦੇ ਅੰਦਰ ਸੋਸ਼ਲ ਅਪਲਿਫਟਮੈਂਟ ਦੀ ਗੱਲ ਹੈ, ਉਸ ਸੁਪਨੇ ਦੇ ਅੰਦਰ ਸਮਾਜਿਕ ਸਾਂਝੀਵਾਲਤਾ ਦੀ ਗੱਲ ਹੈ, ਉਸ ਦੇ ਅੰਦਰ ਮਾਨਵਤਾਵਾਦ ਦੀ ਗੱਲ ਹੈ, ਉਸ ਦੇ ਅੰਦਰ ਬਹੁਤ ਸਾਰੇ ਸਬਜੈਕਟ ਨੇ ਜਿਨ੍ਹਾਂ ਦੇ ਨਾਲ ਅਸੀਂ ਰੋਜ਼ਾਨਾ ਰੂਬਰੂ ਹੋ ਰਹੇ ਹਾਂ। ਉਦਾਹਰਨ ਦੇ ਤੌਰ 'ਤੇ ਤਾਜ਼ਾ ਚੀਜ਼ਾਂ ਜਦੋਂ ਅਸੀਂ ਵੇਖਦੇ ਹਾਂ ਉਹ ਇਹ ਹੈ ਕਿ ਕਾਂਗਰਸ ਨੇ ਸਾਨੂੰ ਆਪਣਾ ਨਵਾਂ ਮੁੱਖ ਮੰਤਰੀ ਦਿੱਤਾ, ਸਰਦਾਰ ਚਰਨਜੀਤ ਸਿੰਘ ਚੰਨੀ। ਸਰਦਾਰ ਚਰਨਜੀਤ ਸਿੰਘ ਚੰਨੀ ਇੱਕ ਅਜਿਹਾ ਚਿਹਰਾ ਉੱਭਰ ਕੇ ਆਏ ਜਿਸ ਦੇ ਵਿੱਚੋਂ ਬਹੁਤ ਸਾਰੇ ਲੋਕ ਉਮੀਦ ਵੇਖ ਰਹੇ ਨੇ, ਜਿਸ ਨੂੰ ਇੱਕ ਦਲਿਤ ਚਿਹਰੇ ਦੇ ਤੌਰ 'ਤੇ ਵੀ ਉਹਨਾਂ ਦੀ ਪਛਾਣ ਕਰਵਾ ਰਹੇ ਨੇ। ਉਸ ਦੇ ਨਾਲ ਹੀ ਇੱਕ ਚਰਚਾ ਇਹ ਵੀ ਛਿੜੀ ਕਿ ਦਲਿਤ ਸ਼ਬਦ ਨਹੀਂ ਵਰਤਣਾ ਚਾਹੀਦਾ, ਇਹ ਸ਼ਬਦ ਸਹੀ ਨਹੀਂ ਹੈ। ਇਸ ਨੂੰ ਲੈ ਕੇ ਬਹੁਤ ਸਾਰੇ ਵਿਚਾਰਵਾਨ ਲੋਕਾਂ ਨੇ ਇਹ ਕਿਹਾ ਕਿ ਮਾਨਵਤਾਵਾਦੀ ਨਜ਼ਰੀਆ ਜਾਂ ਮਾਨਵਤਾਵਾਦੀ ਸ਼ਬਦ ਜ਼ਿਆਦਾ ਢੁਕਵਾਂ ਹੈ। ਬਹੁਤ ਸਾਰੇ ਬੰਦਿਆਂ ਦੀ ਇਸ ਦੇ ਉੱਤੇ ਇਹ ਰਾਏ ਸੀ ਕਿ ਚਰਨਜੀਤ ਸਿੰਘ ਚੰਨੀ ਦਲਿਤ ਹੋਣ ਦਾ ਮਤਲਬ ਦਲਿਤ ਮੁੱਦਿਆਂ ਨੂੰ ਮੁਖਾਤਬ ਹੋਣ ਵਾਲਾ ਲੀਡਰ ਨਹੀਂ ਹੈ। ਇਹ ਹੈ ਜਾਂ ਨਹੀਂ ਹੈ ਅਸੀਂ ਇਸ ਦੇ ਉੱਤੇ ਕਮੈਂਟ ਨਹੀਂ ਕਰ ਰਹੇ, ਪਰ ਇਸ ਦੇ ਨਾਲ ਇੱਕ ਚਰਚਾ ਇਹ ਛਿੜੀ ਕਿ ਪੰਜਾਬ ਦੇ ਅੰਦਰ
30% ਤੋਂ ਵੱਧ ਦਲਿਤ ਭਾਈਚਾਰਾ ਕਿਹੜੀਆਂ ਸਮੱਸਿਆਵਾਂ ਦੇ ਨਾਲ ਰੂਬਰੂ ਹੋ ਰਿਹਾ ਹੈ ਅਤੇ ਪੰਜਾਬ ਦੇ ਵਿੱਚ ਉਹਨਾਂ ਦੀ ਬਿਹਤਰੀ ਕਿਵੇਂ ਹੋਵੇ। ਇਸ ਦੇ ਨਾਲ ਦੂਸਰੀ ਰਾਏ ਇਹ ਹੈ ਕਿ ਜੇ ਅਸੀਂ ਪੰਜਾਬ ਦੇ ਦਲਿਤ ਭਾਈਚਾਰੇ ਦੀ ਗੱਲ ਇੱਕ ਪਾਸੇ ਕਰ ਦਈਏ ਤਾਂ ਪੰਜਾਬ ਦੇ ਬਾਕੀ ਭਾਈਚਾਰੇ ਵੀ ਕੀ ਉਸੇ ਤਰ੍ਹਾਂ ਖੁਸ਼ਨੁਮਾ ਜ਼ਿੰਦਗੀ ਜਿਉ ਰਹੇ ਨੇ, ਉਹਨਾਂ ਦੀਆਂ ਸਮੱਸਿਆਵਾਂ ਵੀ ਉਸੇ ਤਰ੍ਹਾਂ ਨੇ। ਇਹਨਾਂ ਸਾਰੀਆਂ ਗੱਲਾਂ ਦੇ ਆਪਾਂ ਰੂਬਰੂ ਅੱਜ ਦੇ ਅਨਮਿਊਟ ਅੱਡਾ ਦੇ ਅੰਦਰ ਹੋਵਾਂਗੇ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਮਿਲਾ ਰਿਹਾ ਅਨਿਲ ਚਮੜੀਆ ਜੀ ਦੇ ਨਾਲ, ਜਿਹੜੇ ਪੱਤਰਕਾਰ ਨੇ ਅਤੇ ਅਜਿਹੇ ਸਬਜੈਕਟ ਦੇ ਨਾਲ ਲਗਾਤਾਰ ਉਹ ਮੁਖਾਤਬ ਹੁੰਦੇ ਰਹੇ ਨੇ। ਪਿਛਲੇ 11 ਸਾਲਾਂ ਤੋਂ ਉਹ ਇਸੇ ਤਰ੍ਹਾਂ ਦੇ ਵਿਸ਼ਿਆਂ ਦੇ ਉੱਤੇ लगातार अपना रसाला भी काटते आए ने। अनिल जी, आपका बहुत बहुत स्वागत है हमारे इस प्रोग्राम में। जी, आपका ही बहुत बहुत स्वागत। अनिल जी, सबसे पहला तो सवाल यही है कि पिछले जब से चरणजीत सिंह चन्नी मुख्यमंत्री बने तो एक शब्द सबसे ज़्यादा उभर कर आया कि पंजाब का पहला दलित सीएम चेहरा हमें मिला है। लेकिन उसके साथ एक ये भी चर्चा छिड़ी जो बहुत सुहृद चर्चा थी, और मुझे लगता है इसका संजीदा जवाब होना चाहिए कि दलित शब्द का इस्तेमाल करना चाहिए या नहीं करना चाहिए। अगर नहीं करना चाहिए तो क्यों नहीं करना चाहिए, अगर करना चाहिए तो ये इस विषय को हम किस तरह लें ताकि हम उस बात तक पहुंच सकें जिसके लिए सारी जद्दोजहद है और सारा संघर्ष है। मैं जब आप इंट्रोडक्शन दे रहे थे इस विषय का, तभी मेरे दिमाग में कुछ बातें आ रही थी। पहली बात तो यह है कि देखिए, दलित जो शब्द है कोई नया शब्द नहीं है, और दलित का मतलब किसी जाति से वो आइडेंटिफाई नहीं होता है। यानी कि आप ये कहें कि ये जो दलित हैं वो अछूत जातियों को कहा जाता था, ऐसा नहीं है। शब्द के जो अर्थ होते हैं, शब्द कौन बरत रहा है इस पर निर्भर करता है, और शब्द को जो लोग बरत रहे हैं उसका वो उपयोग यानी इस्तेमाल जो है वो किस मकसद से कर रहे हैं। जब कांग्रेस ने अपने लिटरेचर में, कांग्रेस का इतिहास जब पढ़ेंगे तो दलित शब्द कई 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 बार आया है। दलित का मतलब ये होता था कि जो समाज के हाशिए पर लोग हैं, हमारा जो सामाजिक जो ताना बाना रहा है उसमें ऊंच नीच का भेदभाव रहा है। आपको क्या खाना है ये तय करते हैं लोग, आपको पढ़ना है नहीं पढ़ना है ये हम तय करते रहे हैं, आपके पास पैसे होने चाहिए कि नहीं होने चाहिए ये हम तय करते रहे हैं। यानी कि एक मान लीजिए कि मनुस्मृति है, उसमें सब कुछ तय है कि औरत को कैसे रहना है, कैसे खाना है, कैसे पीना है। एक किसी पार्टिकुलर परिवार में पैदा हुए व्यक्ति को खाट पर बैठना है कि नहीं बैठना, ये सारा सिस्टम एक बना हुआ था। उस पूरे सिस्टम को अगर हम कहीं से परिभाषित करते हैं तो वो दलित शब्द एक आता है कि वो जो सिस्टम है उस सिस्टम को हमें बदलना है। पहले जो भी राजनीतिक पार्टियां दलितों की बात करती थी उसमें अनुसूचित जाति का मतलब नहीं होता था। अनुसूचित जाति तो बाद में बनी। दलित का मतलब उस समय जो होता था उसमें स्त्रियां सबसे पहले थीं, औरतें जो सबसे थी सबसे पहले। उसके बाद जो समाज में जो बड़ व्यवस्था में जो शूद्र थे, शूद्र में कौन थे, जिनको आज हम कहते हैं मध्यवर्ती जातियां, यानी कि जैसे मान लीजिए कि यादव हैं, कोयरी हैं, जैसे मतलब मुलायम सिंह यादव हैं, नीतीश कुमार हैं, ये लोग जो की जातियां जो हैं वो जातियां कही जाती थी मध्यवर्ती जातियां, ठीक है, वो शूद्र कहे जाते थे। और फिर एक श्रेणी होती थी, एक जो वर्ग होता था उसको कहते थे अछूत, जो कोई बड़ व्यवस्था से बाहर होते थे वो, ठीक। तो हम ये जब दलित शब्द का उस समय इस्तेमाल करते थे तो हम सबके लिए करते थे। अब इसका उपयोग धीरे 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 क्या हो गया है आज की तारीख में, दलित का मतलब ये हो गया कि वो जो अनुसूचित जाति है वो है। और अगर यही ट्रेंड चलता रहा और ये जो राजनीतिक पार्टियां ट्रेंड चला रही हैं तो आप मान लीजिए कि एक जाति, कोई एक जाति रह जाएगी जिसका नाम दलित रह जाएगा। यानी एक सिस्टम का नाम जो था दलित। अच्छा, हमको भारत में करना क्या था? भारत में हमको करना था कि बराबरी का एक समाज बनाना था। और हमारे पास काम क्या था? गुलामी से मुक्त होंगे तो हमको एक ही तो काम करना था। क्या काम करना था?
काम करना था बराबरी, बराबरी के साथ और क्या करना था, भाईचारा। संविधान में जब भी समानता की बात की जा रही है तो उसके साथ बंधुत्व की भी बात की जा रही है। चूंकि आप जो हैं एक राज कर रहे हैं, आपका वर्चस्व है, उस वर्चस्व को आपको छोड़ना है। और जो लोग दबे हुए हैं वे वजह दबे हुए हैं क्योंकि वे एक परिवार में पैदा हो गए हैं, तो वो दबे रहेंगे, ऐसा आपने नियम बना रखा है। तो हम कहते नहीं, अब इस समय नहीं चलेगा ये। तो हम उनको कह रहे हैं कि आप अपना जो पावर है उस पावर को दे दीजिए इनको थोड़ा सा। पावर क्या है, पावर आपके पास सामाजिक जो रुतबा है आपका, कि हम यहाँ खाट पे बैठेंगे, आप नीचे बैठेंगे, नहीं, अब दोनों के लिए जमीन होगी या खाट होगा, हमें कह रहे हैं ये पावर दे दीजिए आप, ठीक है। आपके घर में पैसे आ रहे हैं बहुत ज़्यादा, हमारे घर में रोटी भी नहीं पहुँच रही है, हम कह रहे हैं भाई आपके घर में इतने ज़्यादा आ रहे हैं, हमारे घर में रोटी तो बननी चाहिए। ये हुआ समाज बना। और भारत में करना क्या था, इसीलिए तो हमने संविधान बनाया कि हमको बराबरी का एक समाज बनाना। एक तरह से समझौता किया हमने आपस में, हम मिलजुल के रहेंगे भाई, और मिलजुल के रहेंगे और इसके साथ साथ हम बराबरी का एक समाज बनाएंगे। यही तो संविधान में हमने किया ना। देखिए संविधान में 3 शब्द आते हैं जिस पर कोई बात नहीं होती है, जो बात होनी चाहिए। संविधान में पहला शब्द आता है वी द पीपुल, इसका मतलब होता है लोग, लोग। फिर आता है एक शब्द, वो आता है सिटीजन, यानी कि लोग से सिटीजन बनना। इसका मतलब क्या हुआ कि जो लोग हैं वो आपस में समझौता कर रहे हैं कि हम एक जैसे नागरिक बनेंगे। वी द पीपुल, हम एक तरह से ओथ ले रहे हैं, तो आप सिटीजन बन रहे हैं, ठीक है। सिटीजन क्यों बन रहे हैं कि हम एक भाईचारा अपना बढ़ाएंगे, भेदभाव नहीं होगा हमारे बीच में, और हमारे बीच में समानता की भावना आएगी। लंबा प्रोसेस है, समाज आज तो बना नहीं है, और हम उम्मीद भी नहीं करते हैं कि जादू की तरह कोई हो जाएगा ये, लेकिन हमने एक समझौता किया। फिर एक शब्द आता है व्यक्ति। जब आखिर में जाएंगे संविधान के आखिरी लाइनों में, तो व्यक्ति की गरिमा, यानी कि लोग, नागरिक, व्यक्ति, यानी जो आप कह रहे हैं मानव, मानव की गरिमा। नागरिक देश का होता है, लेकिन जो मानव होता है उसका कोई देश नहीं होता, उसकी पूरी दुनिया है। इसका मतलब यह हुआ कि हमारा संविधान ये कह रहा है कि हम देश में बराबरी की बात तो करेंगे नागरिक के तौर पर, लेकिन अपने भीतर एक इंसानी जो गरिमा होती है, इंसानी जो भावना होती है, उसको हमको वहाँ तक यात्रा करनी है। केवल नागरिक तक यात्रा नहीं करनी है, क्योंकि इसकी सरहद जो है मानव की कोई सरहद नहीं है, ये तो हमने बनाई है सरहद। सरहद कहाँ थी, देखते देखते देखिए 3 सरहदें बन गई, भारत हो गया, पाकिस्तान हो गया, बांग्लादेश, पता नहीं कितनी सरहदें बनेंगी। और सरहदें एक भी हो गई, जर्मनी, कई देश के कई हिस्से हो गए, कई देश ऐसे हैं जो आपस में मिल गए, टुकड़े भी हो गए, सोवियत संघ फिर से टुकड़े हो। यानी कि आप जिस तरह से जाति आपने बनाई, जिस तरह से आपने धर्म बनाया, उसी तरह से आप देश भी बनाते हैं। ये पॉलिटिक्स है, सब कुछ जानते हैं। तो कुल मिला के मैं ये कह रहा हूं आपसे कि जो दलित शब्द है, वो दलित शब्द कोई एक जाति का सूचक नहीं है, एक स्थिति का है। लेकिन हमारी संसदीय पार्टियां ऐसे सारे शब्दों के अर्थों की जो विचारधारा है, जो वैचारिकी है, उसको वो चबा गई। उसको उन्होंने एक तरह से उसकी जो विचारधारात्मक बात थी, आइडियोलॉजिकल जो बात थी, उसको वो खत्म कर दिया और उसको वोट में कन्वर्ट कर दिया। तो एक तो बात ये है कि शब्द में कोई प्रॉब्लम नहीं है, आप बरत रहे हैं, किस लिए बरत रहे हैं, इसमें दिक्कत है। नंबर 2 बात कि देखिए, आप मुझे, मैं कई बार मुझे कई लोग मुझे कहते हैं, आप अपने नाम के आगे चमड़िया क्यों लगाते हैं? आप मत लगाइए। हमने कहा क्यों नहीं लगाइए, इससे एक गंध आती है। हमने कहा मुझे आपके शब्द से तो कोई गंध नहीं आ रही है, आपकी टाइटल से, मेरी टाइटल से आपको गंध क्यों आ रही है? इसका मतलब जो ब्रिजेंद्र जी बार बार कहते हैं, कंडीशनिंग आपके दिमाग की हमने कर रखी है कि अगर कोई है तो हमारा दिमाग जो है, जो कंडीशनिंग है, वो परेशान हो जाती है।
और जैसे ही हम कहते हैं ये पांडे जी हैं, दुबे जी हैं, हाथ झुक जाते हैं, गर्दन झुक जाती है। कंडीशनिंग है। तो हम ये कह रहे हैं कि अगर दलित शब्द में क्या प्रॉब्लम है आपको, क्यों लोग कहते हैं कि दलित नहीं होना चाहिए, नहीं बोलना चाहिए। कोई सवाल तो फिर दूसरा भी करेगा कि तब ये भी टाइटल नहीं होनी चाहिए, या ये भी संबोधन नहीं, पंडित जी क्यों होना चाहिए। पंडित जी भी तो कोई एक जाति नहीं ना है भाई, एक तरह से पंडित जी फिर क्यों होना चाहिए। अगर दलित नहीं है तो फिर पंडित जी क्यों है। पंडित जी भी तो उसी तरह बना है, उसी समय बना है। यही एक वर्चस्व का और एक नीचे का, दो तरह के ऐसे शब्द बने हैं। तो मेरा ये कहना है कि हमें इन शब्दों से लेकर जो शब्दों का इस्तेमाल है उसके बारे में सोचना चाहिए, और इसकी राजनीति जो है इस्तेमाल कर रहे हैं उसको समझना चाहिए कि दलित की शब्दों की जो राजनीति कर रहे हैं वो क्या है। वो क्या इसकी पूरी स्थिति को खत्म करने की तरफ ले जा रहे हैं, या इसके जो मायने हैं उसको और रिड्यूस करेंगे, यानी और कम करते जाएंगे। ये मुझे लगता है कि हम लोगों को इस पर थोड़ा सा विचार करना चाहिए। पंजाब में देखिए सीएम बने हैं, पंजाब में सीएम बने हैं, बहुत अच्छी बात है। हम लड़ाई यही है, लड़ाई यही है। बाबू जगजीवन राम ने कहा कि मुझे प्राइम मिनिस्टर इसलिए नहीं बनाया गया क्योंकि मैं दलित हूं, और ये सही बात है। ये सही बात थी उस समय की, बाबू जगजीवन राम ने जब कहा। एक चीफ मिनिस्टर का होना किसी राज्य में, ये सोचिए भारतीय समाज में कितनी जड़ता है, कितनी हम भेदभाव दिमाग में हमारे भरे पड़े हैं कि हम किसी भी दलित को, पंजाब जैसे देश में जिसमें देश में सबसे ज्यादा दलित जहां की आबादी रहती है, उस राज्य का मुख्यमंत्री कोई आज तक दलित नहीं हुआ। दलित का मतलब हुआ अनुसूचित जाति का नहीं हुआ। क्यों नहीं हुआ? बड़ा सवाल है कि सबसे बड़ी संख्या के बावजूद नहीं हुआ। क्यों नहीं हुआ? होना चाहिए था। तो आप अगर केवल आप दलित को एक कार्ड की तरह इस्तेमाल करेंगे, उस संख्या के तौर पर भी, और आप वोट के तौर पर भी, और शब्द के तौर पर भी, तो फिर तो बहुत गंभीर बात है भाई। तो मैं ये कह रहा हूं कि इसमें कोई नहीं है कि जो अभी एक चीफ मिनिस्टर जो बने हैं भारत में एक राज्य के, ये एक बड़ी घटना है, और इस घटना को मैं ये समझता हूं कि इसका स्वागत किया जाना चाहिए। पहले आपकी जो कंडीशनिंग है उस पर हैमर होना चाहिए। कंडीशनिंग को आप अपने न्यूट्रलाइज कीजिए, आप उसको ठीक कीजिए, फिर उसके बाद अब उनके कार्यक्रमों पे बात कीजिए, उनकी नीतियों पर बात कीजिए कि वास्तव में वो दलित पूरी जो स्थितियां हैं उसका प्रतिनिधित्व करते हैं कि नहीं, उसको रिप्रेजेंट कर रहे हैं कि नहीं, केवल वो सिंबॉलिक है। तब हमारी स्क्रूटनी शुरू होती है और विश्लेषण हमारा शुरू होगा। अगर वो केवल नाम के हैं, नाम के हैं केवल, जैसे बहुत सारे बीजेपी के लोग अंबेडकर की मूर्तियां खूब बनाते हैं, पूजा करेंगे, है, यानी अंबेडकर देवता के रूप में कन्वर्ट हो जाए, इसमें उनको सुविधा होती है। लेकिन डॉक्टर अंबेडकर के जो प्रोग्राम है समाज को बदलने के, उसकी बात अगर आप करेंगे तो फिर आपसे तो खराब आदमी कोई है ही नहीं। बाबरी मस्जिद को गिराने के लिए आपने चुनाव किया 6 दिसंबर, क्योंकि उस दिन बाबा साहब का परिनिर्वाण दिवस मनाया जाता है। ये बहुत बड़ी महीनी, बहुत वायरस की तरह ये लड़ाई होती है, वायरस की तरह ये लड़ाई, ये लोग वर्चस्व को बनाए रखने की जो लड़ाई होती है वो वायरस की तरह काम करती है। तो मैं ये कह रहा हूँ कि पंजाब में जो आज स्थितियाँ हैं उसमें स्वागत किया जाना चाहिए, और ये बात जोर दे के कही जानी चाहिए कि आप पंजाब में जो हालात हैं यहाँ के दलितों के, यहाँ के खेत मजदूरों के, किसानों के, उनको खास तौर से, अभी मुझे एक दलित परिवार मिले थे एक कार्यक्रम में, जो 60-70 साल से एक ज़मीन पर ज़मीन को उन्होंने आबाद किया, और आबाद ही नहीं किया, वो जंगल झाड़ था, उसको आबाद किया, उसको ठीक किया, और अभी आके इंडस्ट्रियलिस्ट जो हैं राजनीतिज्ञों के साथ मिल के साठ-गांठ करके उसको उन्होंने बेदखल करने की पूरी साजिश कर दिया। 32 साल हो गए उनको केस लड़ते हुए। तो आप यही इसी राहों की ही के आसपास की ही बात है, ये घटना है। तो मैं आपसे ये कह रहा हूँ कि हमें दलित शब्द से परेशान नहीं होना चाहिए। अल्टीमेटली हमारा गोल मानवतावादी की तरफ जाने की है, और मानवतावाद संविधान, जैसा कि मैंने आपको कहा, हमको वहीं गोल जाना है, वहीं पहुंचना है। लेकिन आपको इसके लिए एक रास्ता बनाना पड़ेगा।
आपको रास्ता जब नहीं तैयार करेंगे तो मुझे नहीं लगता है कि आप अचानक से मानवतावादी हो जाएंगे। मानवतावादी बनाने का एक पूरा एक डिस्कोर्स खड़ा करना पड़ेगा। और मुझे लगता है कि जो हालात अभी हैं, जो लोग लगे हुए हैं, ख़ासतौर से हम जो पंजाब में आते हैं, बहुत सारे लोग, ब्रिजेंद्र जी को जैसे मैं देखता हूँ, या अपने गगनवीर को जैसे मैं देखता, ये लोग जो लगे हुए हैं इस तरह से, वो क्या किस काम के लिए लगे हुए हैं? इनका क्या सरोकार है? इनका सरोकार यही है कि हम इस राह पर बढ़ते रहें, आसपास ये माहौल बनाए, ऐसा मुझे लगता है। ਅਨਿਲ ਚਮੜੀਆ ਜੀ, ਜਿਹੜੀਆਂ ਗੱਲਾਂ ਦੇ ਨਾਲ ਸਾਨੂੰ ਮੁਖਾਤਿਬ ਹੋ ਰਹੇ ਹੋ, ਸੋਚਣੀਆਂ ਸਮਝਣੀਆਂ ਤਾਂ ਜ਼ਰੂਰੀ ਨੇ, ਪਰ ਇਸ ਦੇ ਵਿੱਚ ਸਭ ਤੋਂ ਜ਼ਰੂਰੀ ਗੱਲ ਹੈ ਕਿ ਜਦੋਂ ਅਸੀਂ ਕਨਸਟੀਟਿਊਸ਼ਨ ਦੀ ਗੱਲ ਕਰਦੇ ਹਾਂ ਤੇ ਵੀ ਦਾ ਪੀਪਲ, ਉਸ ਗੱਲ ਦਾ ਅਰਥ, ਉਸ ਗੱਲ ਦੇ ਮਾਇਨੇ ਬਦਲ ਦਿੱਤੇ ਜਾਂਦੇ ਨੇ। ਇਸ ਦੌਰ ਦੀ ਬਾਰੀਕੀਆਂ ਨੂੰ ਜਾਰਜ ਔਰਵੈਲ ਆਪਣੇ ਢੰਗ ਦੇ ਨਾਲ ਬਿਆਨ ਕਰਦੇ ਆਏ ਨੇ। ਉਹਨਾਂ ਦਾ ਐਨੀਮਲ ਫਾਰਮ ਸਭ ਨੇ ਪੜ੍ਹਿਆ ਹੋਏਗਾ, ਜਿਸ ਦੇ ਵਿੱਚ ਉਹ ਕਹਿੰਦੇ ਨੇ ਕਿ ਜਿਸ ਦਿਨ ਸਾਰੇ ਜਾਨਵਰ ਬਗਾਵਤ ਕਰਕੇ ਇੱਕ ਅਜਿਹੀ ਸੱਤਾ ਕਾਇਮ ਕਰਦੇ ਨੇ ਜਿਸ ਦੇ ਵਿੱਚ ਉਹ ਕਹਿੰਦੇ ਨੇ ਕਿ ਸਾਰੇ ਜਾਨਵਰ ਬਰਾਬਰ ਨੇ, ਹੌਲੀ ਹੌਲੀ ਉਸ ਦੇ ਵਿੱਚ ਵਿਗਾੜ ਆਉਂਦਾ ਆ। ਅਤੇ ਜਦੋਂ ਦੁਬਾਰਾ ਕਨਸਟੀਟਿਊਸ਼ਨ ਚੈੱਕ ਕੀਤਾ ਜਾਂਦਾ ਜਾਨਵਰਾਂ ਦਾ, ਤਾਂ ਉਸ ਦੇ ਵਿੱਚ ਲਿਖਿਆ ਹੁੰਦਾ ਕਿ ਸਾਰੇ ਜਾਨਵਰ ਬਰਾਬਰ ਨੇ। ਉਸ ਦੇ ਅੱਗੇ ਅਗਲੀ ਲਾਈਨ ਹੁੰਦੀ ਹੈ, ਪਰ ਕੁਝ ਜਾਨਵਰ ਉਹਨਾਂ ਨਾਲੋਂ ਜ਼ਿਆਦਾ ਬਰਾਬਰ ਨੇ। ਸੋ ਇਸ ਤਰ੍ਹਾਂ ਇੱਕ ਤੋੜ ਮਰੋੜ ਵੀ ਕੀਤਾ ਜਾਂਦਾ ਹੈ। ਸ਼ਬਦ ਸਮੇਂ ਦੇ ਨਾਲ ਬੇਮਾਇਨੇ ਹੋ ਜਾਂਦੇ ਨੇ। ਅਸੀਂ ਇਹ ਇਕੱਲਾ ਨਿੱਕੀ ਤੋਂ ਨਿੱਕੀ ਇਕਾਈ ਤੋਂ ਲੈ ਕੇ ਵੱਡੀ ਤੋਂ ਵੱਡੀ ਇਕਾਈ ਤੱਕ ਜੱਦੋਜਹਿਦ ਹੈ। ਇਹਦੀ ਸਿਆਸਤ ਦੇ ਅੰਦਰ ਜੱਦੋਜਹਿਦ ਹੈ, ਇਹਦੀ ਸਮਾਜ ਦੇ ਅੰਦਰ ਜੱਦੋਜਹਿਦ ਹੈ। ਸ਼ੁੱਧ ਵੈਸ਼ਨੂ ਢਾਬਾ, ਮਹਾਨ ਕੀਰਤਨ ਦਰਬਾਰ, ਅਜਿਹੀਆਂ ਬਹੁਤ ਸਾਰੀਆਂ ਮਿਸਾਲਾਂ ਨੇ। ਉਦਾਰ ਬੰਦ ਹੈ, ਕਲੀਅਰ ਕੱਟ ਹੈ ਕਿ ਉਦਾਰ ਬੰਦ ਹੈ, ਪਰ ਉਦਾਰ ਬਿਲਕੁਲ ਬੰਦ ਹੈ। ਇਸੇ ਤਰ੍ਹਾਂ ਬਹੁਤ ਸਾਰੇ ਸ਼ਬਦ ਹੈ। ਅਸੀਂ ਪੰਜਾਬੀ ਦੇ ਸ਼ਬਦ, ਸਾਡੀ ਆਪਣੀ ਮਾਂ ਬੋਲੀ ਦੇ ਸ਼ਬਦ, ਜਿਨ੍ਹਾਂ ਦੇ ਪ੍ਰਤੀ ਸਾਡੀ ਹੀਨਤਾ ਵੱਧ ਜਾਂਦੀ ਹੈ। ਸਾਨੂੰ ਇੱਕ ਅੰਗਰੇਜ਼ੀ ਦਾ ਸ਼ਬਦ ਉਸੇ ਅਰਥ ਦਾ ਸਾਨੂੰ ਸਨਮਾਨਜਨਕ ਲੱਗਣ ਲੱਗ ਜਾਂਦਾ, ਅਤੇ ਉਸੇ ਅਰਥ ਦਾ ਸਾਡਾ ਆਪਣਾ ਪੰਜਾਬੀ ਮਾਂ ਬੋਲੀ ਦਾ ਸ਼ਬਦ ਸਾਨੂੰ ਇੰਝ ਲੱਗਦਾ ਕਿ ਇਹ ਖੁੱਲ੍ਹੇ ਦੇ ਵਿੱਚ ਸਾਰਿਆਂ ਦੇ ਸਾਹਮਣੇ ਬੋਲਣ ਵਾਲਾ ਨਹੀਂ। ਇਸ ਤਰ੍ਹਾਂ ਦੇ ਵਰਤਾਰਿਆਂ ਦੇ ਅੰਦਰ ਬਹੁਤ ਸਾਰੀਆਂ ਚੀਜ਼ਾਂ ਡੀਸੈਂਟਰਲਾਈਜ਼ ਹੋ ਰਹੀਆਂ ਨੇ, ਇੱਕ ਅਕਹਿਰਾਪਨ ਵੱਧਦਾ ਜਾ ਰਿਹਾ। ਜਿਸ ਤਰ੍ਹਾਂ ਉਦਾਹਰਨ ਦੇ ਤੌਰ 'ਤੇ ਬਾਬੂ ਕਾਸ਼ੀ ਰਾਮ ਦੀ ਗੱਲ ਕਰਦੇ ਹਾਂ, ਅਤੇ ਬਾਬੂ ਕਾਸ਼ੀ ਰਾਮ ਦੀ ਜੋ ਦਲਿਤ ਚੇਤਨਾ ਸੀ, ਉਸ ਦੇ ਅੰਦਰ ਤਾਂ ਸਮਾਜ ਦੀ ਗੱਲ ਸੀ। ਬਾਬਾ ਸਾਹਿਬ ਅੰਬੇਦਕਰ ਦੀ ਪੂਰੀ ਉਸ ਫਿਲਾਸਫੀ ਦੇ ਅੰਦਰ ਸਮਾਜ ਦੀ ਗੱਲ ਸੀ, ਪਰ ਅਸੀਂ ਉਹਨਾਂ ਨੂੰ ਵੀ ਇੰਨਾ ਸੈਂਟਰਲਾਈਜ਼ ਕਰ ਦਿੱਤਾ, ਨਿਚੋੜ ਦਿੱਤਾ ਕਿ ਅਸੀਂ ਕਹਿ ਦਿੱਤਾ ਕਿ ਇੱਕ ਖਾਸ ਤਬਕੇ ਦੇ ਲੀਡਰ ਆ। ਮੈਨੂੰ ਲੱਗਦਾ ਕਿ ਅਸੀਂ ਲੀਡਰ ਦੀ ਮੌਤ ਉਸੇ ਦਿਨ ਹੀ ਤੈਅ ਕਰ ਦਿੱਤੀ। ਸੋ ਇਹ ਸਾਰੀਆਂ ਚੀਜ਼ਾਂ ਦੇ ਅੰਦਰ ਪੰਜਾਬ ਦੇ ਅੰਦਰ ਬਹੁਤ ਸਾਰੀ ਇਹਨਾਂ ਦਿਨਾਂ ਦੇ ਅੰਦਰ ਚਰਚਾ ਹੋਈ ਹੈ। ਚੰਗੀ ਗੱਲ ਹੈ, ਚਰਨਜੀਤ ਸਿੰਘ ਚੰਨੀ ਹੋਣਾ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਚਰਚਾ ਹੋਈ। ਉਹਨਾਂ ਨੇ ਬਹੁਤ ਸਾਰੇ ਰੂਪਕ ਸਾਡੇ ਸਾਹਮਣੇ ਬੜੇ ਸਕਾਰਾਤਮਕ ਰੂਪ ਦੇ ਵਿੱਚ ਪੇਸ਼ ਕੀਤੇ ਨੇ, ਪਰ ਇਹ ਸਾਰੀਆਂ ਗੱਲਾਂ ਦੇ ਰੂਬਰੂ ਹੁੰਦੇ ਹੋਏ ਤੁਸੀਂ ਚੀਜ਼ਾਂ ਨੂੰ ਕਿੱਥੇ ਵੇਖ ਰਹੇ ਹੋ? ਕਨਸਟੀਟਿਊਸ਼ਨ ਦੇ ਉਹਨਾਂ ਸ਼ਬਦਾਂ ਦੇ ਅਰਥ ਬਦਲ ਦਿੱਤੇ ਗਏ ਨੇ, ਆਪਣੀ ਜ਼ੁਬਾਨ ਦੇ ਅੰਦਰ ਅਰਥ ਬਦਲ ਜਾਂਦੇ ਨੇ, ਆਗੂ ਦੀ ਆਪਣੀ ਤਰ੍ਹਾਂ ਦੀ ਇੱਕ ਕਿਰਦਾਰਕੁਸ਼ੀ ਹੋ ਜਾਂਦੀ ਹੈ, ਜਾਂ ਉਸ ਦਾ ਫੇਰ ਬਦਲ ਕਰ ਦਿੱਤਾ ਜਾਂਦਾ ਹੈ। ਇਹ ਸਾਰੀ ਰੂਪ ਰੇਖਾ ਦੇ ਅੰਦਰ ਫਿਰ ਸਮਾਜ ਦੀ ਉਹ ਤਹਈਆ, ਜਿਸ ਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਇੱਕ ਜੱਦੋਜਹਿਦ ਹੋਣੀ ਚਾਹੀਦੀ ਹੈ ਕਿ ਮਾਨਵਤਾਵਾਦੀ ਅਪਰੋਚ ਆਵੇ। ਪੰਜਾਬ ਤਾਂ 1947 'ਚ ਦੇਸ਼ ਆਜ਼ਾਦ ਹੁੰਦਾ ਹੈ, 1950 'ਚ ਕਨਸਟੀਟਿਊਸ਼ਨ ਹੈ, ਪਰ ਇਸ ਤੋਂ ਪਹਿਲਾਂ ਦੀਆਂ ਸਾਡੇ ਕੋਲ ਚੀਜ਼ਾਂ ਨੇ। ਜੋ ਮੈਂ ਸ਼ੁਰੂਆਤ ਕੀਤੀ ਗੁਰੂ ਅਰਜਨ ਪਾਤਸ਼ਾਹ ਦੀ, ਜੋ ਸਾਡੇ ਕੋਲ ਕਬੀਰ ਦੀਆਂ ਗੱਲਾਂ ਨੇ, ਸਾਡੇ ਕੋਲ ਬਾਬਾ ਫਰੀਦ ਦੀਆਂ ਗੱਲਾਂ ਨੇ, ਅਤੇ ਉਹਨਾਂ ਗੱਲਾਂ ਦੇ ਮਾਇਨੇ ਸਮਝਣ ਦੇ ਲਈ ਸਾਨੂੰ ਦੁਬਾਰਾ ਕਾਨੂੰਨ ਅਪਰੋਚ 'ਤੇ ਪਹੁੰਚਣਾ ਪੈ ਰਿਹਾ। ਜਿਹੜੀਆਂ ਸੁਭਾਵਿਕ ਗੱਲਾਂ ਸਾਨੂੰ ਉਸ ਤਰ੍ਹਾਂ ਨਹੀਂ ਆ ਰਹੀਆਂ। ਇਹ ਸਾਰੇ ਦੇ ਵਿੱਚ ਤੁਹਾਡਾ ਨਜ਼ਰੀਆ ਕੀ ਹੈ? ਹਰਪ੍ਰੀਤ ਜੀ, ਜਦੋਂ ਚਾਮੜੀਆ ਸਾਹਿਬ ਗੱਲ ਕਰ ਰਹੇ ਸੀ ਨਾ, ਮੈਂ ਬਹੁਤ ਧਿਆਨ ਨਾਲ ਦੇਖ ਰਿਹਾ ਸੀਗਾ, ਅਤੇ ਇਹਨਾਂ ਦੀਆਂ ਗੱਲਾਂ ਨਾਲ ਮੈਂ ਸਹਿਮਤ ਵੀ ਹਾਂ, ਅਤੇ ਕੁਛ ਜਗ੍ਹਾ ਮੈਨੂੰ ਲੱਗਦਾ ਕਿ ਮੇਰਾ ਨਜ਼ਰੀਆ ਵੱਖ ਵੀ ਹੋ ਸਕਦਾ ਹੈ। ਜਿਵੇਂ ਕਿ ਮੈਨੂੰ ਲੱਗਦਾ ਹੈ ਕਿ ਕੁਛ ਸ਼ਬਦਾਂ ਦੇ ਸ਼ਬਦ ਹੋਣ ਨਾਲੋਂ ਉਹਦੀ ਇੰਟਰਪ੍ਰੀਟੇਸ਼ਨ ਜ਼ਿਆਦਾ ਮਾਇਨੇ ਰੱਖਦੀ ਹੈ। ਉਹਦੀ ਇੰਟਰਪ੍ਰੀਟੇਸ਼ਨ ਕਿਸ ਕੰਟੈਕਸਟ ਤੋਂ ਦਿੱਤੀ ਗਈ ਹੈ, ਇਹ ਦੇਖਣ ਵਾਲੀ ਹੁੰਦੀ ਹੈ। ਹੁਣ ਜਿਵੇਂ ਮੈਨੂੰ ਲੱਗਦਾ ਹੈ ਵੀ ਮੈਨੂੰ ਕੋਈ ਕਦੀ ਵੀ ਦਲਿਤ ਮੁੱਖ ਮੰਤਰੀ ਜਾਂ ਕਿਸੇ ਉੱਚੇ ਅਹੁਦੇ 'ਤੇ ਦਲਿਤ ਐਜ਼ ਏ ਮਤਲਬ ਜਿਹੜੀ ਇੱਕ ਉਸ ਕਮਿਊਨਿਟੀ ਤੋਂ ਬੰਦਾ ਆਉਂਦਾ ਜਾਂ ਸਮਾਜ ਦੇ ਉਸ ਹਿੱਸੇ ਤੋਂ ਆਉਂਦਾ ਹੈ, ਉਹਦੇ ਤੋਂ ਕਦੀ ਦਿੱਕਤ ਨਹੀਂ ਆਉਂਦੀ। ਪਰ ਜਦ ਮੈਂ ਇਹ ਦੇਖਦਾ ਕਿ ਉਸ ਦਲਿਤ ਦਾ ਕੰਟੈਕਸਟ ਜਿਵੇਂ ਕਿ ਮਹਾਤਮਾ ਗਾਂਧੀ ਨੇ ਵਰਤਿਆ, ਹਾਲਾਂਕਿ ਮੈਨੂੰ ਲੱਗਦਾ ਹੈ ਕਿ ਜਦ ਬਾਬਾ ਸਾਹਿਬ ਅੰਬੇਦਕਰ
ਉਸ ਦਲਿਤ ਦੀ ਵਿਆਖਿਆ ਨੂੰ ਦੇਖਦੇ ਆ ਜਾਂ ਹਰੀਜਨ ਦੀ ਜਾਂ ਦਲਿਤ ਦੀ, ਤਾਂ ਉਹ ਮਹਾਤਮਾ ਗਾਂਧੀ ਤੋਂ ਅਸਹਿਮਤ ਸੀਗੇ। ਉਹਨਾਂ ਨੂੰ ਲੱਗਦਾ ਸੀ ਕਿ ਅਸੀਂ ਵਿਚਾਰੇ ਨਹੀਂ ਆ ਤੇ ਨਾ ਹੀ ਸਾਨੂੰ ਤੁਹਾਡੀ ਦਇਆ ਦੀ ਲੋੜ ਹੈ, ਸਾਨੂੰ ਤਾਂ ਬਰਾਬਰੀ ਦੀ ਲੋੜ ਹੈ। ਸੋ ਇਸੀ ਕੰਟੈਕਸਟ 'ਚੋਂ ਮੈਂ ਗੱਲ ਕਰਨਾ ਚਾਹਾਂਗਾ ਕਿ ਜਦੋਂ ਸ਼ਬਦਾਂ ਦੇ ਮਾਇਨੇ ਤੇ ਉਹਦੀ ਇੰਟਰਪ੍ਰੀਟੇਸ਼ਨ ਵੱਲ ਧਿਆਨ ਦੇਣ ਦੀ ਲੋੜ ਜ਼ਿਆਦਾ ਪੈਂਦੀ ਹੈ। ਹੁਣ ਆਪਾਂ ਗੱਲ ਕਰ ਰਹੇ ਸੀਗੇ ਵੀ ਰਾਜਨੀਤੀ ਕਿੱਥੇ ਜਾਂਦੀ ਹੈ ਜਾਂ ਮਾਇਨੇ ਬਦਲ ਜਾਂਦੇ ਹੈ। ਮਤਲਬ ਵਿਦਿਨ ਬਹੁਜਨ ਸਮਾਜ ਦੇ ਵਿੱਚ ਹੀ, ਮਤਲਬ ਆਪਾਂ ਦੇਖਦੇ ਹਾਂ ਵੀ ਸ਼ੂਦਰ ਜਾਂ ਅਛੂਤ ਇੱਕ ਪ੍ਰਯੋਗਸ਼ਾਲਾ ਜੀ ਬਣੀ ਹੈ ਇੱਥੇ 60-70 ਸਾਲ ਤੋਂ। ਈਵਨ ਮੈਨੂੰ ਲੱਗਦਾ ਕਿ 1930 ਤੋਂ ਬਾਅਦ ਦੀ ਜਿਹੜੀ ਇੱਕ ਨੈਸ਼ਨਲਿਸਟ ਪੋਲੀਟਿਕਸ ਆਈ ਹੈ ਇੰਡੀਆ ਦੇ ਵਿੱਚ, 1931 ਤੋਂ ਬਾਅਦ ਮਤਲਬ ਕਾਫੀ ਜਿੰਨਿਆਂ ਨੂੰ ਇਹ ਕਹਿ ਦਿੱਤਾ ਗਿਆ ਕਿ ਤੁਸੀਂ ਹਿੰਦੂ ਹੋ। ਹਾਲਾਂਕਿ ਉਸ ਤੋਂ ਪਹਿਲੇ ਜਿੰਨੇ ਮਰਦਮਸ਼ੁਮਾਰੀ ਹੁੰਦੀ ਰਹੀ ਆ ਉਹਦੇ ਵਿੱਚ ਹਿੰਦੂ ਬਹੁਤ ਘੱਟ ਸੀ। ਸਮਾਜ ਦਾ 10 ਤੋਂ 12% ਹਿੱਸੇ ਨੂੰ ਹਿੰਦੂ ਮੰਨਿਆ ਗਿਆ ਸੀਗਾ। ਉਦੋਂ ਤੋਂ ਹੀ ਉਹ ਦੇਖਿਆ ਕਿ ਉਹ ਜਿਹੜਾ ਮੈਜੋਰਟੀ ਸੀ ਨਾ, ਬਹੁਜਨ ਦਾ ਇੱਕ ਹਿੱਸਾ ਸੀਗਾ, ਉਹਨੂੰ ਵਰਤਿਆ ਕਿੱਥੇ ਜਾਣ ਲੱਗਿਆ ਵੀ ਉਹਦੀ ਇੱਕ ਆਰਟੀਫਿਸ਼ਲੀ ਅਪਗ੍ਰੇਡੇਸ਼ਨ ਕਰਤੀ। ਤੁਸੀਂ ਇਹ ਦੇਖ ਲੈਣਾ ਉਹਦੇ ਵਿੱਚੋਂ, ਹੁਣ ਯੂਪੀ ਦੀ ਪੋਲੀਟਿਕਸ 'ਚ ਦੇਖ ਲੈਣਾ ਜਾਂ ਨਵੀਂ ਪੋਲੀਟਿਕਸ ਦੇ ਵਿੱਚੋਂ ਇੱਕ ਜਿਹੜਾ OBC ਦੀ ਪੋਲੀਟਿਕਸ ਦੇ ਵਿੱਚੋਂ ਇੱਕ ਨਵਾਂ ਉਹਨਾਂ ਨੇ ਵਰਨ ਆਸ਼ਰਮ ਦੇ ਵਿੱਚ ਨਵਾਂ ਛਤਰੀਏ ਪੈਦਾ ਕਰਤਾ ਹੈ। ਉਹਦੇ ਵਿੱਚੋਂ ਜਾਟਾਂ ਦਾ ਦਰਜਾ ਹੋ ਗਿਆ ਜਾਂ ਕੁਰਮੀਆਂ ਦਾ ਦਰਜਾ ਹੋ ਗਿਆ ਜਾਂ ਯਾਦਵਾਂ ਦਾ ਦਰਜਾ ਹੋ ਗਿਆ ਵੀ ਤੁਸੀਂ ਤਾਂ ਸਮਾਜ 'ਚ ਤੁਸੀਂ ਤਾਂ ਥੋੜ੍ਹੇ ਉੱਚੇ ਹੈ। ਅਤੇ ਉਹ ਜਿਹੜਾ ਉੱਚਾਪਣ ਹੈ ਉਹਨਾਂ ਦਾ, ਜਦੋਂ ਉਹਨਾਂ ਨੂੰ ਮਹਿਸੂਸ ਕਰਵਾ ਕੇ ਉਹ ਵਰਤਿਆ ਕਿੱਥੇ ਜਾ ਰਿਹਾ, ਉਹ ਕਿਤੇ ਦਲਿਤ ਦੇ ਖਿਲਾਫ ਵਰਤਿਆ ਜਾ ਰਿਹਾ। ਮੈਨੂੰ ਹੈਰਾਨਗੀ ਹੋਈ, ਮੈਂ ਦਿੱਲੀ ਸੀਗਾ ਅਤੇ ਇੱਦਾਂ ਘੁੰਮਦਾ ਫਿਰਦਾ ਸੀਗਾ 84 'ਤੇ ਮੈਂ ਲੋਕਾਂ ਨਾਲ ਗੱਲ ਕਰ ਰਿਹਾ ਸੀ, ਤਾਂ ਲੋਕ ਕਹਿੰਦੇ ਕੀ ਹੈ ਵੀ ਜਿਹੜਾ 84 ਹੈ, 84 ਦਾ ਸਿੱਖਾਂ ਦਾ ਕਤਲੇਆਮ ਵੀ ਹਿੰਦੂਆਂ ਨੇ ਥੋੜ੍ਹਾ ਕੀਤਾ। ਮਤਲਬ ਮੈਨੂੰ ਬਹੁਤ ਹੈਰਾਨਗੀ ਹੋਈ ਯਾਰ, ਵੀ ਜਦੋਂ ਮਰਵਾਣੇ ਸੀ ਅਤੇ ਉਦੋਂ ਉਹਨਾਂ ਨੂੰ ਉਹ ਕੀਤਾ ਗਿਆ ਵੀ ਤੁਹਾਡੀ ਮਾਤਾ ਮਾਰ ਦਿੱਤੀ ਗਈ, ਵੀ ਸਾਰੇ ਹਿੰਦੂਆਂ ਨੇ ਉਹ ਕਰਕੇ ਉਹਨਾਂ ਨੂੰ ਮਾਰਿਆ ਗਿਆ। ਅਤੇ ਜਦੋਂ ਬਲੇਮ ਸਿੱਟਣ ਦੀ ਵਾਰੀ ਆਈ ਤਾਂ ਉਹ ਉਹਨਾਂ ਦੀ ਉਹ ਜਾਤ ਦੀ ਆਈਡੈਂਟੀਟੀ ਉਹ ਚੱਕਤੀ ਵੀ ਇਹਨਾਂ ਲੋਕਾਂ ਨੇ ਮਾਰਿਆ। ਸੋ ਮਤਲਬ ਮੈਨੂੰ ਲੱਗਦਾ ਵੀ ਕਿਸੇ ਚੀਜ਼ ਦੀ ਇੰਟਰਪ੍ਰੀਟੇਸ਼ਨ ਸਮੇਂ-ਸਮੇਂ 'ਤੇ ਚੇਂਜ ਹੁੰਦੀ ਜਾਂਦੀ ਹੈ ਅਤੇ ਇਹ ਵਰਤਿਆ ਜਾਂਦਾ ਜਿਹੜੇ ਆ ਸਮਾਜ ਦੇ ਜਿਹੜੇ ਤਬਕੇ ਆ ਜਾਂ ਬਹੁਜਨ ਪੋਲੀਟਿਕਸ ਦੇ ਵਿੱਚ ਹੀ ਜਾਂ ਬਹੁਜਨ ਲੋਕਾਂ ਦੇ ਵਿੱਚ ਹੀ ਇੱਕ ਸਮਾਜਿਕ ਨਿਆਂ ਦੀ ਪੋਲੀਟਿਕਸ ਜਾਂ ਜਿਹੜੀ ਸੋਸ਼ਲ ਜਸਟਿਸ ਦੀ ਅਵਧਾਰਨਾ ਹੈ ਨਾ, ਉਹਨੂੰ ਕਮਜ਼ੋਰ ਕਰਨ ਲਈ ਵੀ ਇਹ ਲੋਕ ਲੜਦੇ ਰਹਿਣ, ਵੀ ਇਹਨਾਂ ਦੀ ਦਰਜਾਬੰਦੀ ਸਮੇਂ-ਸਮੇਂ 'ਤੇ ਇੱਦਾਂ ਘੱਟ ਵੱਧ ਕਰ ਦਿਓ ਕਿ ਆਪਸ 'ਚ ਹੀ ਇਹ ਲੜਦੇ ਰਹਿਣ ਅਤੇ ਆਪਸ 'ਚ ਹੀ ਮੁਕਾਬਲੇਬਾਜ਼ੀ 'ਚ ਫਸ ਜਾਣ ਅਤੇ ਜਿਹੜਾ ਤੁਹਾਨੂੰ ਲੜਾ ਰਿਹਾ, ਤੁਹਾਡੇ 'ਤੇ ਰਾਜ ਕਰ ਰਿਹਾ, ਉਹ ਦੂਰ ਬੈਠਾ ਰਿੰਗ ਮਾਸਟਰ ਬਣ ਕੇ ਤੁਹਾਡਾ ਤਮਾਸ਼ਾ ਦੇਖ ਰਿਹਾ। ਸੋ ਇਸ ਮਾਇਨੇ ਵਿੱਚ ਮੈਂ ਦੇਖਦਾ ਹਾਂ ਕਿ ਮੈਨੂੰ ਜਦ ਮੈਂ ਬਾਬੂ ਕਾਂਸ਼ੀ ਰਾਮ ਜੀ ਨੂੰ ਦੇਖਦਾ ਜਾਂ ਬਾਬਾ ਸਾਹਿਬ ਨੂੰ ਦੇਖਦਾ, ਮੈਂ ਮਤਲਬ ਇਤਿਹਾਸ ਨਾਲ ਥੋੜ੍ਹਾ ਮੇਰਾ ਜੁੜਾਵ ਹੋਣ ਕਰਕੇ ਜਾਂ ਸਮਾਜ ਸ਼ਾਸਤਰ ਨਾਲ ਜੁੜਾਵ ਹੋਣ ਕਰਕੇ ਮੈਂ ਦੇਖਦਾ ਵੀ ਇੱਕ ਜਿਹੜੀ ਲੋਕ ਧਾਰਾ ਦੇ ਵਿੱਚ ਜਾਂ ਜਿਹੜੀ ਲੋਕਾਂ ਦਾ ਹਿਸਟਰੀ ਹੈ, ਮਾਸਿਸ ਦੀ ਹਿਸਟਰੀ ਵਿੱਚ ਵੀ ਇਸ ਚੀਜ਼ ਦੇ ਖਿਲਾਫ ਬਗਾਵਤ ਤਾਂ ਭਗਵਾਨ ਬੁੱਧ ਤੋਂ ਪਹਿਲਾਂ ਦੀ ਚੱਲ ਰਹੀ ਹੈ। ਵੀ ਜੋ ਕਬੀਰ ਸਾਹਿਬ ਨੇ ਦਿੱਤਾ ਜਾਂ ਗੁਰੂ ਰਵਿਦਾਸ ਮਹਾਰਾਜ ਨੇ ਦਿੱਤਾ ਜਾਂ ਸਿੱਖ ਗੁਰੂਆਂ ਨੇ ਜੋ ਫਿਲੋਸਫੀ ਦਿੱਤੀ, ਉਹ ਸੋਸ਼ਲ ਜਸਟਿਸ ਦੀ ਪੋਲੀਟਿਕਸ ਸੀਗੀ। ਜੇ ਮੈਂ ਜਦੋਂ ਖਾਲਸਾ ਪੰਥ ਸਾਜਣ ਦੀ ਗੱਲ ਨੂੰ ਦੇਖਦਾ ਹੁੰਦਾ ਤਾਂ ਮੈਨੂੰ ਲੱਗਦਾ ਵੀ ਇਹ ਸਮਾਜ ਦੇ ਵਿੱਚ ਜਿਹੜੀ ਖਰੋਤ ਸੀ ਨਾ, ਉਹਦੇ ਸੋਸ਼ਲ ਜਸਟਿਸ ਤੋਂ ਰੋਕਣ ਵਾਲੀ ਇੱਕ ਐਸਟੈਬਲਿਸ਼ਮੈਂਟ ਦੀ, ਉਹਨੂੰ ਤੋੜਨ ਲਈ ਸਭ ਤੋਂ ਵੱਡੀ ਆਪਦੇ ਦੌਰ ਦਾ ਵੱਡਾ ਵਿਦਰੋਹ ਸੀ ਜਾਂ ਐਲਾਨ ਸੀਗਾ। ਵੀ ਉਸ ਚੀਜ਼ ਨੇ ਮਤਲਬ ਇੱਕ ਕੁਛ ਨਾ ਕੁਛ ਤਾਂ ਪੰਜਾਬ ਦੇ ਕਲਚਰ 'ਚ ਜਾਂ ਮਾਈਂਡ ਸੈੱਟ 'ਤੇ ਫਰਕ ਪਾਇਆ। ਵੀ ਸਾਡੇ ਵਿੱਚ ਇਹ ਹੋ ਸਕਦਾ ਵੀ ਇੱਥੇ ਵੀ ਸੱਤਾ ਦੇ ਵਿੱਚ ਜੇ ਮੁੱਖ ਮੰਤਰੀ ਨਹੀਂ ਬਣ ਪਾਇਆ ਕੋਈ, ਉਹ ਮੈਨੂੰ ਲੱਗਦਾ ਚਲੋ ਮਾੜੀ ਗੱਲ ਵੀ ਹੈ, ਜੇ ਬਣ ਗਿਆ ਤਾਂ ਚੰਗੀ ਗੱਲ ਹੈ, ਵੀ ਚੰਗੀ ਸ਼ੁਰੂਆਤ ਹੋ ਗਈ। ਪਰ ਇੱਕ ਧਾਰਮਿਕ ਤੌਰ 'ਤੇ ਸਮਾਜਿਕ ਤੌਰ 'ਤੇ ਇਹ ਵਰਜਨਾਵਾਂ ਟੁੱਟਦੀਆਂ ਗਈਆਂ ਵੀ ਸਾਡੇ ਜਥੇਦਾਰ ਅਕਾਲ ਤਖਤ ਦਾ ਉਹ ਕਦੀ ਕੋਈ ਨਹੀਂ ਪੁੱਛਦਾ ਵੀ ਉਹ ਦਲਿਤ ਹੈ ਜਾਂ ਕੀ ਹੈ, ਉਹਦੇ ਹੋਣ ਦੇ ਕੋਈ ਮਾਇਨੇ ਨਹੀਂ ਰੱਖਦੇ। ਮਤਲਬ ਇੱਕ ਸ਼ੰਕਰਾਚਾਰਿਆ ਦਲਿਤ ਹੋ ਸਕਦਾ ਜਾਂ ਨਹੀਂ ਹੋ ਸਕਦਾ, ਇੱਥੇ ਇਸ ਗੱਲ 'ਤੇ ਤਾਂ ਸਵਾਲ ਉੱਠ ਜਾਊਗਾ ਜਾਂ ਵਿਦਰੋਹ ਹੋ ਜਾਊਗਾ ਸੁਸਾਇਟੀ ਦੇ ਵਿੱਚ। ਹੁਣ ਜਿਵੇਂ ਕਿ ਯੂਪੀ ਦੇ ਵਿੱਚ ਹੀ ਚੱਲ ਰਿਹਾ ਵਿਦਿਨ ਬਹੁਜਨ ਪੋਲੀਟਿਕਸ ਦੇ ਵਿੱਚ ਹੀ, ਵੀ ਜੇ ਮੇਹਰ ਭੋਜ ਦਾ ਨਾਮ ਦਾ ਮਸਲਾ ਹੈ ਵੀ ਉਹ 'ਤੇ ਗੁੱਜਰ ਲਿਖ ਵੀ ਦਿੱਤਾ। ਹਾਲਾਂਕਿ ਸਾਨੂੰ ਨਹੀਂ ਪਤਾ ਵੀ 1200 ਸਾਲ ਪਹਿਲਾਂ ਵੀ ਜਾਤ ਸਟਰਕਚਰ ਇਸ ਤਰ੍ਹਾਂ ਦਾ ਸੀਗਾ ਜਾਂ ਨਹੀਂ ਸੀਗਾ, ਵੀ ਕਿਉਂਕਿ
ਕੁਝ ਇਹ ਵੀ ਦੇਖਦਾ ਕਿ ਸਮਾਜ ਦੇ ਵਿੱਚ ਜਿਵੇਂ ਜਿਵੇਂ ਜਾਤੀ ਤੋਂ ਬਾਹਰ ਵੀ ਵਿਆਹ ਹੁੰਦੇ ਗਏ ਕਮਜ਼ੋਰ ਵਰਗਾਂ ਦੇ ਵਿੱਚ, ਉਹ ਬੰਦੇ ਵਰਨ ਆਸ਼ਰਮ ਤੋਂ ਬਾਹਰ ਹੋ ਕੇ ਨਵੀਆਂ ਜਾਤੀਆਂ ਬਣਦੀਆਂ ਰਹੀਆਂ। ਮਤਲਬ ਜੇ ਗੁਰਜਰ ਦੇ ਤੌਰ ਤੇ ਆਈਡੈਂਟੀਟੀ ਮੇਹਰ ਭੋਜ ਦੀ ਬਣ ਵੀ ਗਈ ਤੇ ਜੇ ਹੋਊਗਾ ਵੀ ਉਹ, ਤਾਂ ਮਤਲਬ ਉਸ ਚੀਜ਼ ਤੇ ਸਵਾਲ ਕਰਤਾ ਨਹੀਂ ਜੀ ਤੁਹਾਡਾ ਤਾਂ ਹੋ ਹੀ ਨਹੀਂ ਸਕਦਾ। ਇਹ ਬਹੁਤ ਵੱਡੀ ਗੱਲ ਹੈ ਤੇ ਉਸ ਚੀਜ਼ ਤੋਂ ਸਾਨੂੰ ਦੇਖਣਾ ਚਾਹੀਦਾ ਵੀ ਜਦੋਂ ਹਰ ਦੌਰ ਦੇ ਵਿੱਚ ਜਿਹੜੇ ਹੈ ਵੀ ਸਮਾਜਿਕ ਨਿਆਂ ਦੀ ਰਾਜਨੀਤੀ 'ਚ ਜਾਂ ਸਮਾਜਿਕ ਨਿਆਂ ਦੇ ਦਾਇਰੇ ਵਿੱਚ ਬੰਦਿਆਂ ਨੂੰ ਤੋੜਨ ਲਈ ਜਿਹੜਾ ਮੈਕਨਿਜ਼ਮ ਹੈ ਉਹ ਕਿਸ ਤਰ੍ਹਾਂ ਕੰਮ ਕਰਦਾ ਤੇ ਕਿਸ ਤਰ੍ਹਾਂ ਸਮਾਜ ਨੂੰ ਵੰਡਿਆ ਜਾਂਦਾ ਹੈ। ਸੋ ਇਹ ਚੀਜ਼ਾਂ ਜਿਹੜੀ ਹਾਂ ਜੋ ਸੋਸ਼ਲ ਇੰਜੀਨੀਅਰਿੰਗ ਹੋ ਰਹੀ ਹੈ ਉਹ ਤੇ ਦੇਖਿਆ ਜਾ ਰਿਹਾ ਵੀ ਉਹ ਤਾਂ ਸਾਨੂੰ ਇੱਕ ਲੈਬੋਰਟਰੀ ਦੇ ਗਿਨੀ ਪਿਗ ਦੀ ਤਰ੍ਹਾਂ ਵਰਤਿਆ ਜਾਂਦਾ ਹੈ। ਕਦੀ ਸਾਡਾ ਦਾਇਰਾ ਵਧਾ ਦਿੱਤਾ ਜਾਂਦਾ, ਕਦੀ ਛੋਟਾ ਕਰ ਦਿੱਤਾ ਜਾਂਦਾ, ਕਦੀ ਅਸੀਂ ਛੂਤ ਬਣ ਜਾਂਦੇ ਹਾਂ, ਕਦੀ ਅਛੂਤ ਬਣ ਜਾਂਦੇ ਹਾਂ। ਤੇ ਮਤਲਬ ਕੰਪੀਟੀਸ਼ਨ ਵੀ ਸਾਡੇ 'ਚ ਆਪਸ 'ਚ ਹੀ ਰਹਿੰਦਾ ਤੇ ਉਸੇ ਕਰਕੇ ਮੈਨੂੰ ਲੱਗਦਾ ਵੀ ਜਿਹੜਾ ਅੱਜ ਤੱਕ ਜੇ ਇਸ ਮੁਲਕ ਦੇ ਵਿੱਚ 2-3% ਲੋਕ ਹੀ ਡੀਪ ਸਟੇਟ ਦਾ ਹਿੱਸਾ ਹਨ ਜਾਂ ਉੱਥੇ ਕਾਬਜ ਹਨ ਤੇ ਬਾਕੀ ਲੋਕ ਇਸ ਕਰਕੇ ਹੀ ਨਹੀਂ ਪੁੱਛ ਸਕੇ ਕਿ ਉਸ ਤਰ੍ਹਾਂ ਦੀ ਉਹਨਾਂ 'ਚ ਚੇਤਨਾ ਹੀ ਨਹੀਂ ਆਈ, ਉਹਨਾਂ ਨੇ ਉਸ ਦਾਇਰੇ ਤੋਂ ਸੋਚਣਾ ਹੀ ਨਹੀਂ ਸ਼ੁਰੂ ਕੀਤਾ। ਤੇ ਸਾਡਾ ਜਿਹੜਾ ਉਪਰਾਲਾ ਇਹੀ ਸੀਗਾ ਵੀ ਜਿਹੜੇ ਸਮਾਜ ਦੇ ਵਿੱਚ ਚਾਹੇ ਕਾਂਸ਼ੀ ਰਾਮ ਜੀ ਹੈ ਜਾਂ ਉਹ ਹੈ ਵੀ ਉਹ ਸਾਡੇ ਹੀ ਹੈ, ਸਾਡੇ ਤੋਂ ਬਾਹਰ ਨਹੀਂ ਹੈ। ਚਾਹੇ ਸਰ ਛੋਟੂ ਰਾਮ ਹੈ, ਚਾਹੇ ਬੀਪੀ ਸਿੰਘ ਸੀ, ਇੱਕ ਰਾਜਾ ਸੀ, ਪਰ ਮੈਨੂੰ ਲੱਗਦਾ ਵੀ ਸੋਸ਼ਲ ਜਸਟਿਸ 'ਚ ਉਹਨਾਂ ਦਾ ਜੋ ਕੰਮ ਸੀ ਕਮਾਲ ਦਾ ਕੰਮ ਸੀਗਾ। ਉਹਨਾਂ ਨੇ SC ST ਐਕਟ ਬਣਾਇਆ ਤੇ ਮੰਡਲ ਕਮਿਸ਼ਨ ਲਾਗੂ ਕੀਤਾ। ਮੈਨੂੰ ਲੱਗਦਾ ਵੀ ਜੇ ਆਪਾਂ ਦੇਖਿਆ ਜਾਵੇ ਜਿਹੜਾ ਕੰਮ ਨਹਿਰੂ ਹੁਣੇ ਨਹੀਂ ਕਰ ਸਕੇ ਜਾਂ ਕੋਈ ਹੋਰ ਨਹੀਂ ਕਰ ਸਕੇ ਉਹ ਬੀਪੀ ਸਿੰਘ ਨੇ ਕਰਤਾ। ਤੇ ਦੂਸਰਾ ਇਹ ਹੈ ਵੀ ਇੱਕ ਦੌਰ ਦੇ ਵਿੱਚ ਹੁੰਦਾ ਵੀ ਇੱਕ ਲੀਡਰ ਬਣਾਉਣ ਦੀ ਗੱਲ ਉਹਦਾ ਵੀ ਇੱਕ ਦਾਇਰਾ ਛੱਡ ਦਿੱਤਾ ਜਾਂਦਾ। ਹੁਣ ਇੱਕ ਬੰਦਾ ਜਿਹੜਾ ਕਹਿੰਦਾ ਸੀਗਾ ਵੀ ਤੇਲੀ ਤੰਬੋਲੀ ਜਾਂ ਕਿਸਾਨ ਸੰਸਦ 'ਚ ਜਾ ਕੇ ਕੀ ਕਰੂਗਾ ਜਾਂ ਕੋਈ ਅਹੁਦਿਆਂ 'ਤੇ ਜਾ ਕੇ ਕੀ ਕਰੂਗਾ, ਉਹ ਬੰਦਾ ਤਾਂ ਨੈਸ਼ਨਲ ਲੀਡਰ ਦੇ ਤੌਰ 'ਤੇ ਇਸਟੈਬਲਿਸ਼ ਹੋ ਜਾਂਦਾ। ਜਿਹੜਾ ਬੰਦਾ ਸੋਸ਼ਲ ਜਸਟਿਸ ਦੀ ਗੱਲ ਕਰਦਾ ਹੈ ਉਹਨੂੰ ਕਦੀ ਜਾਟ ਲੀਡਰ ਬਣਾ ਦਿੰਦੇ ਹੈ, ਕਿਸੇ ਨੂੰ ਅਛੂਤ ਲੀਡਰ ਬਣਾ ਦਿੰਦੇ ਹੈ, ਕਿਸੇ ਨੂੰ ਯਾਦਵ ਲੀਡਰ ਬਣਾ ਦਿੰਦੇ ਹੈ। ਸੋ ਇਹ ਸਾਡਾ ਕ੍ਰਾਈਸਿਸ ਹੈ ਵੀ ਸਾਨੂੰ ਇਹਨਾਂ ਟੈਗ ਤੋਂ ਸਾਡੀ ਜਿਹੜੀ ਹੋਣੀ ਹੈ ਉਹ ਤੈਅ ਕਰਦੇ ਹੈ। ਉਹ ਸਾਡੀ ਕੀ ਸੋਚ ਹੋਣੀ ਚਾਹੀਦੀ ਹੈ ਉਹਦੀ ਵਿਆਖਿਆ ਉਹ ਤੈਅ ਕਰਦੇ ਆ। ਜਦ ਤੱਕ ਅਸੀਂ ਉਸ ਚੀਜ਼ ਨੂੰ ਚੈਲੰਜ ਨਹੀਂ ਕਰਾਂਗੇ, ਉਹਨਾਂ ਇੰਟਰਪ੍ਰੀਟੇਸ਼ਨਸ ਨੂੰ ਚੈਲੰਜ ਨਹੀਂ ਕਰਾਂਗੇ, ਮੈਨੂੰ ਲੱਗਦਾ ਵੀ ਅਸੀਂ ਸਮਾਜਿਕ ਇਨਸਾਫ ਦੇ ਜਿਹੜਾ ਅਚੀਵਮੈਂਟ ਹੈ ਜਾਂ ਜਿਹੜੇ ਉਚਾਈ ਹੈ ਉੱਥੇ ਨਹੀਂ ਪਹੁੰਚ ਸਕਦੇ ਜਦ ਤੱਕ ਇਹਨਾਂ ਚੀਜ਼ਾਂ ਨੂੰ ਅਸੀਂ ਐਡਰੈਸ ਨਹੀਂ ਕਰ ਸਕੀ। ਇਹ ਬੜੀ ਖੂਬਸੂਰਤ ਗੱਲ ਹੈ ਕਿ ਪੰਜਾਬ ਦੇ ਅੰਦਰ ਸੰਗਤ ਤੇ ਪੰਗਤ ਆਈ ਤੇ ਲੰਗਰ ਨੂੰ ਬਣਾਉਣ ਵਾਲਾ, ਲੰਗਰ ਨੂੰ ਖਾਣ ਵਾਲਾ ਤੇ ਲੰਗਰ ਨੂੰ ਵਰਤਾਉਣ ਵਾਲਾ। ਸਾਨੂੰ ਨਹੀਂ ਪਤਾ ਕਿ ਉਹਦਾ ਰੰਗ ਕੀ ਹੈ, ਉਹਦੀ ਜਾਤ ਕੀ ਹੈ, ਅਤੇ ਉਸ ਦੇ ਨਾਲ ਚੀਜ਼ਾਂ ਜਿਸ ਤਰ੍ਹਾਂ ਬਰਾਬਰ ਆਈਆਂ, ਮਾਨਵਤਾਵਾਦੀ ਪਹੁੰਚ ਤਾਂ ਉਹ ਸੀ। ਜਦੋਂ ਇਹ ਬੜੀ ਖੂਬਸੂਰਤ ਗੱਲ ਹੈ, ਸਾਡੇ ਮਿੱਤਰ ਨੇ ਉਹਨਾਂ ਨੇ ਮੈਨੂੰ ਕਦੀ ਇਹ ਕਿਹਾ ਸੀ ਕਿ ਮੈਂ ਇਹ ਚੀਜ਼ ਮਹਿਸੂਸ ਇੰਝ ਵੀ ਕਰਦਾ ਕਿ ਜਦੋਂ ਖਾਲਸੇ ਦੀ ਸਥਾਪਨਾ ਹੋਈ ਤੇ ਉਸ ਵਕਤ ਛਤਰੀ ਦਾ ਧਰਮ ਸੀ ਤਲਵਾਰ, ਤੇ ਗੁਰੂ ਸਾਹਿਬ ਨੇ ਤਲਵਾਰ ਨਿਮਾਣੇ ਲਤਾੜੇ ਲੋਕਾਂ ਦੇ ਹੱਥਾਂ 'ਚ ਫੜਾਈ ਅਤੇ ਫਿਰ ਜਿਸ ਤਰ੍ਹਾਂ ਅੰਮ੍ਰਿਤ ਦੀ ਪਹੁੰਚ ਉਹਨਾਂ ਤੱਕ ਬਖਸ਼ਿਸ਼ ਹੋਈ, ਉਹ ਆਪਣੇ ਆਪ ਦੇ ਵਿੱਚ ਬਰਾਬਰਤਾ ਦੀ ਉਹ ਨਿਸ਼ਾਨੀ ਸੀ ਜਿਸ ਦੇ ਵਿੱਚ ਉਹਨਾਂ ਨੂੰ ਕਿਹਾ ਕਿ ਹੁਣ ਤਲਵਾਰਾਂ ਤੇ ਹੱਥ ਤੁਹਾਡੇ ਹੋਣਗੇ, ਜ਼ੁਲਮ ਤੇ ਜ਼ਬਰ ਦੇ ਖਿਲਾਫ ਇਬਾਰਤਾਂ ਤੁਸੀਂ ਲਿਖੋਗੇ, ਅਤੇ ਉਹ ਜਿਹੜੀ ਯੋਧੇ ਵਾਲੀ ਪਛਾਣ ਸੀ ਉਹ ਵੀ ਨਾਲ ਦੀ ਨਾਲ ਦਿੱਤੀ ਗਈ। ਉਹ ਇੱਕ ਬਹੁਤ ਵੱਡਾ ਰੈਵੋਲੂਸ਼ਨਰੀ ਚੇਂਜ ਸੀ, ਬਦਲਾਅ ਸੀ। ਉਸ ਬਦਲਾਅ ਦੇ ਅੰਦਰ ਪੰਜਾਬ ਨੇ ਆਪਣੀਆਂ ਬਹੁਤ ਸਾਰੀਆਂ ਚੀਜ਼ਾਂ ਨੂੰ ਸੈਲੀਬ੍ਰੇਟ ਕੀਤਾ ਆ, ਉਹਨਾਂ ਨੂੰ ਮਨਾਇਆ ਆ, ਪਰ ਸਮੇਂ ਦੇ ਨਾਲ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਡੀਆਂ ਇਸ ਕਰਕੇ ਜੂਝਦੀਆਂ ਰਹਿੰਦੀਆਂ ਕਿਉਂਕਿ ਪੰਜਾਬ ਦੀ ਖੇਤਰੀ ਤਾਸੀਰ ਕੁਝ ਹੋਰ ਕਹਿ ਜਾਂਦੀ ਆ, ਪੰਜਾਬ ਤੋਂ ਬਾਹਰ ਵਾਲਿਆਂ ਦੀ ਖੇਤਰੀ ਤਾਸੀਰ ਉਹਨਾਂ ਮੁੱਦਿਆਂ ਤੇ ਕੁਝ ਹੋਰ ਤਰ੍ਹਾਂ ਦੀ ਹੁੰਦੀ ਆ। ਭਾਰਤ ਦੇ ਕਨਸਟੀਟਿਊਸ਼ਨ ਦੇ ਮੁਤਾਬਕ ਪਰਿਭਾਸ਼ਾ ਹੋਰ ਹੁੰਦੀ ਹੈ, ਉਸ ਕਨਸਟੀਟਿਊਸ਼ਨ ਦਾ ਜਦੋਂ ਜ਼ਮੀਨੀ ਪੱਧਰ ਤੇ ਆ ਕੇ ਪਹੁੰਚ ਹੁੰਦੀ ਹੈ ਤੇ ਉਹਦਾ ਕੁਝ ਹੋਰ ਹੋ ਜਾਂਦਾ ਆ। ਤੇ ਇਹ ਸਾਰੇ ਦੇ ਵਿੱਚ ਬਹੁਤ ਸਾਰੇ ਇਹ ਵੀ ਖੂਬਸੂਰਤ ਚੀਜ਼ਾਂ ਨੇ ਕਿ ਵਿਦੇਸ਼ਾਂ 'ਚ ਬੈਠੇ ਬਹੁਤ ਸਾਰੇ ਸੱਜਣਾਂ ਨੂੰ ਪੰਜਾਬ ਦਾ ਦਰਦ ਵਾਪਸ ਲੈ ਹੁੰਦਾ ਆ। ਇੱਕ ਪਾਸੇ ਸਾਡੀ ਚਿੰਤਾ ਆ ਕਿ ਆਈਲੈਟਸ ਕਰਕੇ ਬਾਹਰ ਜਾ ਰਹੇ ਨੇ, ਇੱਕ ਪਾਸੇ ਸਾਡੀ ਚਿੰਤਾ ਕਿ ਇੱਕ ਦਿਨ ਪੰਜਾਬ ਖਾਲੀ ਹੋ ਜਾਏਗਾ, ਇੱਕ ਪਾਸੇ ਸਾਡੀ ਚਿੰਤਾ ਹੈ ਕਿ ਲੁਧਿਆਣਾ ਦੇ ਅੰਦਰ ਯੂਪੀ ਦੇ ਲੋਕ ਆ ਰਹੇ ਨੇ ਤੇ ਕਿਸੇ ਦਿਨ ਪੰਜਾਬੀਅਤ ਦਾ ਕੀ ਹੋਏਗਾ। ਪਰ ਅਜਿਹੇ 'ਚ ਬਹੁਤ ਸਾਰੇ ਅਜਿਹੇ ਸੱਜਣ ਹੈ ਜਿਹੜੇ ਬਾਹਰ ਬੈਠੇ ਹੋਏ ਆਪਣਾ ਸਾਰਾ ਕੁਝ ਛੱਡ ਛਡਾ ਕੇ ਉੱਥੋਂ ਦੀ ਨਾਗਰਿਕਤਾ ਲੈ ਸਕਦੇ ਸੀ, ਨਾ ਲੈ ਕੇ ਇੱਥੇ ਹੁੰਦੇ ਨੇ। ਬਰਜਿੰਦਰ ਹੁਸੈਨਪੁਰੀ ਸਾਹਿਬ, ਤੁਹਾਡਾ ਇਸ
ਨੁਕਤੇ ਤੋਂ ਬਹੁਤ ਸਾਰੇ ਲੋਕ ਤੁਹਾਡੇ ਇਲਾਕੇ ਦੇ ਵਿੱਚ ਤੁਹਾਡੀ ਚਰਚਾ ਕਰਦੇ ਆ। ਥੋੜਾ ਜਿਹਾ ਇਹ ਜਾਣਨਾ ਚਾਹਾਂਗੇ ਕਿ ਪੰਜਾਬ ਦੇ ਅੰਦਰ ਇੰਨਾ ਸ਼ੋਰ ਸ਼ਰਾਬਾ ਆ, ਇਸ ਤਰ੍ਹਾਂ ਦਾ ਉਥਲ ਪੁਥਲ ਹੈ, ਉਸ ਦੇ ਵਿੱਚ ਬੰਦੇ ਸੋਚਦੇ ਆ ਕਿ ਕੀ ਪੁੱਛਦੇ ਹੋ ਹਾਲ ਪੰਜਾਬ ਦਾ, ਕੀ ਹੋਏਗਾ ਕੀ ਨਹੀਂ ਹੋਏਗਾ। ਬੇਉਮੀਦੀਆਂ ਵੀ ਨੇ, ਲਗਾਤਾਰ ਫਲਸਫਿਆਂ ਦੀ ਰੋਸ਼ਨੀ ਦੇ ਵਿੱਚ ਉਮੀਦਾਂ ਵੀ ਹੈਗੀਆਂ ਨੇ। ਤੁਹਾਡੇ ਦਿਲ 'ਚ ਕੀ ਆ ਗਿਆ ਕਿ ਤੁਸੀਂ ਸਾਰਾ ਕੁਝ ਛੱਡ ਛਡਾ ਕੇ ਇੱਥੇ ਆਏ? ਉਹ ਕਿਹੜੀ ਐਨਰਜੀ ਸੀ, ਊਰਜਾ ਸੀ, ਸਮਰੱਥਾ ਸੀ ਕਿ ਤੁਹਾਨੂੰ ਇੱਥੇ ਸੰਭਾਵਨਾਵਾਂ ਨਜ਼ਰ ਆਉਂਦੀਆਂ, ਤੇ ਉਹ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਦੇ ਉੱਤੇ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਤੇ ਕਿਉਂ ਜ਼ਰੂਰੀ ਹੈ? ਅਨਮਿਊਟ ਦੇ ਸਾਰੇ ਦਰਸ਼ਕਾਂ ਦਾ ਬਹੁਤ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੀ ਪੰਜਾਬ ਦੀ ਧਰਤੀ ਆ, ਇੱਥੇ ਆਮ ਆਪਾਂ ਕਹਿੰਦੇ ਵੀ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ। ਜਦੋਂ ਅਸੀਂ ਗਏ ਆ ਜਾਂ ਸਾਡੇ ਪਹਿਲੇ ਵਡੇਰੇ ਵੀ ਸਾਡੇ, ਕਿਉਂਕਿ ਦੁਆਬੇ ਵਿੱਚ ਜਦੋਂ ਪਾਕਿਸਤਾਨ ਪੰਜਾਬ ਸਾਡਾ ਵੰਡਿਆ ਗਿਆ ਤੇ ਇੱਥੇ ਜਦੋਂ ਅਸੀਂ ਵਸੇ ਆ ਕੇ, ਜ਼ਮੀਨਾਂ ਦੀ ਘਾਟ ਸੀ, ਸਭ ਤੋਂ ਪਹਿਲਾਂ ਲੋਕ ਇੰਗਲੈਂਡ ਜਾਣੇ ਸ਼ੁਰੂ ਹੋਏ। ਪਰ ਉਹਨਾਂ ਦੀ ਜਿਹੜੀ ਰੂਹ ਸੀ ਨਾ, ਜੜ ਸੀ, ਉਹ ਪੰਜਾਬ ਸੀ। ਪਰਿਵਾਰ ਨਹੀਂ ਸੀ ਨਾਲ ਲੈ ਕੇ ਜਾਂਦੇ ਪਹਿਲਾਂ ਉਹਨਾਂ ਨੂੰ ਆ ਕੇ ਵੀ ਘਰ ਅਸੀਂ ਆਪਣੇ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਲੈ ਕੇ ਜਾਣਾ, ਤੇ ਉਹਨੂੰ ਇਸ ਕਰਕੇ ਬਾਹਰ ਜਾਂਦੇ ਸੀ। ਉਹਨਾਂ ਦਾ ਮੇਨ ਉਦੇਸ਼ ਸੀ। ਅੱਜ ਕੀ ਹੋ ਗਿਆ ਕਿ ਇਹ ਜਿਹੜੀ ਸਾਡੀ ਗੁਰਾਂ ਦੀ ਧਰਤੀ ਆ ਪੰਜਾਬ, ਜਿਹਨੂੰ 5 ਦਰਿਆਵਾਂ ਦੀ ਔਰ ਇਹਦੀ ਇੰਨੀ ਹਿਸਟਰੀ ਆ, ਅਸੀਂ ਆਪਣੇ ਖਿੱਤੇ ਨੂੰ ਇਸ ਮਹਾਨ ਸਮਝਦੇ ਆ, ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜਨਮ ਬਿਹਾਰ 'ਚ ਹੋਣ ਤੋਂ ਬਾਅਦ ਵੀ ਉਹ ਕਹਿੰਦੇ ਮਦਰ ਦੇਸ਼, ਵੀ ਮੈਨੂੰ ਪੰਜਾਬ ਦੇ ਵਿੱਚ ਮੈਂ ਇੱਥੇ ਆ ਗਿਆ, ਵੀ ਇਹ ਸਵਰਗ ਲੋਕ ਆ। ਤੇ ਜਿਹੜੀ ਸਾਡੀ ਹੁਣ ਨੌਜਵਾਨੀ ਆ, ਉਹਨੂੰ ਇਹੀ ਧਰਤੀ ਜਿਹੜੀ ਆ ਉਹ ਬੰਜਰ ਦਿਸਣ ਲੱਗ ਪਈ ਆ। ਉਹ ਇਹ ਤੋਂ ਬੇਆਸ ਹੋ ਗਏ। ਉਹਨਾਂ ਨੂੰ ਕੋਈ ਲੱਗਦਾ ਵੀ ਜੇ ਹੁਣ ਅਸੀਂ ਇੱਥੇ ਰਵਾਂਗੇ ਤੇ ਸਾਡੀ ਜ਼ਿੰਦਗੀ ਖਤਮ ਆ। ਉਹਦੀ ਹਰ ਬੱਚੇ ਦੀ ਜਿਹੜੀ ਅਚੀਵਮੈਂਟ ਆ, ਉਹ ਇਹ ਸੋਚਦਾ ਵੀ ਸਾਡੀ ਅਚੀਵਮੈਂਟ ਆਈਲੈਟਸ ਕਰਕੇ ਕੈਨੇਡਾ, ਆਸਟ੍ਰੇਲੀਆ ਜਾਂ ਜਿੱਥੇ ਵੀ ਜਾ ਕੇ ਉਹ ਸਟੈਬਲਿਸ਼ ਹੋ ਸਕਦੇ ਆ, ਉਹ ਹੋ ਜਾਂਦਾ ਆ। ਉਹਨਾਂ ਵਿੱਚ ਬਹੁਤ ਮੁੱਖ ਕਾਰਨ ਰਹੇ ਆ ਵੀ ਜਿਹੜੀ ਅਸੀਂ ਆਪਣੀ ਜਨਰੇਸ਼ਨ ਲਈ, ਸਾਡਾ ਪੰਜਾਬ ਖੇਤੀ ਦੇ ਆਧਾਰ ਤੇ ਹੀ ਸੂਬਾ ਸੀ। ਇੰਡਸਟਰੀ ਆਈ, ਇੰਡਸਟਰੀ ਤੇ ਜਿਹੜੇ ਆ ਪ੍ਰਾਈਵੇਟੇਸ਼ਨ ਦੇ ਵਿੱਚ ਤਨਖਾਹਾਂ ਉਸ ਕੈਲੀਬਰ ਲੈਵਲ ਦੀਆਂ ਨਹੀਂ ਸੀ ਕਿ ਸਾਡੇ ਪੰਜਾਬੀ ਉਹਦੇ ਵਿੱਚ ਕੰਮ ਕਰਕੇ ਖੁਸ਼ ਰਹਿ ਸਕਦੇ ਹੋਣ। ਇਸ ਕਰਕੇ ਪੰਜਾਬ ਦੇ ਵਿੱਚ ਉਹਨਾਂ ਸਟੇਟਾਂ ਤੋਂ ਪ੍ਰਵਾਸ ਹੋ ਕੇ ਮਜ਼ਦੂਰ ਆਏ, ਉਹ ਆਪਣਾ ਕੰਮ ਕਰਕੇ ਉਹਨਾਂ ਨੇ ਵੀ ਬੜੀਆਂ ਤਰੱਕੀਆਂ ਕੀਤੀਆਂ, ਇਸ ਟਾਈਮ ਪੂਰੇ ਸਟੈਬਲਿਸ਼ ਆ। ਪਰ ਪੰਜਾਬੀਆਂ ਨੇ ਐਸਟੈਬਲਿਸ਼ਮੈਂਟ ਇੱਥੇ ਨਹੀਂ ਇਸ ਕਰਕੇ ਕਰ ਸਕੇ ਕਿ ਸਾਡੇ ਜਿਹੜੇ ਇੱਥੇ ਇੰਡਸਟਰੀ ਸੀ ਉਹ ਖੇਤੀ ਬੇਸਡ ਨਹੀਂ ਬਣੀ ਹੈਗੀ। ਹੁਣ ਅੱਜ ਸਾਰੇ ਇੱਥੇ ਕਿਸਾਨ ਜਿਹੜੇ ਆ ਝੋਨਾ ਵੱਢ ਕੇ ਦਿਨ ਰਾਤ ਲੱਗੇ ਵੀ ਅਸੀਂ ਮਟਰ ਬੀਜ ਦਈਏ, ਤੇ ਮਟਰ ਇੱਕ ਇਦਾਂ ਦੀ ਫਸਲ ਆ ਵੀ ਜੇ ਇੱਥੇ ਜਿਹੜਾ ਆ ਵੀ ਉਹਨੂੰ ਪੈਕਿੰਗ ਹੋ ਕੇ ਉਹਨੂੰ ਤਾਂ ਫਰੀਜ਼ ਕਰ ਲਓ, ਕਿਉਂਕਿ ਹਰ ਘਰ ਦੇ ਵਿੱਚ ਫਰਿੱਜ ਆ, ਉਹਨੂੰ 1 ਸਾਲ ਵੀ ਵਰਤ ਸਕਦੇ ਆ। ਪਰ ਉਹ ਇੰਡਸਟਰੀ ਸਾਡੀ ਖੇਤੀ ਵੀ ਫੇਲ ਹੋ ਰਹੀ ਆ, ਕਿਉਂਕਿ ਮਾਸ ਦੇ ਵਿੱਚ ਮਟਰ ਹੋ ਜਾਣਾ ਆ, ਉਹਨਾਂ ਲਈ ਸਟੋਰੇਜ ਲਈ ਕੁਛ ਹੈ ਨਹੀਂ ਗਾ। ਉਹ ਵੀ ਨਿਰਾਸ਼ ਆ 20,000 ਰੁਪਏ ਦਾ ਜਿਨ੍ਹਾਂ ਨੇ ਬੀ ਪਾ ਕੇ ਕਰ ਲੈਣਾ ਆ। ਇਸ ਕਰਕੇ ਇਹ ਇੱਕ ਕਾਰਨ ਨਹੀਂ ਹੈਗਾ, ਵੀ ਸਭ ਤੋਂ ਵੱਡਾ ਕਾਰਨ ਹੈ ਵੀ ਅਸੀਂ ਜਿਹੜੀ ਸਾਡੇ ਕੋਲ ਪ੍ਰੋਡਕਸ਼ਨ ਸੀ ਉਹਦੇ ਹਿਸਾਬ ਨਾਲ ਸਾਡੀ ਇੰਡਸਟਰੀ ਨਾ ਹੋਣ ਕਰਕੇ ਸਾਡੇ ਕੋਲ ਰੁਜ਼ਗਾਰ ਨਹੀਂ ਹੋ ਸਕੇ, ਤੇ ਉਹਨੇ ਲੈਵਲ ਤੱਕ ਆਮਦਨ ਨਹੀਂ ਹੋ ਸਕੀ। ਤਾਂ ਕਰਕੇ ਜਿਹੜੀ ਨੌਜਵਾਨੀ ਆ ਇਸ ਗੁਰਾਂ ਦੀ ਧਰਤੀ ਤੋਂ ਬੇਆਸ ਹੋ ਗਈ ਆ। ਜਿਹੜਾ ਮੇਰਾ ਆਪਣਾ ਸੁਭਾਅ ਸੀ ਵੀ ਮੈਂ ਇਹਨੂੰ ਅਮਰੀਕਾ ਜਦੋਂ ਦਾ ਗਿਆ, ਇਹਨੂੰ ਇਹ ਸਮਝਿਆ ਵੀ ਇੱਥੇ ਜਿਹੜਾ ਇਹ ਮੇਰੀ ਧਰਤੀ ਆ, ਇਹਨੂੰ ਮੈਂ ਆਪਣੇ ਮਾਤਾ ਪਿਤਾ ਨੂੰ, ਆਪਣੇ ਰਿਸ਼ਤੇਦਾਰਾਂ ਨੂੰ ਖੁਸ਼ਹਾਲ ਦੇਖਣਾ ਚਾਹੁੰਦਾ, ਆਪਣੇ ਆਂਢ ਗੁਆਂਢ ਨੂੰ ਮੈਂ ਖੁਸ਼ਹਾਲ ਦੇਖਣਾ ਚਾਹੁੰਦਾ ਆ। ਸੋ ਮੈਂ ਅਮਰੀਕਾ ਨੂੰ ਸਿਰਫ ਇੱਕ ਜੌਬ ਦੀ ਤਰ੍ਹਾਂ, ਨੌਕਰੀ ਤਰ੍ਹਾਂ ਦੇਖਿਆ ਵੀ ਮੈਂ ਅਮਰੀਕਾ ਜਾਊਂਗਾ, ਪੈਸੇ ਕਮਾਊਂਗਾ, ਵਾਪਸ ਆ ਕੇ ਇੱਥੇ ਇਨਵੈਸਟਮੈਂਟ ਕਰੂੰਗਾ, ਜ਼ਮੀਨ ਲਊਂਗਾ, ਉਹਦੇ ਸੰਬੰਧਿਤ ਹੋਰ ਅਸੀਂ ਸਕੂਲ ਵੀ ਇੱਥੇ ਬਣਾਇਆ। ਤੇ ਵੀ ਜਿਹੜਾ ਪੰਜਾਬ ਦੇ ਨਾਲ ਲਗਾਵ, ਉਹ ਮੇਰੇ ਇੱਕ ਭੈਣ ਜੀ ਆ ਵੀ ਉਹ ਹਮੇਸ਼ਾ ਕਹਿੰਦੇ ਹੁੰਦੇ ਵੀ ਇਹ ਸਾਡੀ ਰੂਹ ਦੀ ਖੁਰਾਕ ਆ। ਤੇ ਜਦੋਂ ਤੁਹਾਡੀ ਇਹ ਜਿਹੜੀ ਹੱਬ ਹਵਾ ਤੁਹਾਡੀ ਖੁਰਾਕ ਬਣ ਜਵੇ, ਸੋ ਇਹ ਕਰਕੇ ਤੁਹਾਨੂੰ ਖਿੱਚ ਵਾਪਸ ਲੈ ਹੀ ਆਉਂਦੀ ਆ। ਤੇ ਅਸੀਂ ਇੱਥੇ ਵਾਪਸ ਆ ਕੇ ਜਿਹੜਾ ਆ ਗੰਗਵੀਰ ਜੀ ਸਾਡੇ ਮੇਨ ਜਿਹੜੇ ਟੀਮ ਲੀਡਰ ਸਾਡੇ ਨਰੋਆ ਪੰਜਾਬ, ਸਨੀ ਵੀਰ ਜੀ, ਸਨੀ ਸਿੰਘ ਜਾਫਰਪੁਰ ਤੋਂ, ਹਰਪ੍ਰੀਤ ਸਿੰਘ ਜੀ ਪੁੰਨੂ ਮਜਾਰਾ, ਕੁਲਦੀਪ ਸਿੰਘ ਜੀ ਰਤਨ, ਸਰਬਜੀਤ ਸਿੰਘ ਜੀ ਉਸਮਾਨਪੁਰ, ਅਸੀਂ ਸਾਰਿਆਂ ਨੇ ਇੱਕ ਸੋਚਿਆ ਵੀ ਆਪਾਂ ਨੂੰ ਆਪਣੇ ਖਿੱਤੇ ਵਿੱਚ, ਆਪਣੇ ਏਰੀਏ ਦੇ ਵਿੱਚ, ਆਪਣੇ ਪਿੰਡਾਂ ਵਿੱਚ ਹੁਣ ਕੀ ਕਰਨਾ ਚਾਹੀਦਾ ਆ। ਕਿਉਂਕਿ ਹਰ ਇੱਕ ਬੰਦੇ ਦਾ ਜ਼ਿੰਦਗੀ ਜਿਉਣ ਦਾ ਤਰੀਕਾ ਆ, ਜਿਹੜੀ
ਮੈਂ ਜਿਹੜੇ ਬੱਚੇ ਅੱਜ ਕੱਲ੍ਹ ਜਾ ਰਹੇ ਆ ਉਹਨਾਂ ਨੂੰ ਵੀ ਇੱਕ ਇਹ ਕਹਿਣਾ ਚਾਹੁੰਦਾ ਆ ਵੀ ਆਪਣੀ ਜੜ ਨਾਲੋਂ ਨਾ ਟੁੱਟੋ। ਤੁਸੀਂ ਸਭ ਕੁਝ ਇਹ ਸੋਚ ਕੇ ਜਾ ਰਹੇ ਆ ਕਿ ਜੋ ਵੇਚ ਖੱਟ ਕੇ ਅਸੀਂ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਅਸੀਂ ਸਟੈਬਲਿਸ਼ ਹੋ ਜਾਈਏ, ਜੇ ਸਾਡੀ ਇਹ ਪੰਜਾਬ ਦੀ ਧਰਤੀ ਨੂੰ ਅਸੀਂ ਨਹੀਂ ਸੰਭਾਲਿਆ ਇਹ ਬੰਜਰ ਹੋ ਜਾਵੇਗੀ। ਇੱਥੇ ਪਾਣੀ ਦਾ ਜਿਸ ਹਿਸਾਬ ਨਾਲ ਸਾਡੇ ਸਰਕਾਰਾਂ ਨੇ ਬੇਧਿਆਨ ਕਰਕੇ ਵੀ ਇਹਨੂੰ ਤਾਂ ਨਾਂ ਤਾਂ ਕਹਿੰਦੇ ਵੀ ਜੋ ਪੁੱਛਦੇ ਵੀ ਬੱਚੇ ਉਹ ਵੀ ਇਹਨੂੰ ਪੰਜਾਬ ਕਿਉਂ ਕਹਿੰਦੇ ਆ, ਉਹ ਕਹਿੰਦੇ ਜੀ ਇਹ 5 ਆਬ ਦਰਿਆਵਾਂ ਤੋਂ ਬਣੀ, ਵੰਡ ਵੁੰਡ ਹੋ ਕੇ ਸਾਨੂੰ 2-2.5 ਦਰਿਆ ਮਿਲ ਗਏ ਤੇ ਪਾਣੀ ਕਹਿੰਦੇ ਸਾਰਾ ਥੱਲੇ ਟਿਊਬਲ ਪੱਟੋ, ਹਰੇਕ ਖੇਤ ਦੇ ਵਿੱਚ ਇੱਕ ਟਿਊਬਲ ਆ ਪੰਜਾਬ ਦੇ, 3-4 ਖੇਤਾਂ ਪਿੱਛੇ ਫੇਰ ਇੱਕ ਨਾਲ ਚੱਲ ਜਾਂਦਾ ਹੈ ਜੀ। ਘਰਾਂ ਨੂੰ ਸਪਲਾਈ, ਸ਼ਹਿਰ ਜਿੱਥੇ ਸਾਡੇ ਵਸੇ ਕੋਈ ਨਹਿਰੀ ਪਾਣੀ ਦਾ ਸਪਲਾਈ ਨਹੀਂ ਹੋਇਆ, ਕੋਈ ਉਹਨਾਂ ਦੇ ਅਨੁਸਾਰ ਡੈਮ ਨਹੀਂ ਬਣੇਗੇ ਵੀ ਪਾਣੀ ਅਸੀਂ ਜ਼ਮੀਨੀ ਨੂੰ ਨਾ ਕੱਢੀਏ ਤੇ ਜਿਹੜਾ ਪਾਣੀ ਜਿਹੜਾ ਮੀਂਹ ਦਾ ਪਾਣੀ ਨੂੰ ਸੰਭਾਲ ਕੇ ਅਸੀਂ ਲੋਕਾਂ ਨੂੰ ਦਈਏ। ਯਾਨੀ ਕਿ ਪੰਜਾਬ ਦੀ ਸਿਆਸਤ ਉਹ ਲੋਕ ਕਾਬਜ ਹੋਏ ਜਿਨ੍ਹਾਂ ਨੇ ਪੰਜਾਬ ਦੇ ਰਿਸੋਰਸਸ ਬਾਰੇ ਤਾਂ ਸੋਚਿਆ ਹੀ ਨਹੀਂ ਵੀ ਲੁਟਾਉਣ ਨਹੀਂ ਹੋ ਗਏ। ਜੇ ਅਸੀਂ ਆਪਣਾ ਪਾਣੀ ਹੀ ਸੰਭਾਲ ਲੈਂਦੇ ਤੇ ਸ਼ਾਇਦ ਮੇਰੇ ਖਿਆਲ ਤੋਂ ਨੌਜਵਾਨੀ ਤਾਂ ਵੀ ਬਚ ਜਾਂਦੀ। ਉਹਨਾਂ ਨੂੰ ਕੋਈ ਸਾਧਨ ਤਾਂ ਦੱਸਦੇ, ਉਹਨਾਂ ਨੂੰ ਸਾਡੀ ਸਟੇਟ ਦੀ ਆਮਦਨ ਹੁੰਦੀ ਸਾਡੇ ਰਿਸੋਰਸਸ ਤੋਂ, ਸਾਡੇ ਜਿੰਨੇ ਵੀ ਰਿਸੋਰਸਸ ਹੋਏ ਉਹਦਾ ਪੰਜਾਬੀਆਂ ਨੂੰ ਕੋਈ ਵੀ, ਮੈਂ ਥੋੜਾ ਆਊਟ ਆਫ ਟੌਪਿਕ ਥੋੜਾ ਜਾਣਾ, ਦੇਖੋ ਚੀਫ ਮਿਨਿਸਟਰ ਆਏ, ਕਿੱਡਾ ਵੱਡਾ ਪ੍ਰਚਾਰ ਕੀਤਾ ਗਿਆ ਕਿ ਮਾਫੀਆ ਖਤਮ। ਜਿਹੜੀ ਰੇਤਾ ਦੀ ਟਰਾਲੀ 4000 ਨੂੰ ਮਿਲਦੀ ਸੀ ਉਹ ਅੱਜ 6000 ਨੂੰ ਹੋ ਗਈ। ਹੁਣ ਮੈਨੂੰ ਇਹ ਨਹੀਂ ਸਮਝ ਲੱਗਦੀ ਕਿ ਮਾਫੀਆ ਪਹਿਲਾਂ ਸੀ ਕਿ ਅੱਜ ਸੀ। ਸਿਆਸਤਦਾਨਾਂ ਨੇ ਜਿਵੇਂ ਤੁਸੀਂ ਕਹਿੰਦੇ ਵੀ ਆਪਾਂ ਵੀ ਵਰਨ ਜਾਤ ਉਹ ਇਸ ਤਰੀਕੇ ਨਾਲ ਸਟੈਬਲਿਸ਼ਮੈਂਟ ਕਰਦੇ ਆ ਕਿ ਉਹਦੇ ਦਿਮਾਗ 'ਚ ਪਾ ਦਿੰਦੇ ਆ। ਅੱਜ ਪ੍ਰਚਾਰ ਤਾਂ ਇਹ ਹੋ ਰਿਹਾ ਕਿ ਪੰਜਾਬ ਦੇ ਵਿੱਚ ਮਾਫੀਆ ਅੱਜ ਖਤਮ ਹੋ ਗਿਆ, ਪਰ ਜਿਹੜੀ ਚੀਜ਼ ਦੇ ਕੀਮਤ ਹੋ ਗਈ 1.5 ਗੁਣਾ ਹੋ ਗਈ ਆ। ਸੋ ਮੈਂ ਵਾਪਸ ਆਪਣੇ ਵਿਸ਼ੇ ਤੇ ਆਉਣਾ ਵੀ ਜਿਹੜੇ NRI ਜਿਹੜਾ ਅਸੀਂ ਪ੍ਰਵਾਸ ਪੰਜਾਬੀ ਸਾਡੇ ਕਰ ਰਹੇ ਆ, ਉਹ ਆਪਣੀ ਜੜ ਦੇ ਨਾਲ ਲੱਗਣ, ਘੱਟੋ ਘੱਟ ਆਪਣੇ ਰਿਸ਼ਤੇਦਾਰਾਂ ਨੂੰ, ਆਪਣੇ ਪਿੰਡਾਂ ਨੂੰ ਪੜ੍ਹਾਈ ਦੇ ਤੌਰ ਤੇ, ਜਿਵੇਂ ਘਰ ਬਣਾਉਣਾ ਤੇ ਉਹਦੀ ਜੇ ਨੀਂਹ ਮਜ਼ਬੂਤ ਹੈ ਨਾ, ਤੇ ਐਜੂਕੇਸ਼ਨ ਅਸੀਂ ਗੱਲਾਂ ਤਾਂ ਕਰਦੇ ਇਜ਼ਰਾਈਲੀਆਂ ਦੀਆਂ ਵੀ ਉਹ ਕਿਉਂ ਵੀ ਕਿੱਦਾਂ ਉਹਨਾਂ ਨੇ ਹਿਟਲਰ ਦੇ ਇੰਨੇ ਮਾਰਨ ਤੋਂ ਬਾਅਦ ਵੀ ਉਹ ਕਾਮਯਾਬ ਹੋ ਗਏ, ਤੇ ਉਹਨਾਂ ਤੋਂ ਪੜ੍ਹਾਈ ਤੇ ਹੀ ਕਾਮਯਾਬ ਹੋਏ ਨਾ। ਤੇ ਜੇ ਹੁਣ ਅਸੀਂ NRI ਵੀਰ ਜੇ ਇੰਨੇ ਅਸੀਂ ਚਲੇ ਗਏ, ਜੇ ਅਸੀਂ ਆਪਣਾ ਪਿੰਡ ਇੱਕ ਪਿੰਡ ਵੀ ਸੰਭਾਲ ਲਈਏ ਵੀ ਇੰਨਾ ਵਧੀਆ ਉਹਨਾਂ 'ਚ ਇਨਫਰਾਸਟ੍ਰਕਚਰ, ਟੀਚਰ ਅਸੀਂ ਪ੍ਰੋਵਾਈਡ ਕਰਾ ਦਈਏ, ਸਾਡੇ ਬੱਚੇ ਘੱਟੋ ਘੱਟ ਪੰਜਾਬੀ ਤਾਂ ਬੋਲਣ। ਵੀਰ ਜੀ ਮੇਰਾ ਖੁਦ ਪ੍ਰਾਈਵੇਟ ਸਕੂਲ ਆ, ਪਰ ਮੈਂ ਹੈਰਾਨ ਆ ਵੀ ਮੇਰੇ ਇੱਕ ਲੋਹੜੀ ਤੇ ਜਦੋਂ ਨਾ ਪਿੰਡਾਂ ਦੇ ਨਿਆਣੇ ਮੰਗਣ ਆਉਂਦੇ ਆ ਤੇ 4 ਬੱਚੀਆਂ ਆਈਆਂ, ਤੇ ਜਦੋਂ ਉਹਨਾਂ ਨੇ ਲੋਹੜੀ ਨਾ ਮੰਗਣੀ ਸ਼ੁਰੂ ਕੀਤੀ ਤੇ ਮੈਂ ਉਹਨੂੰ ਕਿਹਾ ਵੀ ਬੇਟਾ ਤੂੰ ਪੰਜਾਬੀ ਬਹੁਤ ਸੋਹਣਾ ਬੋਲਦੀ ਆ। ਕਹਿੰਦੀ ਅੰਕਲ ਜੀ ਮੈਂ ਪਿੰਡ ਦੇ ਪ੍ਰਾਇਮਰੀ ਸਕੂਲ 'ਚ ਪੜ੍ਹਦੀ ਆ। ਮੈਂ ਕਿਹਾ ਬਹੁਤ ਖੁਸ਼ੀ ਵਾਲੀ ਗੱਲ ਹੈ ਵੀ ਤੇਰੇ ਕੋਲ ਇੰਨਾ ਪ੍ਰਾਊਡ ਤੇਰੇ ਕੋਲ। ਤੇ ਕਿਉਂਕਿ ਹੁਣ ਸਾਰੇ ਬੱਚੇ ਤਾਂ ਪ੍ਰਾਈਵੇਟ ਸਕੂਲਾਂ 'ਚ ਜਾ ਨਹੀਂ ਸਕਦੇ, ਸਾਡੀ ਭਾਸ਼ਾ ਵੀ ਵਿਗਾੜ ਦਿੱਤੀ। ਹਮਕੋ ਤੁਮਕੋ ਹਮੇ ਜਾਣਾ ਹੈ, ਉਹਨਾਂ ਨੂੰ ਨਾ ਤਾਂ ਪੰਜਾਬੀ ਸਮਝ ਲੱਗਦੀ ਨਾ ਉਹਨਾਂ ਨੂੰ ਇੰਗਲਿਸ਼ ਸਮਝ ਲੱਗਦੀ, ਇੰਨੇ 3 ਭਾਸ਼ਾ ਵਿੱਚ ਕਨਫਿਊਜ਼ ਕਰਤੇ ਆ ਵੀ ਉਹ ਕਮਿਊਨੀਕੇਸ਼ਨ ਵੀ ਸਾਡਾ ਜਿਹੜਾ ਆ ਆਪਸੀ ਵਿੱਚ ਪੇਂਡੂ ਭਾਈਚਾਰਾ ਉਹਨੂੰ ਵੀ ਅਸੀਂ ਵਿਗਾੜ ਦਿੱਤਾ ਆ। ਤੇ NRI ਵੀਰਾਂ ਨੂੰ ਅਸੀਂ ਆਪ ਵੀ ਇੱਥੇ ਇੱਕ ਨਰੋਆ ਪੰਜਾਬ ਤਹਿਤ ਸਭ ਤੋਂ ਪਹਿਲਾਂ ਅਸੀਂ ਰੁੱਖ ਲਗਾਏ ਨਵਾਂ ਸ਼ਹਿਰ ਦੇ ਵਿੱਚ 25000। ਉਹ ਤੋਂ ਬਾਅਦ ਅਸੀਂ ਇੱਕ ਖੇਡ ਮੇਲੇ ਕਰਾਉਣੇ ਸ਼ੁਰੂ ਕੀਤੇ ਉੜਤਾ ਪੰਜਾਬ ਤਹਿਤ। ਪੰਜਾਬ ਨੂੰ ਹਰ ਬੰਦੇ ਨੇ ਹੁਣ ਤੋਂ ਨਹੀਂ ਸਦੀਆਂ ਤੋਂ ਹੀ ਲੁੱਟਣਾ ਕੁੱਟਣਾ ਇਹ ਸਾਡਾ, ਕਿਉਂਕਿ ਜਿਹੜੇ ਖਿੱਤੇ ਦੇ ਲੋਕ ਨਾ ਤਕੜੇ ਹੁੰਦੇ ਥੋੜ੍ਹੇ, ਜਿਹੜੀਆਂ ਦੂਜੀਆਂ ਧਿਰਾਂ ਹੁੰਦੀਆਂ ਉਹ ਕਹਿੰਦੀਆਂ ਵੀ ਉਹਨੂੰ ਹੁਣ ਰੋਕ ਲਓ, ਦੱਬ ਲਓ। ਕਬੱਡੀ ਦੇ ਵਿੱਚ ਜਿਹੜਾ ਸਭ ਤੋਂ ਤਕੜਾ ਰੇਡਰ ਹੁੰਦਾ, ਦੂਜੀ ਟੀਮ ਦਾ ਇਹ ਕੋਸ਼ਿਸ਼ ਹੁੰਦੀ ਹੈ ਵੀ ਇਹ ਰੇਡਰ ਨੂੰ ਰੋਕ ਲਓ ਤਾਂ ਆਪਾਂ ਜਿੱਤ ਜਾਵਾਂਗੇ। ਇਸ ਕਰਕੇ ਪੰਜਾਬ ਤੇ ਵੀ ਜਿਹੜੀਆਂ ਏਜੰਸੀਆਂ ਦਾ, ਬਾਹਰਲੀਆਂ ਤਾਕਤਾਂ ਦਾ ਪ੍ਰਭਾਵ ਹੈ ਵੀ ਜਿਹੜੀ ਪੰਜਾਬ ਦੀ ਨੌਜਵਾਨੀ ਆ ਇਹਨਾਂ ਨੂੰ ਦੱਬੋ। ਤੇ ਦੱਬਣ ਲਈ ਸਭ ਤੋਂ ਸੌਖਾ ਤਰੀਕਾ ਆ ਵੀ ਉਹਨਾਂ ਨੂੰ ਨਸ਼ਿਆਂ ਵਿੱਚ, ਪ੍ਰਵਾਸ ਵੀ ਉਹਦੇ ਵਿੱਚ ਉਹਦਾ ਹੀ ਹਿੱਸਾ ਆ। ਜਿਹੜਾ ਸਾਡਾ ਪ੍ਰਵਾਸ ਆ ਨਾ, ਸਾਡਾ ਮਾਈਂਡ ਵਾਸ਼ ਕਰਕੇ ਵੀ ਜੇ ਸਾਡੀ ਅੱਜ ਜੇ ਹੋ ਸਕਦੀ, ਜਿਵੇਂ ਕਹਿੰਦੇ ਵੀ ਮਰਨ ਤੋਂ ਬਾਅਦ ਜੇ ਸਾਡੀ ਜਿਹੜੀ ਜੋ ਵੀ ਹੋਣਾ ਤੇ ਸਵਰਗ ਹੀ ਆ। ਅੱਜ ਦੀ ਨੌਜਵਾਨੀ ਵਿੱਚ ਇਹੀ ਆ ਵੀ ਜੇ ਤੁਸੀਂ ਜ਼ਿੰਦਗੀ ਜਿਉਣੀ ਆ ਤੇ ਤੁਹਾਡੇ ਲਈ ਸਵਰਗ ਕੈਨੇਡਾ ਅਮਰੀਕਾ ਹੀ ਆ, ਪੰਜਾਬ ਨਹੀਂ ਹੈਗਾ। ਸੋ ਅਸੀਂ ਜਿਹੜੀ ਉਹ ਮੂਵੀ ਉੜਤਾ ਪੰਜਾਬ, ਅਸੀਂ ਉਹਦਾ ਹੀ ਟਾਈਟਲ ਰੱਖਿਆ ਵੀ ਉੜਦਾ ਪੰਜਾਬ, ਵੀ ਨੌਜਵਾਨੀ ਪਿੰਡਾਂ ਦੇ ਵਿੱਚ ਅਸੀਂ ਖੇਡ ਮੇਲੇ ਕਰਵਾ ਰਹੇ ਹਾਂ। ਆਉਣ ਵਾਲੇ 6 ਮਹੀਨੇ ਦੇ ਵਿੱਚ ਅਸੀਂ ਹਰ ਪਿੰਡ ਲੈਵਲ ਤੱਕ
ਬੱਚਿਆਂ ਨੂੰ ਜੋੜਾਂਗੇ, ਉਹਨਾਂ ਦੇ ਫਿਰ ਲੀਗ ਮੈਚ ਸ਼ੁਰੂ ਕਰਾਂਗੇ ਤਾਂ ਕਿ ਇੱਕ ਚੇਨ ਸਿਸਟਮ ਬਣੇ। ਪਿੰਡਾਂ ਵਿੱਚ ਕੋਚ ਅਸੀਂ ਪ੍ਰੋਵਾਈਡ ਕਰਵਾਵਾਂਗੇ। ਉਸ ਤੋਂ ਬਾਅਦ ਅਸੀਂ ਪੜ੍ਹੋ ਪੰਜਾਬ ਤਹਿਤ ਆਪਣੇ ਨਵਾਂ ਸ਼ਹਿਰ ਦੇ ਸਾਰੇ ਸਾਡੇ ਸਨੀ ਸਿੰਘ ਵੀਰ ਜੀ ਨੇ ਹਰ ਪ੍ਰਾਇਮਰੀ ਸਕੂਲ ਦਾ ਡਾਟਾ ਇਕੱਠਾ ਕਰਕੇ, ਔਰ ਹੈਰਾਨਗੀ ਦੀ ਗੱਲ ਹੈ ਕਿ 150 ਬੱਚਾ ਪ੍ਰਾਇਮਰੀ ਸਕੂਲ ਦੇ ਵਿੱਚ ਤੇ 7 ਜਮਾਤਾਂ, ਇੱਕ ਅਧਿਆਪਕ। ਕੀ ਜਿਹੜੀ ਲੋਕਲ ਐਡਮਿਨਿਸਟ੍ਰੇਸ਼ਨ ਆ, ਅਸੀਂ ਕਹਿੰਦੇ ਜੀ ਡੀਸੀ ਇਹ ਬਹੁਤ ਪੜ੍ਹੇ ਲਿਖੇ ਆ, ਕਮਿਸ਼ਨਰ ਇਹ ਆਈਐਸ ਕਹਿੰਦੇ ਟੌਪ, ਜਿਹੜੀ ਕਹਿੰਦੇ ਇਹਨਾਂ ਤੋਂ ਉੱਪਰ ਦਿਮਾਗ ਨਹੀਂ ਕੋਈ, ਤੇ ਉਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਸਾਡੇ ਜ਼ਿਲ੍ਹੇ ਵਿੱਚ ਇੱਕ 150 ਬੱਚਿਆਂ ਪ੍ਰਤੀ ਇੱਕ ਜਿਹੜਾ ਸਕੂਲ 'ਚ 150 ਬੱਚਾ ਹੈ ਤੇ ਉੱਥੇ ਅਧਿਆਪਕ ਤਾਂ ਇੱਕ ਆ। ਸੋ ਅਸੀਂ ਆਪਣੇ ਸਾਰੇ ਵੀਰਾਂ ਦੇ ਨਾਲ ਸਲਾਹ ਕਰਕੇ ਵੀ ਅਸੀਂ ਪਹਿਲੇ ਫੇਸ ਦੇ ਵਿੱਚ ਅਸੀਂ 50 ਅਧਿਆਪਕ ਆਪਣੇ ਨਰੋਆ ਪੰਜਾਬ ਵੱਲੋਂ ਹਾਇਰ ਕਰਾਂਗੇ। 2 ਸਾਲ ਦਾ ਅਸੀਂ ਉਹਨਾਂ ਟੀਚਰਸ ਨਾਲ ਕੰਟਰੈਕਟ ਕਰਾਂਗੇ ਤੇ ਉਹਨਾਂ ਨੂੰ ਜੇ ਸਮੇਂ ਅਨੁਸਾਰ ਜੇ ਹੋ ਰਿਹਾ ਤੇ ਅਸੀਂ ਜਿੰਨੀ ਵੀ ਆਪਣੀ ਸਮਰੱਥਾ ਜਿਹੜੀ ਸਾਡੀ ਹੈਗੀ ਆ ਉਹਨੂੰ, ਜੇ 50 ਅਸੀਂ ਕਾਮਯਾਬ ਹੋ ਗਏ ਤੇ ਫਿਰ ਜਿਵੇਂ ਜਿਵੇਂ ਪ੍ਰਮਾਤਮਾ ਸਾਨੂੰ ਸਮਰੱਥਾ ਬਖਸ਼ੂਗਾ 100 150 ਤੱਕ ਵੀ ਸਾਨੂੰ ਟੀਚਰ ਦੇਣੇ ਪਏ ਪ੍ਰਾਇਮਰੀ ਸਕੂਲ ਨੂੰ। ਕਿਉਂਕਿ ਸਾਡੀ ਭਾਵਨਾ ਵੀ ਜੇ ਪ੍ਰਮਾਤਮਾ ਨੇ ਸਾਨੂੰ ਰਿਸੋਰਸਸ ਦਿਮਾਗ ਦਿੱਤਾ ਆ ਤੇ ਉਹਨੂੰ ਵਰਤ ਕੇ ਅਸੀਂ ਹੁਣ ਆਪਣੇ ਜਿਹੜੀ ਆ ਏਰੀਏ ਨੂੰ ਸਕਸੈਸਫੁਲ ਹੋਣ ਲਈ ਉਹਦੇ ਵਿੱਚ ਯੋਗਦਾਨ ਪਾਈਏ। ਸਾਡੇ ਗੁਰੂ ਸਾਹਿਬ ਦਾ ਉਪਦੇਸ਼ ਵੀ ਆ ਵੀ ਜੇ ਅਸੀਂ ਤੁਹਾਨੂੰ ਜੋ ਵੀ ਤੁਹਾਡੀ ਆਮਦਨ ਆ, ਆਪਾਂ ਨੂੰ ਉਹ 'ਚ ਦਸਵੰਧ ਜਿਹੜਾ 10ਵਾਂ ਆ ਉਹ ਰੱਬ ਦਾ ਹੀ ਆ, ਤੇ ਅਸੀਂ ਉਹ ਸਾਰਿਆਂ ਨੇ ਆਪਣੇ ਪਰਿਵਾਰ ਦੇ ਨਾਲ, ਭੈਣਾਂ ਭਰਾਵਾਂ, ਆਪਣੇ ਕਜ਼ਨਸ ਦੇ ਨਾਲ ਸਾਰਿਆਂ ਸਲਾਹ ਕਰਕੇ ਵੀ ਆਪਾਂ ਆਪਣਾ ਜਿਹੜਾ ਦਸਵੰਧ ਆ ਉਹ ਇਸ ਸੁਚਾਰੂ ਰੂਪ ਦੇ ਵਿੱਚ ਆਪਾਂ ਲਾਈਏ ਤਾਂ ਕਿ ਘੱਟੋ ਘੱਟ ਨਵਾਂ ਸ਼ਹਿਰ ਤਹਿਸੀਲ ਦੇ ਵਿੱਚ ਇੰਨਾ ਕੁ ਐਜੂਕੇਸ਼ਨ ਦਾ ਪ੍ਰਭਾਵ ਜਾਵੇ ਵੀ ਹਰ ਬੱਚਾ ਜਿਹੜਾ ਪ੍ਰਾਇਮਰੀ ਜਿਹੜਾ ਵਰਗ ਪ੍ਰਾਈਵੇਟ ਸਕੂਲਾਂ ਦੇ ਵਿੱਚ ਫੀਸ ਨਹੀਂ ਦੇ ਸਕਦਾ ਹੈਗਾ। ਦੇਖੋ ਜਿਹੜੀ ਸਰਕਾਰ ਆ ਇਸ ਲੈਵਲ ਤੱਕ ਫੇਲ ਹੋ ਚੁੱਕੀ ਆ, ਔਰ ਅਸੀਂ ਉਹਨੂੰ ਇੰਨਾ ਕੁ ਮੰਨ ਲਿਆ ਆ ਵੀ ਜੇ ਕੋਈ ਬੱਚਾ ਪੜ੍ਹ ਸਕਦਾ ਉਹ ਤਾਂ ਪ੍ਰਾਈਵੇਟ ਸਕੂਲ 'ਚ ਪੜ੍ਹ ਸਕਦਾ ਆ। ਇੰਨੀ ਕੁ ਧਾਰਨਾ ਗਲਤ ਹੋ ਚੁੱਕੀ ਆ। ਪਰ ਜਿਹੜੇ ਮਾਂ-ਬਾਪ ਦਿਹਾੜੀ ਕਰਕੇ ਇੱਕ ਸ਼ਾਮ ਦੀ ਜਿਨ੍ਹਾਂ ਦੇ ਚੁੱਲ੍ਹੇ ਚੱਲਦੇ ਆ, ਉਹ ਬੱਚੇ ਨੂੰ ਕਿਵੇਂ ਪੜ੍ਹਾਊਗੇ? ਕੀ ਸਾਡੇ ਜਿਹੜੇ ਅਸੀਂ ਜਿਹਨੂੰ ਕਹਿੰਦੇ ਸਾਡੇ ਸਿਆਸਤਦਾਨ, ਸਾਡੇ ਐਡੇ ਪੜ੍ਹੇ ਲਿਖੇ ਅਫਸਰ, ਕੀ ਉਹ 150 ਸਕੂਲ ਨਹੀਂ ਮੈਨੇਜ ਕਰ ਸਕਦੇ ਹੈਗੇ? ਗੱਲ ਇਹ ਆ ਵੀ ਸੋਚ ਦੀ। ਗੁਰੂ ਸਾਹਿਬ ਨੇ ਜਾਂ ਸਾਡੇ ਜਿਹੜੇ ਵੀ ਸਾਡੇ ਮਹਾਂਪੁਰਸ਼ ਹੋਏ, ਉਹਨਾਂ ਨੇ ਇੱਕ ਮਿਸ਼ਨ, ਇੱਕ ਸੋਚ ਲੈ ਕੇ ਸਾਨੂੰ ਸਿੱਖਿਆ ਦਿੱਤੀ ਔਰ ਉਸ ਮਿਸ਼ਨ ਨੂੰ ਕੰਪਲੀਟ ਕਰਨ ਦੀ ਦਿੱਤੀ ਆ। ਅੱਜ ਦਾ ਜਿਹੜਾ ਸਿਆਸਤਦਾਨ ਆ ਤੇ ਅਫਸਰ ਆ, ਮੇਰੇ ਖਿਆਲ 'ਚ ਉਹਨਾਂ ਦੀ ਸੋਚ ਦੇ ਵਿੱਚ ਜਿਹੜੀ ਡਿਵੈਲਪਮੈਂਟ ਆ ਉਹ ਗਲੀਆਂ ਨਾਲੀਆਂ ਹੀ ਰਹਿ ਗਈਆਂ ਆ। ਉਸੇ ਗੱਲ ਤੋਂ ਤੰਗ ਹੋ ਕੇ ਅੱਜ ਜਿਹੜਾ ਪੰਜਾਬ 4 ਲੱਖ ਕਰੋੜ ਦਾ ਕਰਜ਼ਾਈ ਹੋ ਗਿਆ ਤੇ ਇਹਨੂੰ ਹੀ ਪਿੰਡਾਂ ਲੋਕਾਂ ਨੇ ਇਹਨੂੰ ਡਿਵੈਲਪਮੈਂਟ ਮੰਨ ਲਈ ਆ। ਪੜ੍ਹਾਈ ਤੇ ਜਿੱਦਣ ਉਹ ਬਿਮਾਰ ਹੁੰਦੇ ਨਾ ਤੇ ਫਿਰ ਉਹ ਰੋਂਦੇ ਹੋਏ ਪਿੰਡ ਦੇ ਆਰਐਮਪੀ ਡਾਕਟਰ ਕੋਲ ਜਾਂਦੇ ਆ, ਉਹ ਉਹਨਾਂ ਨੂੰ ਇੰਨੀ ਕੁ ਸਟਰੋਂਗ ਦਵਾਈ ਦਿੰਦਾ, ਕਹਿੰਦੇ ਵੀ ਅਸੀਂ ਠੀਕ ਹੋ ਗਏ ਆ। ਤੇ ਜਦੋਂ ਉਹਨਾਂ ਦੇ ਟੈਸਟ ਹੁੰਦੇ ਆ, ਡਾਕਟਰ ਕਹਿੰਦਾ ਵੀ ਤੁਸੀਂ ਤਾਂ ਵੀ ਉਹ ਦਵਾਈਆਂ ਖਾਂਦੇ ਰਹੇ, ਹੁਣ ਤੁਹਾਡਾ ਤਾਂ ਦੂਜੀਆਂ ਦਵਾਈਆਂ ਨਾਲ ਇਲਾਜ ਹੀ ਨਹੀਂ ਹੋ ਸਕਦਾ, ਵੀ ਤੁਹਾਡੇ ਸਰੀਰ ਨੂੰ ਇੰਨੀਆਂ ਕੁ ਉਹਨਾਂ ਨੇ ਸਟਰੋਂਗ ਦਵਾਈਆਂ ਨਾਲ ਦੇ ਦਿੱਤਾ। ਤੇ ਅਸੀਂ ਐਜੂਕੇਸ਼ਨ ਪੱਖੋਂ ਤੇ ਹੈਲਥ ਪੱਖੋਂ ਬਿਲਕੁਲ ਫੇਲ ਹੋ ਗਏ ਆ। NRIs ਵਾਪਸ ਕਿਉਂ ਨਹੀਂ ਆਉਂਦੇ? ਸਭ ਤੋਂ ਇਹੀ 2 ਵੱਡੇ ਕਾਰਨ ਆ, ਪੜ੍ਹਾਈ ਤੇ ਉਹ ਕਹਿੰਦੇ ਜੇ ਅੱਜ ਸਾਨੂੰ ਕੋਈ ਬਿਮਾਰ ਹੋ ਗਏ ਤੇ ਇਲਾਜ ਕਿਵੇਂ ਹੋਊਗਾ। ਇਹਨਾਂ ਸਹੂਲਤਾਂ ਨੂੰ ਦੇਖਦੇ ਹੋਏ ਉਹ ਆਪਣੀ ਫਿਰ ਜ਼ਿੰਦਗੀ ਨੂੰ ਸਮਰਪਿਤ ਕਰ ਦਿੰਦੇ ਵੀ ਇਹਨਾਂ ਮੁਲਕਾਂ 'ਚ ਹੀ ਰਹਿਣਾ ਆ। ਮੇਰਾ ਇਹ ਸੀ ਵੀ ਪਿਤਾ ਜੀ ਹੁਣਾਂ ਦਾ ਸੁਭਾਅ ਸੀ ਇੱਥੇ ਵੀ ਮੈਂ ਪੰਜਾਬ 'ਚ ਰਹਿਣਾ ਆ, ਤੇ ਮੈਂ ਇਕੱਲਾ ਉਹਨਾਂ ਦਾ ਬੱਚਾ ਹੋਣ ਕਰਕੇ ਵੀ, ਮੁੰਡਾ ਹੋਣ ਕਰਕੇ ਕਹਿ ਲਓ, ਚਲੋ ਇਹ ਵੀ ਸਾਡੇ ਇੱਕ ਸਮਾਜਿਕ ਦਾ ਨੈਗੇਟਿਵ ਚੀਜ਼ ਆ, ਪਰ ਇੱਕ ਡਿਫਰੈਂਟ ਟੌਪਿਕ ਆ ਵੀ ਮੈਂ ਉਹਨਾਂ ਨੂੰ ਵੀ ਸੀ ਵੀ ਆਪਣੇ ਮਾਂ-ਬਾਪ ਦੇ ਨਾਲ ਰੌਣਕਾਂ 'ਚ ਰਵਾਂ, ਉਹਨਾਂ ਕੋਲ ਮੇਰੇ ਬੱਚੇ ਖੇਡਣ ਇੱਥੇ। ਵੀ NRIs ਨੂੰ ਹੁਣ ਦੇਖੋ ਪਿੰਡਾਂ ਦੇ ਵਿੱਚ 2-2 ਬਜ਼ੁਰਗ ਰਹਿ ਗਏ ਘਰਾਂ ਦੇ ਵਿੱਚ, ਕੋਠੀਆਂ ਮਹਿਲ ਏਡੇ ਬਣਾਤੇ ਆ, ਆਪ ਉਹ ਚਲ ਗਏ ਬਾਹਰ ਤੇ ਉਹ ਇੱਥੇ ਸ਼ਾਮ ਨੂੰ ਬਸ ਨਾਲੇ ਉਹ ਰੋਟੀ ਖਾਈ ਜਾਂਦੇ, ਨਾਲੇ ਇੱਕ ਦੂਜੇ ਦੇ ਮੂੰਹ ਵੱਲ ਦੇਖਦੇ ਆ ਵੀ ਕਿੱਦਣ ਮਰਨਾ ਸੀ। ਇੰਨੀ ਕੁ NRIs ਦੇ ਮਾਪਿਆਂ ਦੀ ਜ਼ਿੰਦਗੀ ਦੁੱਭਰ ਹੋ ਗਈ ਆ। ਉਹ ਇੰਤਜ਼ਾਰ ਕਰਦੇ ਇੱਕ ਦੂਜੇ ਵੱਲ ਇਸ਼ਾਰਿਆਂ ਨਾਲ ਗੱਲਾਂ ਕਰਕੇ ਵੀ ਹੁਣ ਅਸੀਂ ਕਦੋਂ ਕੁ ਮਰਨਾ ਆ, ਵੀ ਨਿਆਣੇ ਨੇ ਤਾਂ ਆਉਣਾ ਨਹੀਂ ਹੈਗਾ। ਸੋ NRI ਵੀਰਾਂ ਨੂੰ ਨਵੇਂ ਬੱਚੇ ਜਿਹੜੇ ਜਾ ਰਹੇ ਆ, ਉਹਨਾਂ ਨੂੰ ਆਪਣੇ ਪੰਜਾਬ ਦੇ ਨਾਲ, ਆਪਣੇ ਪਿੰਡ ਦੇ ਨਾਲ, ਆਪਣੇ ਪਰਿਵਾਰ ਦੇ ਨਾਲ ਬਰਾਬਰ ਖੜਨਾ ਚਾਹੀਦਾ ਆ। ਸੋ ਮੈਂ ਇਹੀ ਕਹਿਣਾ ਕਿ ਸਾਨੂੰ ਸਭ ਤੋਂ ਪਹਿਲਾਂ ਆਪਣੇ ਪਰਿਵਾਰ, ਰਿਸ਼ਤੇਦਾਰ, ਪਿੰਡ, ਇਲਾਕਿਆਂ ਨੂੰ ਸੰਭਾਲਣਾ ਚਾਹੀਦਾ। ਉਹਨਾਂ 'ਚੋਂ ਸਭ ਤੋਂ ਮੇਨ ਐਜੂਕੇਸ਼ਨ, ਹੈਲਥ, ਵਾਤਾਵਰਣ ਦੇ ਸੰਬੰਧ ਦੇ ਵਿੱਚ ਮੈਂ ਨਾ ਇੱਕ ਛੋਟੀ ਜਿਹੀ ਤੁਹਾਨੂੰ ਉਦਾਹਰਣ ਦਿੰਦਾ ਵੀ ਮੈਂ ਅਮਰੀਕਾ ਦੇ ਵਿੱਚ ਰੈਡੀਮੈਕਸ ਟਰੱਕ ਚਲਾਉਂਦਾ ਸੀ।
ਕੈਲੀਫੋਰਨੀਆ 'ਚ ਲਿਵਰਮੋਰ ਏਰੀਆ ਦੇ ਵਿੱਚ ਪਹਾੜਾਂ ਦੇ ਵਿੱਚ ਜਿੱਥੇ ਕੋਈ 50 ਮੀਲ ਤੱਕ ਕੋਈ ਪਰਿੰਦਾ ਵੀ ਨਹੀਂ ਸੀ। ਤੇ ਜਦੋਂ ਮੈਂ ਉਹ ਟਰੱਕ ਲੈ ਕੇ ਗਿਆ ਤੇ ਉਹ ਜਦੋਂ ਸੀਮੈਂਟ ਪੋਰ ਕਰਦੀ ਤਾਂ ਮੈਂ ਉਹਨੂੰ ਧੋਣ ਲੱਗਾ ਤੇ ਉਹ ਮੈਨੂੰ ਇੰਸਪੈਕਟਰ ਕਹਿੰਦਾ ਤੂੰ ਇੱਥੇ ਨਹੀਂ ਕਰ ਸਕਦਾ, ਇਹ 'ਚ ਪਾਣੀ ਪਾ ਕੇ ਵਾਪਸ 50 ਮੀਲ ਜਾ, ਉੱਥੇ ਜਾ ਕੇ ਧੋਈ। ਤੇ ਮੈਂ ਕਿਹਾ ਵੀ ਇੱਥੇ ਕੀ ਆ? ਕਹਿੰਦਾ ਇਹ ਪਹਾੜ ਆ, ਇੱਥੇ ਜੇ ਤੂੰ ਸੀਮੈਂਟ ਕੈਮੀਕਲ ਸੱਟ ਦਿੱਤਾ ਮੀਂਹ ਪਊਗਾ, ਇਹ ਪਾਣੀ ਦਰਿਆ 'ਚ ਜਾਊਗਾ, ਦਰਿਆ 'ਚੋਂ ਸਮੁੰਦਰ ਜਾਊਗਾ, ਸਮੁੰਦਰ ਵਿੱਚ ਇੱਕ ਸੰਸਾਰ ਵਸਦਾ, ਅਸੀਂ ਉਹਨੂੰ ਮਾਰ ਨਹੀਂ ਸਕਦੇ। ਤੇ ਸਾਡੇ ਜਿੰਨੀਆਂ ਡਰੇਨ ਬਣੀਆਂ ਸੀ ਸੇਮ ਦੀਆਂ, ਉਹਨਾਂ ਵਿੱਚ ਸਾਰੇ ਸ਼ਹਿਰਾਂ ਨੇ, ਉਸ ਤੋਂ ਬਾਅਦ ਪਿੰਡਾਂ ਨੇ ਤਰੱਕੀ ਕਰਕੇ ਪਾਈਪ ਦੱਬ ਕੇ ਉਹ ਪਾਣੀ ਉਹਨਾਂ ਡਰੇਨ 'ਚ ਪਾਤਾ। ਤੇ ਡਰੇਨ ਕੀ ਹੁੰਦੀ, ਜਿੱਦਣ ਜਦੋਂ ਮੀਂਹ ਪੈਣਾ ਭਰਵਾਂ ਤੇ ਉਹ ਡਰੇਨ ਦਾ ਪਾਣੀ ਹੁੰਦਾ ਹੁੰਦਾ ਦਰਿਆ ਦੇ ਵਿੱਚ ਚਲ ਜਾਂਦਾ। ਸਾਡੇ ਦਰਿਆ ਗੰਦੇ ਨਾਲੇ ਬਣ ਗਏ ਤੇ ਆਉਣ ਵਾਲੇ 10-20 ਸਾਲ ਦੇ ਵਿੱਚ ਇੰਨਾ ਕੁ ਪਾਣੀ ਕੰਟੈਮੀਨੇਸ਼ਨ ਹੋ ਜਾਣਾ ਆ, ਉੱਪਰਲੇ ਪਾਣੀ ਗੰਦੇ ਦਾ ਤੇ ਥੱਲੜੇ ਦਾ, ਤੇ ਅਸੀਂ ਤਾਂ ਪੀ ਨਹੀਂ ਸਕਦੇ। ਤੇ ਸਾਨੂੰ 5 ਦਰਿਆਵਾਂ ਦੀ ਧਰਤੀ ਨੂੰ, ਪੰਜਾਬ ਨੂੰ ਸਮਝਣਾ ਚਾਹੀਦਾ ਆ। ਆਪਣੇ ਬਜ਼ੁਰਗਾਂ ਦਾ ਸਾਂਝ, ਆਪਣੇ ਪਿੰਡਾਂ ਦੇ ਨਾਲ ਸਾਂਝ ਕਾਇਮ ਕਰਨੀ ਚਾਹੀਦੀ ਆ। ਸਾਨੂੰ ਪ੍ਰਵਾਸ ਜ਼ਰੂਰ ਜਾਣਾ ਚਾਹੀਦਾ, ਪਰ ਇੱਕ ਨੌਕਰੀ ਵਾਂਗ ਜਾਣਾ ਚਾਹੀਦਾ ਆ। ਕੁਛ ਹਿੱਸਾ ਸਾਨੂੰ ਆਪਣੇ ਪਿੰਡਾਂ ਨੂੰ ਖੁਸ਼ਹਾਲ ਕਰਨ ਦੇ ਲਈ, ਪਰਿਵਾਰਾਂ ਨੂੰ ਤਰੱਕੀਆਂ ਦੇਣ ਲਈ ਜ਼ਰੂਰ ਸਾਨੂੰ ਹਿੱਸਾ ਵਿੱਚ ਪਾਉਣਾ ਚਾਹੀਦਾ ਆ। ਇਹਨਾਂ ਹੀ ਸ਼ਬਦਾਂ ਨਾਲ ਮੈਂ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਪਿਆਰੇ ਦਰਸ਼ਕੋ, ਅਨਮਿਊਟ ਅੱਡਾ ਦੇ ਅੰਦਰ ਅੱਜ ਜਿਸ ਤਰ੍ਹਾਂ ਦੀ ਅਸੀਂ ਚਰਚਾ ਕੀਤੀ, ਉਸ ਦੇ ਅੰਦਰ ਅਸੀਂ ਪੰਜਾਬ ਦੇ ਸਾਰੇ ਸੰਦਰਭਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਇਸ ਦੇ ਵਿੱਚ ਫਾਈਨਲ ਕਮੈਂਟ ਮੈਂ ਗਾਂਗਵੀਰ ਰਾਠੌਰ ਹੋਣਾ ਦਾ ਤੇ ਅਨਿਲ ਚਾਮੜੀਆ ਜੀ ਦਾ ਲਵਾਂਗਾ। ਇਸ ਦੇ ਵਿੱਚ ਜ਼ਰੂਰੀ ਇਹ ਬਣਦਾ ਅਨਿਲ ਜੀ, ਇੱਕ ਆਬਜ਼ਰਵੇਸ਼ਨ ਇਹ ਵੀ ਹੈ ਕਿ ਜਦੋਂ ਅਸੀਂ ਪੰਜਾਬ ਦੀ ਪੋਲਿਟਿਕਸ ਦੀ ਜਾਂ ਭਾਰਤ ਦੀ ਪੋਲਿਟਿਕਸ ਦੀ ਗੱਲ ਕਰਦੇ ਹਾਂ, ਉਸ ਦੇ ਅੰਦਰ ਇੱਕ ਤਾਂ ਜਦੋਜਹਿਦ ਇਹ ਹੈ ਕਿ ਪੁਰਾਣੀ ਜਾਤੀ ਨੂੰ, ਅਸੀਂ ਉਸ ਜਾਤੀਗਤ ਸਮਾਜ ਨੂੰ ਤੋੜਨ ਦੀ ਕੋਸ਼ਿਸ਼ ਕਰਨੀ ਹੈ, ਉਸ ਦੇ ਅੰਦਰ ਬਿਹਤਰ ਬਰਾਬਰੀ ਲਿਆਉਣ ਦੀ ਕੋਸ਼ਿਸ਼ ਕਰਨੀ ਹੈ। ਪਰ ਇੱਕ ਪੰਜਾਬ ਦੇ ਅੰਦਰ ਨਵੀਂ ਰੂਪਰੇਖਾ ਐਵੇਂ ਵੀ ਤਿਆਰ ਹੋ ਰਹੀ ਹੈ ਕਿ ਇੱਕ ਅਕਾਲੀ ਜਾਤੀ ਆ ਰਹੀ ਹੈ, ਇੱਕ ਕਾਂਗਰਸੀ ਜਾਤੀ ਆ ਰਹੀ ਹੈ, ਇੱਕ ਆਮ ਆਦਮੀ ਪਾਰਟੀ ਜਾਤੀ ਆ ਰਹੀ ਹੈ। ਲੋਕ ਸਿਆਸੀ ਪਛਾਣ ਨੂੰ, ਸਿਆਸੀ ਪਾਰਟੀਆਂ ਨੂੰ ਆਪਣੀ ਜਾਤ ਦੇ ਤੌਰ ਤੇ ਲੈਣਾ ਸ਼ੁਰੂ ਕਰ ਗਏ ਆ। ਉਸੇ ਦੇ ਵਿੱਚ ਇੱਕ ਦੂਜੇ ਨਾਲ ਬੋਲਣਾ ਬੰਦ ਕਰ ਰਹੇ ਨੇ, ਲੜ ਰਹੇ ਨੇ। ਅਜਿਹੀਆਂ ਖਬਰਾਂ ਆਮ ਆ ਰਹੀਆਂ ਨੇ, ਦੋ ਪਾਰਟੀਆਂ ਦੀਆਂ ਆਪਸੀ ਲੜਾਈਆਂ ਵਾਲੀਆਂ। ਦੂਸਰੀ ਗੱਲ ਇਹ ਹੈ ਕਿ ਜਦੋਂ ਅਸੀਂ ਵਾਰ-ਵਾਰ ਦਲਿਤ ਪੋਲਿਟਿਕਸ ਦੇ ਉੱਤੇ ਆ ਜਾਂਦੇ ਆ, ਉਸ ਦੇ ਅੰਦਰ ਦੀ ਇੱਕ ਜਦੋਜਹਿਦ ਹੋਰ ਵੀ ਹੈ। ਜਦੋਂ ਤੱਕ ਕਮਿਊਨਿਸਟ ਦਲਿਤ ਚੇਤਨਾ ਨੂੰ ਇੰਟਰੋਡਿਊਸ ਕਰਦੇ ਨੇ, ਮੁਖਾਤਬ ਹੁੰਦੇ ਨੇ, ਤੇ ਉਹਨਾਂ ਦਾ ਵਰਤਾਰਾ ਹੋਰ ਤਰ੍ਹਾਂ ਆ। ਇਸੇ ਤਰ੍ਹਾਂ ਅਕਾਲੀ ਦਲ ਵਾਲੇ ਇਹ ਦਾਅਵਾ ਕਰਦੇ ਆ ਕਿ ਅਸੀਂ ਦਲਿਤ ਭਾਈਚਾਰੇ ਦੇ ਨਾਲ ਆ, ਕਾਂਗਰਸ ਵਾਲੇ ਆਪਣਾ ਦਾਅਵਾ ਕਰਦੇ ਨੇ, ਤੇ ਉਸ ਦੇ ਵਿੱਚ ਵੀ ਦਵੰਦ ਨੇ। ਕਈ ਤਰ੍ਹਾਂ ਦਵੰਦ ਇਸ ਤਰ੍ਹਾਂ ਹੈ ਕਿ ਉਦਾਹਰਨ ਦੇ ਤੌਰ ਤੇ ਸਰਦਾਰ ਚਰਨਜੀਤ ਸਿੰਘ ਚੰਨੀ ਹੋਣੀ ਕਹਿੰਦੇ ਨੇ ਕਿ ਜਿੰਨਾ ਦਲਿਤਾਂ ਕੋਲ ਜ਼ਮੀਨ ਹੈ, ਉਹ ਦਰਿਆਵਾਂ ਦੇ ਕੰਢੇ ਵਾਲੀ ਜ਼ਮੀਨ 'ਚੋਂ ਉਹ ਰੇਤੇ ਦੇ ਉੱਤੇ ਉਹਨਾਂ ਦਾ ਹੱਕ ਹੈ। ਪਰ ਦੂਸਰੇ ਪਾਸੇ ਮੱਤੇਵਾੜੇ ਦੇ ਨੇੜੇ ਸੇਖੋਵਾਲ ਪਿੰਡ ਹੈ, ਜਿਸ ਦੇ ਵਿੱਚ 416 ਏਕੜ ਜ਼ਮੀਨ ਸਾਰੀ ਦਲਿਤ ਭਾਈਚਾਰੇ ਦੀ ਜ਼ਮੀਨ ਹੈ, ਤੇ ਉਹ ਸਾਰੀ ਜ਼ਮੀਨ ਅਕਵਾਇਰ ਕਰਕੇ IT ਇੰਡਸਟਰੀ ਨੂੰ, ਸਨਅਤ ਇੰਡਸਟਰੀ ਨੂੰ ਦੇ ਦਿੱਤੀ ਗਈ ਹੈ। ਸੋ ਇਸੇ ਤਰ੍ਹਾਂ ਦਾ ਦਾਅਵਾ ਬਾਕੀ ਪਾਰਟੀਆਂ ਵੀ ਕਰ ਰਹੀਆਂ ਨੇ। ਦਲਿਤਾਂ ਦੇ ਅੰਦਰ ਵੀ ਇੱਕ ਅਜੀਬ ਤਰ੍ਹਾਂ ਦੀ ਜਦੋਜਹਿਦ ਹੈਗੀ ਹੈ। ਉਹ ਜਦੋਜਹਿਦ ਇਹ ਹੈ ਕਿ ਉਸ ਦੇ ਵਿੱਚ ਵੀ ਇੱਕ ਵਾਲਮੀਕੀ ਭਾਈਚਾਰਾ ਹੈ, ਇੱਕ ਰਵਿਦਾਸੀਆ ਭਾਈਚਾਰਾ ਹੈ। ਜਲੰਧਰ ਦੇ ਅੰਦਰ ਤੀ ਇੱਥੋਂ ਤੱਕ ਤਰਤੀਬ ਹੋ ਜਾਂਦੀ ਹੈ ਕਿ ਜਦੋਂ ਸੀਟਾਂ ਦੀ ਚੋਣ ਹੁੰਦੀ ਹੈ ਤੇ ਕਬੀਰ ਪੰਥੀਆਂ ਦੇ ਅੰਦਰ ਵੀ ਇੱਕ ਸਟਰਗਲ ਚੱਲ ਰਿਹਾ ਹੁੰਦਾ ਹੈ। ਭਗਤ ਬਰਾਦਰੀ ਵੱਖਰੀ ਤਰ੍ਹਾਂ ਦੀ ਡਿਮਾਂਡ ਹੈ, ਪ੍ਰਜਾਪਤੀ ਬਰਾਦਰੀ ਵੱਖਰੀ ਤਰ੍ਹਾਂ ਦੀ ਡਿਮਾਂਡ ਹੈ, ਅਤੇ ਸਾਰੇ ਕਹਿ ਰਹੇ ਆ ਕਿ ਸਾਡੇ ਭਾਈਚਾਰੇ ਨੂੰ ਅਣਗੌਲਿਆਂ ਕੀਤਾ ਜਾ ਰਿਹਾ, ਦੂਸਰਾ ਕਹਿੰਦਾ ਸਾਡੇ ਭਾਈਚਾਰੇ ਨੂੰ ਅਣਗੌਲਿਆਂ ਕੀਤਾ ਜਾ ਰਿਹਾ। ਯਾਨੀ ਕਿ ਜਾਤ ਦੇ ਅੰਦਰ ਜਾਤ ਦਾ ਵੀ ਇੱਕ ਜਦੋਜਹਿਦ ਹੈ। ਨਵੀਂ ਤਰ੍ਹਾਂ ਦੀਆਂ ਜਾਤਾਂ ਬਣ ਵੀ ਰਹੀਆਂ ਨੇ। ਹੁਣ ਉਹਨਾਂ ਨੂੰ ਦਲਿਤ ਨਾ ਕਹਿ ਕੇ, ਪਰ ਉਹ ਕਿਤੇ ਨਾ ਕਿਤੇ ਇੱਕ ਕੈਟਾਗਰਾਈਜੇਸ਼ਨ ਹੋ ਰਹੀ ਹੈ। ਯਾਨੀ ਕਿ ਇੱਕ ਜਿਹੜਾ ਕੌਨਸਟੀਟਿਊਸ਼ਨਲੀ ਜਿਸ ਦੀ ਤੁਸੀਂ ਗੱਲ ਕਰ ਰਹੇ ਹੋ, ਵੀ ਦਾ ਪੀਪਲ, ਉਹਦਾ ਤੇ ਇੱਕ ਅਜੀਬ ਤਰ੍ਹਾਂ ਦਾ ਢਾਂਚਾ ਤਹਿਸ ਨਹਿਸ ਹੋ ਰਿਹਾ। ਇਸ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਕਿ ਤੁਸੀਂ ਜਿਸ ਤਰ੍ਹਾਂ ਦੇ ਸਮਾਜ ਨੂੰ ਮੁਖਾਤਬ ਹੁੰਦੇ ਹੋ, ਜਾਂ ਜਿਸ ਤਰ੍ਹਾਂ ਦਾ ਤੁਹਾਡਾ ਨਜ਼ਰੀਆ ਜੋ ਤੁਸੀਂ ਸਮਝ ਰਹੇ ਹੋ, ਇਸ ਦੇ ਅੰਦਰ ਲੋਕ ਬਿਹਤਰ ਕਿਵੇਂ ਸਮਝਣ ਕਿ ਮਾਨਵਤਾਵਾਦੀ ਨਜ਼ਰੀਏ ਵੀ ਆ ਸਕਣ, ਆਪਣੀ ਸਿਆਸੀ ਚੇਤਨਾ ਨੂੰ ਅਸੀਂ ਜਸਟੀਫਾਈ ਵੀ ਕਰ ਸਕੀਏ, ਅਤੇ ਉਸ ਸਮਾਜ ਦਾ ਨਿਰਮਾਣ ਵੀ ਕਰ ਸਕੀਏ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਚਦੇ ਹੋਏ। देखिए, ऐसा है, एक ही बात समझने की ज़रूरत है जो मुझे लगता है कि जो भारत के लोग हैं, अगर उनके भीतर
नागरिक चेतना यानी नागरिक बनना। जैसे ही नागरिक बनते हैं क्या मतलब, संविधान से आपका एक रिश्ता बनता है और संविधान में सारी बातें स्पष्ट है, बिल्कुल साफ साफ आईने की तरह बात लिखी हुई है। तो आप फिर उस संविधान के मुताबिक कौन सी पार्टी किस तरह के कार्यक्रम पेश कर रही है उस पर आपका ध्यान चला जाएगा। अभी क्या हो रहा है कि अभी हम लोग की स्थिति में हैं, यानी नागरिक बनने के पहले की स्थिति में है। तो राजनीतिक पार्टियां आपको बरत रही हैं, आप राजनीतिक पार्टियों को नहीं बरत रहे हैं। बेसिक जो चेंज है वो ये है, आपका पूरा रुख बदल जाएगा अगर आप ये समझेंगे कि राजनीतिक पार्टियों को हमें बरतना है, यानी कि जो नागरिक है उसको बरतना है और उनमें एक कंपटीशन एक पैदा करनी है कि वो हमारे लिए ज्यादा से ज्यादा बेहतर करने की एक कंपटीशन उनके भीतर पैदा हो। अभी क्या कर रही हैं कि राजनीतिक पार्टियां आपके भीतर एक कंपटीशन पैदा कर रही हैं कि आप कितने जाति के भीतर घुस सकते हैं, आप कितने धार्मिक रूप से भक्त हो सकते हैं, वो आपको बरत रही है। तो फिर तो हमारा समाज बन ही नहीं सकता। समाज हमको बनाना है, राजनीतिक पार्टियों का काम नहीं है समाज बनाना। समाज बनाना समाज का काम है और समाज के जो लोग हैं वो अगर उनमें चेतना आ जाएगी, इस विचारधारा को समझ लेंगे कि कौन सी ऐसी विचारधारा है जिसने हमको इस हालत में बना के रखा है, कौन से वो टूल है, कौन वो टूल है जो ये कह रहा है कि आपको ऊंच नीच यहाँ होगा। इस परिवार में पैदा हुआ आदमी खाट पे नहीं बैठेगा, दूसरी जगह पर पैदा हुआ। ये कौन टूल है, कौन सा वो औजार है जिसका इस्तेमाल वो करते रहते हैं। तो ये औजार का इस्तेमाल अगर वो कर रहे हैं, जो लोग कर रहे हैं ऊपर बैठे हुए, नतीजा क्या हो रहा है, आप तो ज्यादा से ज्यादा जाति के उसमें फंस रहे हैं, जाति में फंस रहे हैं, गोत्र फंस रहे हैं, गोत्र में भी अब उपगोत्र आ जाएगा, क्षेत्र में फंस रहे हैं, अभी तो गोत्र तक लड़ाई गई है। तो आप और वो टूल का चूंकि इस्तेमाल अपना जारी रखे हुए है, उस औजार का इस्तेमाल जारी है, तो आप फंसते जाएंगे चूंकि आप तो बरत नहीं रहे हैं। नतीजा क्या हो रहा है, नतीजा ये हो रहा है कि 2% लोगों के पास, देश के 1% लोगों के पास, 1% लोगों के पास 50% से ज्यादा की संपत्ति चली गई है। नतीजा एक ही निकल रहा है कि 1% जो लोग हैं वो अमीर से अमीर होते जा रहे हैं और बाकी लोग गरीब से गरीब होते जा रहे हैं, क्योंकि आपके लिए वो सरोकार नहीं है, आपके दिमाग में ही नहीं है। आपको तो जाति और धर्म और क्षेत्र इस सब में फंसा के रखा गया। आपको जो विकास का मायने बताया गया है, वो विकास का मायने क्या बताया गया है, विकास का मायने बता दिया गया कि सड़क आ गई, मशीन आ गई, फैक्ट्री लग गई, वही विकास हो गया। अरे वो नाश करने वाली चीज है, फैक्ट्री अगर लग रही है तो आपको नाश भी कर सकती है। ब्रजेंद्र सिंह ने जैसे बताया आपको कि क्या आपका जो विकास का पूरा ढांचा है वो है क्या। तो मेरे ख्याल से नागरिक जब चेतना का विकास होगा, नागरिक चेतना आपके भीतर आएगी, तो आप ठीक ठीक विकास को भी समझ पाएंगे कि विकास क्या होता है। विकास का मतलब मनुष्य की जो गति है, मनुष्य की गति एक सामान्य गति की तरह रहे। एकदम अचानक से आप देखिएगा कि उड़ने लगे हम, जमीन पे चल रहे उड़ने लगे हम, इसी को आप कहेंगे विकास। ये विकास होता है कि आप उछल के ऊपर चले गए, विकास हो गया। अरे भाई, आदमी धीरे 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 आदमी ऊपर जाता है, तो उसको कहते हैं सामान्य एक गति से जा रहे हैं। तो समाज का विकास कहाँ हुआ है आप बताइए। स्कूलें बंद हो रही हैं, कुछ लोगों के लिए स्कूल बनता जा रहा है, कुछ लोगों के लिए खाने पीने की अच्छी व्यवस्था हो रही है, दूसरे को अच्छी कोई खाने वाली चीज ही नहीं मिल पा रही है। तो आप ये विकास का एक जो जिस तरह से दिमाग में भरा गया है वो एक तरह का जहर है, आप जहर खा रहे हैं। तो ये आप देखिएगा, जो आप कह रहे हैं कि अकाली, कांग्रेसी, आम आदमी,
वो जितनी वैरायटी के जाति पैदा कर सकते हैं, मैंने कहा ना, गोत्र, उपगोत्र, तो राजनीतिक पार्टियां चूंकि बरत रही हैं तो वो अपने तरीके से आपके भीतर जाति भी डेवलप करेंगी। भाई अभी देखिए ना, आप जैसे रविदासी, हम और आप जैसे बात कर रहे थे ना, अभी रविदासी जो हैं, मान लीजिए पूरी एक चमार बिरादरी की बात करें हम, अभी रविदासी कोई अलग से सेक्ट बन रहा है क्या? सच्चाई तो यह है कि राजनीति अब इसमें एक डिवीजन क्रिएट कर रही है। पहले जाति की बात करती थी, पहले बात करती थी शेड्यूल कास्ट की, अब शेड्यूल कास्ट में फिर जाति आ गई, अब जाति में भी आप अलग अलग सेक्ट हो गए। अब रविदासी भी होंगे, देखिए पंजाब के रविदासी तो बिहार के रविदासी, ये भी लड़ाई शुरू हो जाएगी। क्या है, अगर आपको डिवीजन क्रिएट करना है तो उसका कुछ भी रास्ता निकल सकता है। तो ये जो विभाजन करने वाली जो है वो बात, वो हमारे यहाँ का जो पूरा ब्राह्मणवाद है, वो ब्राह्मणवाद का टूल है जातिवाद को प्रमोट करना। और वो जाति किसी भी तरह से हो सकती है, मतलब किसी भी लेवल की हो सकती है, उसको प्रमोट करते ही रहना है, उसी में उसका सर्वाइवल है। हम अभी जाति को तोड़ नहीं रहे हैं तो भी दिक्कत तो आएगी। तो मैं ये कहने की कोशिश कर रहा हूं कि ये जो पूरी जो संसदीय राजनीति हमारे समाज में है, वो लोगों को अपने तरह से इस्तेमाल कर रही है। लोग इस संसदीय व्यवस्था का, यानी कि समाज एक डेमोक्रेटिक समाज बने, इसके लिए नहीं। अब चुनाव जो रह गया है वही लोकतंत्र रह गया है, अब बाकी चीज नहीं रह गई है। और चुनाव में भी आपको केवल वोट डालने तक 5 साल में एक बार, और वो भी आपको तब उस प्रेशर में आपके ऊपर कई तरह के दबाव। क्या दबाव आपके ऊपर? आपके ऊपर दबाव है पैसे का, आपके ऊपर दबाव है जाति का, धर्म में, उसमें आपको लोकतंत्र का चुनाव करना है। आप सोचिए हम कहाँ खड़े हैं, एकदम अपोजिट स्थिति में खड़े हैं। लोकतंत्र किताब की बात रह गई है, लोगों के लिए लोकतंत्र कहाँ रह गया है। तो कुल मिला के मैं ये कहने की कोशिश कर रहा हूं कि ये जो पूरी राजनीतिक पार्टियों का जो पूरा सारी पार्टियां परिवार में सिमटती जा रही है। आप ये देखिए ना, कोई भी आप भविष्य की कल्पना कीजिए। मैं ये सोचता हूं कि महज 25 साल के बाद पूरे देश के राज्यों पर नजर डालिए कि वहां कौन राज कर रहा है। तो फलना का बेटा, फलना का बेटी, फलना का बहू, फलना का दामाद, फलना का भाई, यही राज कर रहे हैं। यानी कि समाज से राजनीति की पूरी प्रक्रिया में वो गए नहीं है, उससे गुजरे ही नहीं है। अब वो नेता बन गए, चीफ मिनिस्टर हो गए, आपका शासन आप पर कर रहे हैं, तो क्या करेंगे चलाने के लिए? आपके दिमाग में जहर नहीं बोएंगे तो क्या बोएंगे? वो सरवाइव कैसे करेंगे? तो मैं ये समझता हूं कि लोगों को अपनी चेतना का विकास करना पड़ेगा। नागरिक बनने की पहली बात कि नागरिक, संविधान की जो संस्कृति है, संविधान की संस्कृति का कैसे विकास हो, एक संवैधानिक संस्कृति का कैसे विकास हो, इसके लिए आपको लगातार ये काम करते रहना पड़ेगा। और ये समाज के भीतर ही काम होगा। ये कोई राजनीतिक पार्टियां जो हैं वो आपको नहीं कहने जा रही हैं। यहाँ भीतर से समाज में जो लोग जिनके पास चेतना है, समझदारी है, उनको छोटे छोटे ग्रुप में, मैं कहता हूँ बहुत बड़ा ग्रुप बनाने की जरूरत नहीं, छोटे छोटे ग्रुप में बात करके इसको तैयारी करनी पड़ेगी, तब जाके ये बात होगी। और मैं ये समझता हूँ कि ये सारे सवाल जो दलित से जुड़े हुए सवाल है, देखिए वो क्या है, इन सवालों में मैंने कहा ना कि इसकी एक तरह से वो जर्नी जैसी है, टूटने की जर्नी जैसी है। अलग अलग सब इस्तेमाल अपने लिए कर रहे हैं, अपनी तरह से कर रहे हैं। मैंने आपको पहले भी कहा कि एक सिस्टम, दलित जो है एक सिस्टम का परिचायक हुआ करता था, एक सिस्टम को परिभाषित करता था। अब वो अपने तरीके से कैसे हमारे हित में इस्तेमाल हो जाए, उसके लिए लोग इस्तेमाल करने लगे हैं। तो मुझे ये लगता है कि हमारा लोगों का, जो लोग हैं उनमें नागरिकता की जो पूरी भावना है, नागरिक बनने की, इस देश से लगाव बने, महसूस हो, इसके लिए बहुत ज़रूरी है। तभी हम समझते हैं कि एक सोसाइटी बनाने के कार्यक्रम में हम आगे बढ़ जाएंगे।
हम सोसाइटी बनाने के कार्यक्रम में नहीं हैं, हम आंतरिक इंटरनल जो कॉन्फ्लिक्ट है हम उसके पार्ट हो गए हैं। इंटरनल कॉन्फ्लिक्ट और समाज बनाना, संविधान समाज बनाने की बात करता है और जो वर्चस्व रखता है वो इंटर कॉन्फ्लिक्ट को बढ़ाने की बात करता है। ये मेरा आपके सामने एक तरह से फाइनल मेरा जो अपना मेरी जो अपनी समझ है, जो हमने अपने अभी तक का जो अनुभव किया, वो हमने आपके और आपके दर्शकों के लिए हमने यहाँ पर बोला है। आपने मुझे समय दिया, बहुत बहुत धन्यवाद आपका। ਸ਼ੁਕਰੀਆ। ਗੰਗਵੀਰ, ਇਸੇ ਦੇ ਉੱਤੇ ਮੈਂ ਤੁਹਾਡਾ ਕਮੈਂਟ ਚਾਹੂੰਗਾ, ਪਰ ਉਸ ਦੇ ਵਿੱਚ ਮੈਂ ਦੋ ਗੱਲਾਂ ਜੋੜ ਦਵਾਂ ਕਿ ਹੋਇਆ ਕੁਝ ਇਸੇ ਤਰ੍ਹਾਂ ਹੈ ਜੋ ਮੈਂ ਜਾਰਜ ਔਰਵੈਲ ਦੇ ਐਨੀਮਲ ਫਾਰਮ ਦੀ ਉਦਾਹਰਨ ਦਿੱਤੀ ਸੀ ਕਿ ਲੋਕਤੰਤਰ ਦਾ ਸਹਾਰਾ ਲੈ ਕੇ ਅਖੀਰ ਤੇ ਆਪਾਂ ਦੇਖ ਰਹੇ ਹਾਂ ਕਿ ਹਰ ਸਟੇਟ ਦਰ ਸਟੇਟ ਰਾਜ ਕਰਨ ਵਾਲਾ ਤੇ ਕੋਈ ਰਾਜਤੰਤਰੀ ਪਰਿਵਾਰ ਹੀ ਲੱਗਣ ਲੱਗ ਗਏ ਨੇ ਸਾਨੂੰ। ਦੂਸਰੀ ਗੱਲ, ਸਾਡੇ ਹੋਮ ਮਿਨਿਸਟਰ ਅਮਿਤ ਸ਼ਾਹ ਨੇ ਇਹ ਕਿਹਾ ਕਿ ਇੱਕ ਚੰਗਾ ਸਿਟੀਜ਼ਨ ਉਹ ਹੁੰਦਾ ਹੈ ਜਿਹੜਾ ਐਜੂਕੇਟਡ ਹੋਵੇ, ਆਪਣੇ ਆਪ ਨੂੰ ਐਜੂਕੇਟ ਕਰੇ। ਪਰ ਇੱਥੇ ਵੀ ਗੱਲ ਇਹ ਆ ਜਾਂਦੀ ਹੈ ਕਿ ਨਾਗਰਿਕ ਤੋਂ ਤਾਂ ਉਮੀਦ ਕੀਤੀ ਜਾ ਰਹੀ ਹੈ ਚੰਗੇ ਸਿਟੀਜ਼ਨ ਹੋਣ ਦੀ, ਪਰ ਆਪਣੇ ਪੂਰੇ ਲੀਡਰਾਂ ਦੀ ਸੂਚੀ ਕੱਢ ਕੇ ਜੇ ਵੇਖ ਲਿਆ ਜਾਵੇ ਤੇ ਇਹ ਵੀ ਇੱਕ ਫੈਸਲਾ ਹੋ ਜਾਣਾ ਚਾਹੀਦਾ ਕਿ ਉਹਨਾਂ ਦੇ ਵਿੱਚੋਂ ਕਿੰਨੇ ਐਜੂਕੇਟ ਨੇ। ਸੋ ਜੋ ਮੈਂ ਪਹਿਲਾਂ ਕਿਹਾ ਤੇ ਜੋ ਮੈਂ ਹੁਣ ਨਾਲ ਇਸ ਦੇ ਜੋੜਿਆ, ਇਸ ਦੇ ਵਿੱਚ ਤੁਹਾਡਾ ਫਾਈਨਲ ਕਮੈਂਟ ਕੀ ਹੈ ਅੱਜ ਦੇ ਅਨਮਿਊਟ ਅੱਡਾ ਦੇ ਵਿੱਚ? ਦੇਖੋ, ਇਹ ਚੀਜ਼ ਨੂੰ ਮੈਂ ਦੋ ਤਰ੍ਹਾਂ ਦੇਖਦਾ। ਸਿੱਖਿਆ ਸੋਸਾਇਟੀ ਦੀ ਜ਼ਰੂਰਤ ਹੈ ਅੱਜ ਦੇ ਦੌਰ ਦੇ ਵਿੱਚ, ਇਹ ਚੰਗੀ ਗੱਲ ਹੈ, ਮੈਨੂੰ ਲੱਗਦਾ ਹੋਣਾ ਵੀ ਚਾਹੀਦਾ ਹੈ। ਪਰ ਪਹਿਲੀ ਗੱਲ ਤਾਂ ਇਹ ਹੈ ਵੀ ਜਿੱਥੇ ਸਿੱਖਿਆ ਜਿਹੜੀ ਹੈ ਸਾਡੇ ਕੌਨਸਟੀਟਿਊਸ਼ਨ ਦੇ ਅਕੋਰਡਿੰਗ, ਜਿਹੜਾ ਅਸੀਂ ਵੈਲਫੇਅਰ ਸਟੇਟ ਦੀ ਗੱਲ ਕਰਦੇ ਹਾਂ ਵੀ ਸਾਡਾ ਮਾਡਲ ਵੈਲਫੇਅਰ ਸੀਗਾ, ਜਦ ਸਿੱਖਿਆ ਨੂੰ ਵੈਲਫੇਅਰ ਦੀ ਸੂਚੀ 'ਚੋਂ ਕੱਢ ਕੇ ਆਪਾਂ ਉਹਨੂੰ ਇੱਕ ਸਰਵਿਸ ਸੈਕਟਰ ਦਾ ਹਿੱਸਾ ਬਣਾ ਲਿਆ ਜਾਂ ਇੱਕ ਕਿੱਤਾ ਬਣਾ ਲਿਆ, ਇੱਕ ਸਰਵਿਸ ਬਣਾ ਤਾ, ਅਤੇ ਤੁਸੀਂ ਸਮਾਜ ਤੋਂ ਜਾਂ ਮਾਸ਼ਰੇ ਤੋਂ ਕੀ ਆਸ ਕਰ ਸਕਦੇ ਹਾਂ ਕਿ ਉਹ ਸਿੱਖਿਅਤ ਹੋਵੇ ਜਿਹਦੀ ਇਹ ਪਹੁੰਚ ਤੋਂ ਹੀ ਬਾਹਰ ਹੋ ਰਹੀ ਹੈ। ਮੈਨੂੰ ਲੱਗਦਾ ਕਿ 92 ਦੇ ਨਿਓ ਲਿਬਰਲ ਪੋਲਿਸਿਸ ਤੋਂ ਬਾਅਦ ਜਿਹੜਾ ਹੈ ਹੈਲਥ ਅਤੇ ਐਜੂਕੇਸ਼ਨ ਜਿਸ ਤਰ੍ਹਾਂ ਆਮ ਬੰਦੇ ਦੇ ਵੱਸ ਤੋਂ ਬਾਹਰ ਗਈ ਹੈ ਜਾਂ ਬਹੁਤ ਜ਼ਿਆਦਾ ਮਹਿੰਗੀ ਹੋ ਗਈ ਹੈ, ਤਾਂ ਉੱਥੇ ਸਿੱਖਿਆ ਹੋਣਾ, ਮਤਲਬ ਜਿਸ ਤਰ੍ਹਾਂ ਦੀ ਸਿੱਖਿਆ ਦੇ ਰਹੇ ਹੈ, ਜਾਂ ਆਪਾਂ ਕਹਿ ਲਈਏ ਵੀ ਸਕੂਲੀ ਸਿੱਖਿਆ ਦਾ ਮਸਲਾ ਅਤੇ ਇੱਕ ਚੇਤਨਤਾ ਦੀ ਸਿੱਖਿਆ ਦੇ ਮਸਲੇ 'ਚ ਦੋਵਾਂ 'ਚ ਫਰਕ ਹੁੰਦਾ ਹੈ। ਅਤੇ ਜੋ ਕੀ ਪੜ੍ਹਾਇਆ ਜਾ ਰਿਹਾ ਹੈ ਉਹ ਤਾਂ ਇੱਕ ਪ੍ਰੋਪੇਗੇਟਿਡ ਉਹ ਕਰ ਰਿਹਾ। ਮੈਨੂੰ ਲੱਗਦਾ ਨਹੀਂ ਕਿ ਅੱਜ ਦੇ ਟਾਈਮ ਦੇ ਵਿੱਚ, ਜਦੋਂ ਮੈਂ ਆਪਣੇ ਆਸੇ ਪਾਸੇ ਪੜ੍ਹੇ ਲਿਖੇ ਲੋਕ ਵੀ ਦੇਖਦਾ ਹਾਂ ਕਿ ਜਦੋਂ ਉਹ ਕਈ ਮਸਲਿਆਂ ਨੂੰ, ਜਿੱਦਾਂ ਸੋਸ਼ਲ ਜਸਟਿਸ ਦੇ ਮਸਲੇ 'ਤੇ ਦੇਖ ਲੈਂਦੇ ਹਾਂ ਵੀ ਉਹਨਾਂ ਨੂੰ ਲੱਗਦਾ ਹੈ ਕਿ ਸਾਰਾ ਮਸਲਾ ਹੀ ਰਿਜ਼ਰਵੇਸ਼ਨ ਹੈ ਜੀ, ਰਿਜ਼ਰਵੇਸ਼ਨ ਆ ਗਿਆ ਅਤੇ ਕਈਆਂ ਨੂੰ ਇਹ ਲੱਗਦਾ ਵੀ ਸਾਡੀਆਂ ਨੌਕਰੀਆਂ ਚਲੀਆਂ ਗਈਆਂ। ਪੜ੍ਹੇ ਲਿਖੇ ਮਾਸ਼ਰੇ 'ਚ ਇਹ ਦਿਖਦਾ ਹੈ, ਪਰ ਉਹਨਾਂ ਨੇ ਉਹ ਦਰਦ ਨਹੀਂ ਦੇਖਿਆ ਵੀ ਜਿਨ੍ਹਾਂ ਨੂੰ ਇਸ ਦੇ ਵਿੱਚੋਂ ਮੌਕਾ ਵੀ ਕੁਛ ਮਿਲਿਆ, ਵੀ ਥੋੜ੍ਹਾ ਜਿਹਾ ਉੱਪਰ ਆਉਣ ਦਾ ਵੀ ਉਹਨਾਂ ਨੂੰ ਲੱਗਿਆ, ਅਤੇ ਉਹ ਪਰਿਵਾਰਾਂ ਨੂੰ ਉਹਨਾਂ ਨੇ ਕਦੇ ਸਮਝਿਆ ਹੀ ਨਹੀਂ। ਤਾਂ ਮੈਨੂੰ ਲੱਗਦਾ ਵੀ ਜਦ ਸਾਡੀ ਸਿੱਖਿਆ ਦੇ ਵਿੱਚ ਸਿਰਫ ਇੱਕ ਕੰਪੀਟੀਸ਼ਨ ਤੋਂ ਇਲਾਵਾ ਕੁਛ ਨਹੀਂ ਹੈ, ਤਾਂ ਉਹ ਤਾਂ ਸਾਨੂੰ ਜਾਨਵਰ ਹੀ ਬਣਾ ਰਿਹਾ। ਮਸਲਾ ਤਾਂ ਦੁਨੀਆ ਤਾਂ ਮੈਨੂੰ ਲੱਗਦਾ ਪਹਿਲਾਂ ਵੀ ਇੱਦਾਂ ਹੀ ਸੀ ਵੀ ਜਦ ਜੰਗਲ ਵਿੱਚ ਵੀ ਸੀ, ਉੱਥੇ ਵੀ ਮੁਕਾਬਲਾ। ਵੈਲ ਟ੍ਰੇਨਡ ਸਿਟੀਜ਼ਨ ਹੈ, ਹਾਂ, ਵੈਲ ਐਜੂਕੇਟਡ ਸਿਟੀਜ਼ਨ। ਹਾਂ, ਉਹੀ ਗੱਲ ਹੈ। ਹੁਣ ਦੂਸਰੀ ਗੱਲ ਇਹ ਆ ਜਾਂਦੀ ਹੈ ਵੀ ਜਦ ਮੈਨੂੰ ਲੱਗਦਾ ਵੀ ਇੱਕ ਲੀਡਰ ਨੂੰ ਪੜ੍ਹੇ ਲਿਖੇ ਨਾਲੋਂ ਪਹਿਲਾਂ ਇੱਕ ਲੀਡਰ ਹੋਣ ਦੀ ਸ਼ਰਤਾਂ 'ਤੇ ਪੂਰਾ ਉਤਰਨਾ ਚਾਹੀਦਾ, ਅਤੇ ਉਹ ਲੀਡਰ ਕਿੱਦਾਂ ਹੁੰਦਾ, ਪੂਰੇ ਮਾਸ਼ਰੇ ਦਾ ਹੁੰਦਾ, ਪੂਰੇ ਸੁਸਾਇਟੀ ਦਾ ਹੁੰਦਾ, ਅਤੇ ਉਹਦੀਆਂ ਡਿਊਟੀਜ਼ ਹੁੰਦੀਆਂ ਟੁਵਾਰਡਸ ਦੀ ਸੁਸਾਇਟੀ ਕੀ ਹੈ, ਵੀ ਉਹਨੇ ਸੁਸਾਇਟੀ ਨੂੰ ਡਿਲੀਵਰ ਕੀ ਕਰਨਾ, ਆਪਣੀਆਂ ਜਿਹੜੀਆਂ ਨਸਲਾਂ ਦਾ ਭਵਿੱਖ ਦੇਖਣਾ। ਮੈਨੂੰ ਇਸ ਚੀਜ਼ 'ਚ ਸ਼ੱਕ ਲੱਗਦਾ ਵੀ ਜਦ ਸਮਾਜ ਜਿਹੜਾ ਹੈ, ਡੈਮੋਕਰੇਸੀ ਜਿਹੜੀ ਟਰਮ ਹੈ 200 ਸਾਲ ਪਹਿਲਾਂ ਆਈ ਹੈ ਬਿਊਰੋਕਰੇਟਿਕ ਸਿਸਟਮ ਦੇ ਵਿੱਚੋਂ, ਜੋ ਅੱਜ ਦਾ ਡੈਮੋਕਰੇਟਿਕ ਸਟਰਕਚਰ ਨਿਕਲਦਾ ਹੈ। ਸਮਾਜ ਤਾਂ ਹਜ਼ਾਰਾਂ ਸਾਲ ਤੋਂ ਚੱਲ ਰਿਹਾ ਹੈ। ਸੋ ਅੱਜ ਦਾ ਜੋ ਹਾਲਾਤ ਦੇਖਦਾ ਹੈ, ਜੋ ਡੈਮੋਕਰੇਸੀ ਦਾ ਮਜ਼ਾਕ ਉੱਡਦਾ ਹੈ, ਜਾਂ ਜਿਸ ਤਰ੍ਹਾਂ ਦਾ ਮਤਲਬ ਡੈਮੋਕਰੇਟਿਕ ਸਿਸਟਮ ਦਿੱਤਾ ਵੀ ਗਿਆ ਹੈ, ਉਹਦੇ ਵਿੱਚ ਮੈਜੋਰੀਟੇਰੀਅਨਿਜ਼ਮ ਅਤੇ ਡੈਮੋਕਰੇਸੀ ਦੋਵਾਂ ਦੇ ਵਿੱਚ ਜਿਹੜਾ ਫਰਕ ਹੈ ਉਹ ਵੀ ਇੱਕਮਿਕ ਹੋ ਗਿਆ। ਮਤਲਬ ਕਿ ਜੇ ਕਹਿੰਦੇ ਜੀ ਮੈਜੋਰਟੀ ਦਾ ਮਸਲਾ ਹੈ, ਹੁਣ ਮੈਜੋਰਟੀ ਆ ਕੇ ਮੈਜੋਰਿਟੀ ਇਹਦਾ ਮਤਲਬ ਇਹ ਨਹੀਂ ਹੋ ਜਾਂਦਾ ਵੀ ਮੈਜੋਰਿਟੀ ਇਕੱਠੀ ਹੋ ਕੇ ਇਹ ਕਹਿ ਦੇ ਵੀ ਇੱਕ ਸਿਸਟਮ ਦੇ ਵਿੱਚ ਬੰਦਾ ਹੀ ਇੱਕੋ ਹੀ ਹੈ, ਉਹਦੇ ਵੀ ਜਿਹੜਾ ਬਰਾਬਰੀ ਦੇ ਹੱਕ ਹੋ ਗਏ ਉਹਦਾ ਕੋਈ ਹੱਕ ਹੀ ਸਾਰੇ ਖਤਮ ਕਰ ਦਿੱਤੇ ਜਾਣ।
ਸੋ ਆਪਾਂ ਨੂੰ ਡੈਮੋਕ੍ਰੇਸੀ ਇਸ ਕੰਟੈਕਸਟ ਤੋਂ ਵੀ ਸਮਝਣੀ ਚਾਹੀਦੀ ਹੈ। ਹੁਣ ਉੱਥੇ ਹੀ ਗੱਲ ਆ ਜਾਂਦੀ ਹੈ ਵੀ ਜਦ ਮੈਂ ਇਸ ਚੀਜ਼ ਨੂੰ ਕੌਨਸਟੀਟਿਊਸ਼ਨ ਦੇ ਅਕੋਰਡਿੰਗ ਦੇਖਦਾ ਵੀ ਆਪਾਂ ਕਹਿ ਦਿੰਦੇ ਹਾਂ ਵੀ ਪੰਚਾਇਤੀ ਲੈਵਲ 'ਤੇ ਜੀ ਆਪਾਂ ਸਿੱਖਿਆ ਰੱਖਤੀ, ਇੱਕ ਮਿਨੀਮਮ ਸਿੱਖਿਆ ਹੋਣੀ ਚਾਹੀਦੀ ਹੈ, ਤਾਂ ਮੈਨੂੰ ਲੱਗਦਾ ਵੀ ਇਹ ਚੀਜ਼ ਕਿਸੇ ਨਾ ਕਿਸੇ ਉਸ ਤੱਕ, ਉਸ ਸਮੇਂ ਤੱਕ ਇਹ ਮਤਲਬ ਇਹ ਅਰਥਹੀਨ ਹੋ ਜਾਂਦੀ ਹੈ ਜਦ ਤੱਕ ਜਿਹੜਾ ਸਾਡਾ ਸਿੱਖਿਆ ਦਾ ਹੱਕ ਹੈ ਉਹ ਹਰੇਕ ਦੀ ਪਹੁੰਚ ਤੱਕ ਨਹੀਂ ਪਹੁੰਚ ਜਾਂਦਾ, ਜਾਂ ਚੰਗੀ ਸਿੱਖਿਆ ਜਿਹਨੂੰ ਆਪਾਂ ਚੰਗੀ ਸਿੱਖਿਆ ਕਹਿ ਸਕਦੇ ਹਾਂ ਜਾਂ ਸਮਝ ਵਾਲੀ ਸਿੱਖਿਆ ਕਹਿ ਸਕਦੇ ਹਾਂ, ਉਹ ਕਿਸੇ ਤੱਕ ਨਹੀਂ ਪਹੁੰਚਦੀ। ਜਾਂ ਤਾਂ ਸਿੱਖਿਆ ਸਾਰਿਆਂ ਦੇ ਅਵੇਲੇਬਿਲਟੀ 'ਚ ਹੋਵੇ, ਉਹਦੀ ਪਹੁੰਚ 'ਚ ਹੋਵੇ, ਤਾਂ ਅਸੀਂ ਆਸ ਕਰ ਸਕਦੇ ਹਾਂ ਵੀ ਸਮਾਜ ਇੱਦਾਂ ਉਹ ਹੋਊਗਾ ਜਾਂ ਲੀਡਰ ਹੋਊਗੇ। ਨਹੀਂ ਤਾਂ ਕੀ ਆ ਰਿਹਾ ਵੀ ਜਦ ਸਿੱਖਿਆ ਹੀ ਬੰਦੇ ਦੇ ਬਾਹਰ, ਹੱਥੋਂ ਬਾਹਰ ਹੋ ਗਈ, ਤਾਂ ਜਿਹੜਾ ਉਹਦਾ ਡੈਮੋਕ੍ਰੇਟਿਕ ਹੱਕ ਵੀ ਹੈ ਨਾ, ਵੀ ਮੰਨ ਲਓ ਕਿ ਜੋ ਉਹਨੇ ਲੀਡਰ ਬਣਨਾ ਹੈ ਜਾਂ ਕੁਛ ਬਣਨਾ, ਅਸੀਂ ਉਹਨੂੰ ਉਸ ਤੋਂ ਵੀ ਬਾਹਰ ਕਰ ਰਹੇ ਹਾਂ। ਕਿਉਂਕਿ ਕੁੱਲ ਮਿਲਾ ਕੇ ਆਪਾਂ ਜਦ ਦੇਖਦੇ ਹਾਂ ਵੀ ਪੋਲੀਟਿਕਸ ਦੇ ਵਿੱਚ ਵੀ, ਡੈਮੋਕ੍ਰੇਸੀ ਦੇ ਵਿੱਚ ਵੀ ਇੱਕ ਸਿਊਡੋ ਜਿਹੜਾ ਇੱਕ ਰਾਜਤੰਤਰ ਆ ਗਿਆ ਵੀ ਜਦੋਂ ਟੱਬਰਾਂ ਦੇ ਟੱਬਰ ਹੀ ਰਾਜਨੀਤੀ 'ਚ ਆ ਰਹੇ ਆ। ਹੁਣ ਕਾਲਜਾਂ ਤੇ ਸਕੂਲਾਂ ਦੇ ਵਿੱਚੋਂ ਪੋਲੀਟਿਕਸ ਨਹੀਂ ਨਿਕਲਦੀ, ਹੁਣ ਅੰਦੋਲਨਾਂ 'ਚੋਂ ਪੋਲੀਟਿਕਸ ਨਹੀਂ ਨਿਕਲਦੀ ਪਈ। ਵੀ 80 ਦੇ ਦੌਰ ਦੇ ਵਿੱਚ ਹੋਇਆ ਸੀਗਾ, 90 ਦੇ ਦੌਰ ਦੇ ਵਿੱਚ ਹੋਇਆ ਸੀ, ਪਰ ਹੁਣ ਮੈਨੂੰ ਲੱਗਦਾ ਵੀ ਪਿਛਲੇ 20-30 ਸਾਲ ਤੋਂ ਤਾਂ ਇਹ ਪੰਜਾਬ 'ਚ ਤਾਂ ਸਪੈਸ਼ਲੀ 84 ਤੋਂ ਬਾਅਦ ਇਸ ਚੀਜ਼ 'ਤੇ ਖੜੋਤ ਆਈ ਹੈ। ਸੋ ਜਦ ਤੱਕ ਜਿਹੜੀ ਪੋਲੀਟਿਕਸ ਹੈ ਉਹ ਸਕੂਲਾਂ ਕਾਲਜਾਂ 'ਚੋਂ ਨਹੀਂ ਨਿਕਲੂਗੀ, ਮਤਲਬ ਇੱਕ ਹੁੰਦੀ ਹੈ ਪੋਲੀਟਿਕਸ ਸਕੂਲਾਂ ਕਾਲਜਾਂ 'ਚ ਬਦਮਾਸ਼ੀ ਦੀ ਪੋਲੀਟਿਕਸ ਨੂੰ ਕਿਹਾ ਜਾ ਰਿਹਾ ਵੀ ਇਹੀ ਪੋਲੀਟਿਕਸ ਹੈ। ਜਦ ਲੋਕਾਂ ਦੇ ਹੱਕਾਂ ਦੀ ਗੱਲ ਜਾਂ ਲੋਕਾਂ ਆਪਾਂ ਆਉਣ ਵਾਲੇ ਉਹਦੇ ਵਿੱਚ ਮਾਸ਼ਰੇ ਨੂੰ ਕੀ ਡਿਲੀਵਰ ਕਰਨਾ ਹੈ, ਉਸ ਤਰ੍ਹਾਂ ਦੀ ਪੋਲੀਟਿਕਸ ਸਾਡੇ ਸਮਾਜ 'ਚੋਂ ਹੀ ਨਹੀਂ ਸਿਰਜਦੀ, ਜਾਂ ਬੇਸਿਕ ਚੀਜ਼ਾਂ ਤੋਂ ਹੀ ਨਹੀਂ ਆਉਂਦੀ, ਕਾਲਜਾਂ 'ਚ ਨਹੀਂ ਆਉਂਦੀ, ਜਾਂ ਬੱਚਿਆਂ 'ਚੋਂ ਹੀ ਨਹੀਂ ਆਉਂਦੇ। ਸਾਡੇ ਜਿਹੜੇ ਸੁਸਾਇਟੀ ਦੇ ਬੱਚਿਆਂ 'ਚ ਇੱਕ ਇਹ ਨਹੀਂ ਹੋ ਜਾਂਦਾ ਵੀ ਜਿਹੜਾ ਲੀਡਰ ਬਣਨਾ ਹੈ, ਕਿਸੇ ਟੱਬਰ ਦਾ ਹੱਕ ਨਹੀਂ, ਪੂਰੇ ਸੁਸਾਇਟੀ ਦੇ ਵਿੱਚ ਹਰ ਘਰ 'ਚ ਲੀਡਰ ਜੰਮ ਸਕਦਾ ਹੈ। ਇੱਕ ਜਿਹੜਾ ਹੁੰਦਾ ਨਾ ਡੈਮੋਕ੍ਰੇਸੀ, ਮੈਂ ਜਿਹੜਾ ਸੁਪਨਾ ਦੇਖਦਾ ਵੀ ਜਿਹੜਾ ਸਾਡੇ ਆਈਡੀਅਲ ਰਾਜ ਦੇ ਵਿੱਚ ਇੱਕ ਰਾਜਾ ਰਾਜ ਗੱਦੀ 'ਤੇ ਦਾਵਾ, ਜਾਂ ਕਹਿ ਸਕਦੇ ਪਾਤਸ਼ਾਹੀ 'ਤੇ ਦਾਵਾ ਉਹ ਵੀ ਹੋਊਗਾ ਵੀ ਜਿਹਦੀ ਮਾਂ ਸੜਕ ਦੇ ਕੰਢੇ ਬੈਠ ਕੇ ਰੋੜੀ ਕੁੱਟਦੀ ਪਈ ਹੈ, ਉਹ ਬੱਚਾ ਜਿਹੜਾ ਵੈ ਕਿਸੇ ਦਰਖਤ ਦੇ ਨਾਲ ਝੂਲਾ ਬਣਾ ਕੇ ਟੰਗਿਆ ਹੋਇਆ ਹੈ, ਵੀ ਉਹਦੇ ਵਿੱਚੋਂ ਵੀ ਬਾਦਸ਼ਾਹ ਹੋਣਾ ਚਾਹੀਦਾ ਅਤੇ ਉਹਦੇ ਵਿੱਚੋਂ ਖਿਆਲ ਵੀ ਹੋਣਾ ਚਾਹੀਦਾ। ਅਤੇ ਇਹ ਕਿਉਂਕਿ ਸਾਨੂੰ ਮਹਾਰਾਜ ਨੇ ਦਿੱਤਾ ਸੀਗਾ, ਸਾਡੀ ਜਿਹੜੀ ਧਰਮ ਤੋਂ ਵੀ ਆਉਂਦਾ ਸੀਗਾ, ਅਤੇ ਆਪਾਂ ਜਿਹੜੀ ਇੱਕ ਮਸ਼ੀਨੀਕਰਨ ਦੀ ਸਿੱਖਿਆ ਜਿਹੜੀ ਦੇ ਰਹੇ ਹਾਂ ਨਾ, ਜਿਹਦੇ ਵਿੱਚ ਕੰਪੀਟੀਸ਼ਨ ਨੂੰ ਨੈਗੇਟਿਵਲੀ ਉਹ ਕੀਤਾ ਗਿਆ ਵੀ ਕੰਪੀਟੀਸ਼ਨ ਜ਼ਰੂਰੀ ਹੈ, ਠੀਕ ਹੈ ਕੰਪੀਟੀਸ਼ਨ ਆਉਂਦਾ ਤਾਂ ਕੁਛ ਚੰਗਾ ਵੀ ਆਉਂਦਾ ਹੈ, ਪਰ ਕੰਪੀਟੀਸ਼ਨ ਦਾ ਮਤਲਬ ਇਹ ਨਹੀਂ ਹੁੰਦਾ ਵੀ ਕਿਸੇ ਨੂੰ ਸਾਰਿਆਂ ਨੂੰ ਪਛਾੜ ਹੀ ਦਿਓ ਜਾਂ ਨਖੇਦੀ ਕਰਾਰ ਦੇ ਦਿਓ। ਕੰਪੀਟੀਸ਼ਨ ਦਾ ਮਤਲਬ ਇਹ ਵੀ ਹੋਊਗਾ ਵੀ ਆਪਣੇ ਆਪ ਨੂੰ ਲੀਡਰ ਐਸਟੈਬਲਿਸ਼ ਕਰਨਾ, ਪਰ ਬਾਕੀਆਂ ਨੂੰ ਵੀ ਨਾਲ ਅੱਗੇ ਲੈ ਕੇ ਆਉਣਾ ਅਤੇ ਅਪਲਿਫਟ ਕਰਨਾ, ਸੋਸ਼ਲ ਅਪਲਿਫਟਮੈਂਟ। ਜਦ ਤੱਕ ਸਮਾਜ 'ਚ ਇਹ ਭਾਵਨਾ ਨਹੀਂ ਆਉਂਦੀ, ਜਾਂ ਸਾਡੇ ਐਜੂਕੇਸ਼ਨ 'ਚ ਇਹ ਭਾਵਨਾ ਨਹੀਂ ਆ ਜਾਂਦੀ, ਸਾਡੇ ਐਥਿਕਸ ਨਹੀਂ ਆ ਜਾਂਦੇ, ਸਾਡੇ ਧਰਮ 'ਚੋਂ ਇਹ ਗੱਲ ਨਹੀਂ ਆ ਜਾਂਦੀ, ਤਾਂ ਮੈਨੂੰ ਲੱਗਦਾ ਵੀ ਸੁਸਾਇਟੀ ਵਿੱਚ ਅਸੀਂ ਟਰੂ ਡੈਮੋਕ੍ਰੇਸੀ ਵੀ ਨਹੀਂ ਦੇ ਸਕਦੇ, ਜਾਂ ਆਪਾਂ ਕਹਿ ਸਕਦੇ ਹਾਂ ਵੀ ਸੁਸਾਇਟੀ ਨੂੰ ਉਸ ਤਰ੍ਹਾਂ ਦੀ ਸਰਕਾਰ ਜਾਂ ਪਾਤਸ਼ਾਹੀ ਵੀ ਨਹੀਂ ਦੇ ਸਕਦੇ। ਤਾਂ ਬਾਕੀ ਗੱਲ ਜਿਹੜੀ ਤੁਸੀਂ ਪੋਲੀਟੀਕਲ ਪਾਰਟੀਆਂ ਦੀ ਕੀਤੀ ਸੀ, ਲੋਕਾਂ ਦਾ ਅੱਜ ਦੇ ਟਾਈਮ 'ਚ ਇੱਕ ਤਾਂ ਪਹਿਲੀ ਗੱਲ ਇਹ ਹੈ ਕਿ ਪੋਲੀਟੀਕਲ ਪਾਰਟੀਆਂ ਵਿਚਾਰਧਾਰਾ ਤੋਂ ਭੱਜ ਗਈਆਂ। ਤੁਸੀਂ ABCD ਦੇਖ ਲਓ, ਕੋਈ ਲੀਡਰ ਹੈ ਅੱਜ ਗਾਲਾਂ ਕੱਢ ਰਿਹਾ ਹੁੰਦਾ, ਦੂਸਰੇ ਦਿਨ ਪਾਰਟੀ ਚੇਂਜ ਕਰ ਲੈਂਦਾ, ਉਹ ਕਹਿ ਦਿੰਦਾ ਵੀ ਇੱਧਰੋਂ ਦੀ ਜਗ੍ਹਾ ਹੁਣ ਸਾਡੇ ਵੱਲ ਆ ਗਿਆ ਅਤੇ ਸਾਫ਼ ਹੋ ਗਿਆ, ਇਹਦੇ ਪਾਪ ਧੋਤੇ ਗਏ। ਸੋ ਮੈਨੂੰ ਲੱਗਦਾ ਵੀ ਸਿਰਫ ਚਾਪਟੂਕਾਰੀ ਦੀ ਅਤੇ ਚਾਪਲੂਸੀ ਦੀ ਪੋਲੀਟਿਕਸ ਰਹਿ ਗਈ ਹੈ, ਸਿਧਾਂਤਕ ਪੋਲੀਟਿਕਸ ਖਤਮ ਹੋ ਰਹੀ ਹੈ, ਅਤੇ ਉਹ ਸਾਡੇ ਲਈ ਬਹੁਤ ਫਿਕਰ ਦੀ ਗੱਲ ਹੈ। ਮੈਨੂੰ ਲੱਗਦਾ ਪਾਰਟੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ, ਜਿਹੜੀਆਂ ਸਮਾਜਿਕ ਵਿਚਾਰ ਹੈ ਇਹ ਵੱਡੇ ਹੁੰਦੇ ਆ। ਜਦ ਤੱਕ ਮਾਸਿਸ ਦੇ ਵਿੱਚ ਪਾਰਟੀਆਂ ਨੂੰ ਵਰਤਣ ਦੀ ਭਾਵਨਾ ਨਹੀਂ ਹੋਊਗੀ ਅਤੇ ਵਿਚਾਰ ਨੂੰ ਜਾਂ ਸਿਧਾਂਤਾਂ ਨੂੰ ਅੱਗੇ ਲੈ ਕੇ ਜਾਣ ਦੀ ਭਾਵਨਾ ਨਹੀਂ ਹੋਊਗੀ, ਉਦੋਂ ਤੱਕ ਸੁਸਾਇਟੀ ਦਾ ਕੁਛ ਨਹੀਂ ਬਣ ਸਕਦਾ। ਕਿਉਂਕਿ ਸੁਸਾਇਟੀ ਦਾ ਜਿਹੜਾ ਸਟਰਕਚਰ ਹੈ ਜਾਂ ਰਾਜਨੀਤੀ ਇਸ ਤਰ੍ਹਾਂ ਨਹੀਂ ਹੁੰਦੀ ਵੀ ਕਿਸੇ ਨੂੰ ਹਮੇਸ਼ਾ ਲਈ ਛੂਤ ਅਤੇ ਅਛੂਤ ਬਣਾ ਦਿਓ। ਜਦ ਤੱਕ ਤੁਸੀਂ ਨੈਗੋਸ਼ੀਏਸ਼ਨਸ ਜਾਂ ਬੈਠ ਕੇ ਗੱਲ ਕਰਨ ਜੋਗੇ ਨਹੀਂ ਹੋ ਜਾਂਦੇ ਵੀ ਅਸੀਂ ਆਪਣੀਆਂ ਨਸਲਾਂ ਲਈ ਕੀ ਡਿਲੀਵਰ ਕਰਨਾ, ਜਾਂ ਸਾਡੀ ਪ੍ਰਾਪਤੀਆਂ ਕੀ ਹੈ, ਜੇ 100 ਸਾਲ ਬਾਅਦ ਸਾਨੂੰ ਲੋਕ ਕਿਸ ਤਰ੍ਹਾਂ ਯਾਦ ਰੱਖੂਗੇ, ਜਦ ਤੱਕ ਸਾਡੇ ਵਿੱਚ ਉਹ ਖਿਆਲ ਨਹੀਂ ਆ ਜਾਂਦਾ ਅਤੇ ਅਸੀਂ ਕੁਛ ਡਿਲੀਵਰ ਵੀ ਨਹੀਂ ਕਰ ਸਕਦੇ। ਸੋ ਉਸ ਭਾਵਨਾ ਦੇ ਲਈ ਸਾਡੀ ਜਿਹੜੀ ਹੈ ਇੱਕ ਰਾਜਨੀਤਿਕ ਚੇਤਨਾ ਦੀ ਐਜੂਕੇਸ਼ਨ, ਉਹ ਸਭ ਤੋਂ ਪਹਿਲਾਂ ਜ਼ਰੂਰੀ ਹੈ। ਅਤੇ ਉਹ ਜਿਹੜੇ ਮਸਲਿਆਂ ਦੀ ਪੋਲੀਟਿਕਸ ਹੈ ਨਾ, ਜਿੱਦਾਂ ਸਮਾਜਿਕ
ਜਸਟਿਸ ਦੀ ਪੋਲਿਟਿਕਸ ਦੀ ਗੱਲ ਕਰ ਰਹੇ ਸੀ, ਜਾਂ ਬਹੁਜਨਵਾਦ ਦੀ ਪੋਲਿਟਿਕਸ ਦੀ ਗੱਲ ਕਰ ਰਹੇ ਸੀ, ਜਾਂ ਮਹਾਰਾਜ ਦੇ ਜਿਹੜਾ ਖਾਲਸਾ ਪੰਥ ਦੀ ਪੋਲਿਟਿਕਸ ਸੀ, ਜਾਂ ਉਹਦੇ ਵਿੱਚੋਂ ਇੱਕ ਰਾਜਨੀਤੀ ਵੀ ਨਿਕਲੀ ਹੈ ਨਾ, ਧਰਮ ਤੇ ਰਾਜਨੀਤੀ ਚੱਲਦੀ ਹੈ। ਤੇ ਉਹ ਸਿਧਾਂਤਿਕ ਪੱਖ ਤੋਂ ਉਹਨੂੰ ਨਹੀਂ ਸਮਝਦੇ, ਤਾਂ ਗ੍ਰਹਿਣ ਨਹੀਂ ਕਰਦੇ, ਤਾਂ ਮੈਨੂੰ ਲੱਗਦਾ ਨਹੀਂ ਵੀ ਇੱਥੇ ਕੁਝ ਕੋਈ ਸਿਸਟਮ ਬਦਲ ਜਾਊਗਾ, ਜਾਂ ਕਿ ਕੋਈ ਇਹ ਸਾਰੇ ਸਿਸਟਮ ਤਾਂ ਕਹਿੰਦੇ ਨੇ ਇੱਕ ਟਾਈਮ ਜਾ ਕੇ ਖਾਰਜ ਹੋ ਜਾਂਦੇ ਆ। ਜੇ ਇਹ ਚੀਜ਼ ਖਾਰਜ ਹੋਊਗੀ ਤਾਂ ਨਵਾਂ ਕੁਝ ਤਾਂ ਹੀ ਆਊਗਾ। ਤੇ ਬਾਕੀ ਜਿਹੜਾ ਰਾਜਨੀਤਿਕ ਢੰਗ ਹੈ ਜਾਂ ਕੁਝ ਸਮਾਜਿਕ ਜੋ ਚੀਜ਼ਾਂ ਹੈ, ਜੈਸੇ ਇੰਡਸਟਰੀਅਲਾਈਜੇਸ਼ਨ ਹੈ, 200 ਸਾਲ ਦੀ ਹਿਸਟਰੀ ਹੈ, ਉਹ ਤੋਂ ਪਹਿਲਾਂ ਕਿਸੇ ਨੇ ਸੋਚਿਆ ਨਹੀਂ ਸੀ ਵੀ ਇਹ। ਤੇ ਹੋ ਸਕਦਾ ਵੀ ਅਗਲੇ ਆਉਣ ਵਾਲੀ ਪੋਲੀਟਿਕਸ ਜਿਹੜੀ ਹੈ ਇਹਨਾਂ ਸਿਧਾਂਤਾਂ 'ਤੇ ਜੇ ਚੱਲ ਕੇ ਕੱਢੀ ਜਾਵੇ, ਤਾਂ ਇਹ ਹੈ ਵੀ ਡੈਮੋਕ੍ਰੇਸੀ ਦੇ ਜਿਹੜਾ ਮੈਜੋਰੀਟੇਰੀਅਨ ਸੈਕਸ਼ਨ ਹੈ ਉਹ ਤੋਂ ਵੀ ਵਧੀਆ ਮਾਡਲ ਅਸੀਂ ਦੇ ਸਕਦੇ ਹਾਂ। ਸੋ ਇਹੀ ਸਮੇਂ ਦੀ ਲੋੜ ਹੈ, ਤੇ ਇੱਥੇ ਹੀ ਸਾਨੂੰ ਖੜਾ ਹੋਣਾ ਚਾਹੀਦਾ। ਸੋ ਪਿਆਰੇ ਦਰਸ਼ਕੋ, ਇਹ ਸਾਡੇ ਸਾਰਿਆਂ ਲਈ ਸਵਾਲ ਨੇ, ਇਹ ਚਰਚਾ ਆ। ਕਿਸੇ ਵੀ ਚਰਚਾ ਦੇ ਵਿੱਚ ਕਹੀ ਹੋਈ ਗੱਲ ਕੋਈ ਆਖਰੀ ਨਹੀਂ ਹੋਣੀ ਚਾਹੀਦੀ, ਨਾ ਹੀ ਹੋ ਸਕਦੀ ਹੈ। ਬਹੁਤ ਸਾਰੀਆਂ ਗੱਲਾਂ ਉਹਦਾ ਅੱਧੀਆਂ ਅਧੂਰੀਆਂ ਰਹਿ ਗਈਆਂ ਹੋਣਗੀਆਂ। ਇਹ ਅੱਧੀਆਂ ਅਧੂਰੀਆਂ ਗੱਲਾਂ ਇਸ ਬਿਨਾਂ ਦੇ ਉੱਤੇ ਛੱਡ ਦੇਣੀਆਂ ਚਾਹੀਦੀਆਂ ਕਿ ਅਗਲੀ ਵਾਰ ਫਿਰ ਤੋਂ ਸੰਵਾਦ ਤੁਰੇਗਾ, ਅਤੇ ਅਖੀਰ ਤੇ ਸਾਰੀ ਗੱਲ ਸੰਵਾਦ ਦੇ ਵਿੱਚ ਹੀ ਪਈ ਹੈ। ਇਸੇ ਦੇ ਵਿੱਚ ਸਾਰੀਆਂ ਚੀਜ਼ਾਂ ਨੇ। ਕਿਹੋ ਜਿਹੀ ਲੱਗੀ ਇਹ ਸਾਰੀ ਚਰਚਾ, ਇਸ ਦੇ ਬਾਰੇ ਤੁਸੀਂ ਸਾਨੂੰ ਆਪਣੇ ਕਮੈਂਟ, ਆਪਣੇ ਫੀਡਬੈਕ ਜ਼ਰੂਰ ਭੇਜ ਸਕਦੇ ਹੋ। ਅਨਮਿਊਟ ਅੱਡਾ ਦੇ ਅੰਦਰ ਇਲੈਕਸ਼ਨ ਆ ਰਿਹਾ, ਇਲੈਕਸ਼ਨ ਤੋਂ ਬਾਅਦ ਵੀ ਚਰਚਾ ਰਹਿਣੀ ਚਾਹੀਦੀ ਹੈ, ਇਲੈਕਸ਼ਨ ਤੋਂ ਪਹਿਲਾਂ ਵੀ ਰਹਿਣੀ ਚਾਹੀਦੀ ਹੈ, ਅਤੇ ਇਸੇ ਤਰ੍ਹਾਂ ਦੀਆਂ ਚਰਚਾਵਾਂ ਲਗਾਤਾਰ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ। ਅੱਜ ਦੇ ਸਾਡੇ ਇਸ ਅਨਮਿਊਟ ਅੱਡਾ ਦੇ ਵਿੱਚ ਪੱਤਰਕਾਰ, ਸਮਾਜਿਕ ਕਾਰਕੁਨ ਅਨਿਲ ਚਮੜੀਆ ਜੀ, ਗੰਗਵੀਰ ਰਾਠੌਰ, ਬਰਜਿੰਦਰ ਸਿੰਘ ਹੁਸੈਨਪੁਰੀ, ਅਤੇ ਮੈਂ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਪ੍ਰੀਤ ਸਿੰਘ ਕਾਲੋਂ ਸਾਂ। ਅਤੇ ਮੇਰੇ ਨਾਲ ਅੱਜ ਦੇ ਇਸ ਪ੍ਰੋਗਰਾਮ ਨੂੰ ਨੇਪਰੇ ਚਾੜਨ ਦੀ ਟੀਮ ਦੇ ਵਿੱਚ ਸਾਡੇ ਸੀਨੀਅਰ ਕੈਮਰਾਮੈਨ ਗੁਰਦੇਵ ਸਿੰਘ ਸਨ, ਅਤੇ ਉਹਨਾਂ ਨੂੰ ਸਹਿਯੋਗ ਦੇ ਰਹੇ ਸਨ ਸਾਡੇ ਸੀਨੀਅਰ ਵੀਡੀਓ ਐਡੀਟਰ ਮਨਦੀਪ ਸਿੰਘ। ਸਤਿ ਸ਼੍ਰੀ ਅਕਾਲ।